कि जो टकराਅ वाली स्थिति बनी हुई है, मुलाजम कहते कि साडियां वाजिब गल्लां है, सरकार कहती है कि अजिही स्थिति दे विच क्यों ये सवाल उठाए जा रहे हैं, तो फिर हड़ताल नूं बर्दाश्त नहीं किया जा सकता। इस स्थिति नूं टकराਅ दी थां गलबात नहीं बदला जा सकता सी कि ਜਿਹੜੇ ਦੋ ਬੰਦੇ ਪਟਵਾਰੀ ਇੱਕ ਕਾਨੂੰਗੋ ਅਰੈਸਟ ਹੋਏ ਔਰ ਉਹਨਾਂ ਤੇ ਮੁਕੱਦਮਾ ਦਰਜ ਹੋਇਆ ਹੈ, ਇਹ ਭ੍ਰਿਸ਼ਟਾਚਾਰ ਦੀ ਲੜਾਈ ਵਿੱਚ ਇਹ ਕਹਿੰਦੇ ਆ ਜੀ ਉਹਨਾਂ ਨੂੰ ਛੱਡੋ ਔਰ ਇਹ ਚਾਹੁੰਦੇ ਹੈ ਕਿ ਉਹਨਾਂ ਤੇ ਕਾਰਵਾਈ ਨਾ ਹੋਵੇ। ਲੇਕਿਨ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਤੁਸੀਂ ਜਦੋਂ ਮੀਟਿੰਗ ਫਿਕਸ ਹੋਈ ਸੀ ਤਾਂ ਕਲਮਬੰਦ ਕਲਮ ਛੋੜ ਧਮਕੀ ਕਿਉਂ ਦਿੱਤੀ ਕਿ ਅਸੀਂ ਕਲਮ ਛੋੜ ਸਟ੍ਰਾਈਕ ਕਰਾਂਗੇ। ਹੁਣ ਦੇਖੋ ਸਰਕਾਰ ਨਾਲ ਮੀਟਿੰਗ ਫਿਕਸ ਹੈ, ਤੁਸੀਂ ਸਰਕਾਰ ਦੇ ਸਿਰ ਤੇ ਤਲਵਾਰ ਲਟਕਾ ਰਹੇ ਹੋ। ਪੰਜਾਬ ਸਰਕਾਰ ਦਾ ਜਿਹੜਾ ਇਹ ਕਦਮ ਹੈ ਇਲ ਐਡਵਾਈਜ਼ਡ ਹੈ, ਅੱਛੀ ਨਸੀਹਤ ਨਹੀਂ। ਜਿਹੜੇ ਸਲਾਹਕਾਰਾਂ ਨੇ ਗਲਤ ਪਾਸੇ ਡਾਇਰੈਕਸ਼ਨਲੈਸ ਕਰ ਦਿੱਤਾ ਭਗਵੰਤ ਮਾਨ ਨੂੰ, ਮੁੱਖ ਮੰਤਰੀ ਸਾਹਿਬ ਪੰਜਾਬ ਸਰਕਾਰ ਨੂੰ। ਔਰ ਇਹ ਕੋਈ ਏਡਾ ਵੱਡਾ ਉਹਨਾਂ ਨੇ ਕੋਈ ਨਾ ਹੜਤਾਲ ਕੀਤੀ ਹੈ, ਨਾ ਜੇ ਗੱਲ ਹੀ ਕੀਤੀ ਹੈ, ਜੇ ਪਿੰਨ ਡਾਊਨ ਸਟ੍ਰਾਈਕ ਦੀ ਗੱਲ ਕੀਤੀ ਹੈ, ਫਿਰ ਹੜਤਾਲ ਦੀ ਗੱਲ ਕੀਤੀ ਹੈ, ਆਪਣੇ ਇਸ਼ੂ ਕੀਤੇ ਮੰਗੇ ਉਠਾਏ। ਇੱਕਦਮ ਉਹਨਾਂ ਤੁਸੀਂ ਏਡਾ ਵੱਡਾ ਹਮਲਾ ਕਰ ਦਿਓ, ਐਸਮਾ ਲਾ ਦਿਓ। ਮੇਰਾ ਖਿਆਲ ਹੈ ਕਈ ਸਾਲਾਂ ਬਾਅਦ ਐਸਮਾ ਲੱਗਣ ਲੱਗਾ। ਔਰ ਇਹ ਵੀ ਉਹ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਹੈ। ਜਿੱਥੋਂ ਤੱਕ ਆਮ ਆਦਮੀ ਸਰਕਾਰ ਲੋਕਾਂ ਨੂੰ, ਇਹ ਭਾਈ ਸਾਹਿਬ ਵੀਰ ਜੀ ਨੇ ਗੱਲ ਕੀਤੀ, ਬਾਦਲ ਸਾਹਿਬ ਨੇ, ਆਮ ਆਦਮੀ ਤਾਂ ਇਹ ਤਾਂ ਕਈ ਲੱਖ ਹੈ ਮੁਲਾਜ਼ਮ ਜਿਹੜੇ ਇਹ ਵੀ ਆਮ ਆਦਮੀ ਹੈ। ਇਹ ਕੀ ਹੈ, ਇਹਨਾਂ ਨੇ ਤਾਂ ਵੋਟਾਂ ਪਾਈਆਂ। ਪਰ ਮੈਂ ਬੇਨਤੀ ਕਰਨਾ ਚਾਹੁੰਦਾ, ਜੇ ਇਸ਼ੂ ਸਰਕਾਰ ਦਾ ਇੰਨਾ ਪਾਵਰਫੁਲ ਹੈ ਤੇ ਫਿਰ ਸਾਰੇ ਮੁਲਾਜ਼ਮ ਕਿਉਂ ਖਿਲਾਫ ਹੋ ਗਏ? ਸਾਰਾ ਮੁਲਾਜ਼ਮ ਜਿਹੜਾ ਉਹਨਾਂ ਨੂੰ ਠੰਡਾ ਕਰਨਾ, ਉਹਨਾਂ ਨੂੰ ਕੂਲ ਡਾਊਨ ਕਰਨਾ, ਉਹਨਾਂ ਨਾਲ ਗੱਲ ਕਰਨੀ ਬਣਦੀ ਹੈ ਕਿ ਨਹੀਂ ਸਰਕਾਰ ਦੀ? ਕਦੇ ਦੇਖੋ, ਚਾਹੇ ਮੁੱਖ ਮੰਤਰੀ ਵੀ ਲੋਕਾਂ ਦਾ ਸੇਵਾਦਾਰ ਹੈ, ਲੋਕਾਂ ਦਾ ਸੇਵਕ ਹੈ, ਲੋਕਾਂ ਦਾ ਨੌਕਰ ਹੈ, ਲੇਕਿਨ ਫਿਰ ਪਟਵਾਰੀ ਵੀ ਮੁੱਖ ਮੰਤਰੀ ਦੀ ਟੀਮ ਦੇ ਮੈਂਬਰ ਹੈ। ਤੁਸੀਂ ਸੰਵੇਦਨਸ਼ੀਲ ਟਾਈਮ ਤੇ ਧਮਕੀਆਂ ਤੇ ਉਤਰੇ ਆਏ, ਬਲੈਕਮੇਲ ਤੇ ਉਤਰੇ ਆਏ। ਉਵੇਂ ਜਿਵੇਂ ਹੜ੍ਹਾਂ ਦੇ ਟਾਈਮ ਪਟਵਾਰੀ ਦਾ ਰੋਲ ਇਹੋ ਜਿਹਾ ਹੈ, ਜਿਵੇਂ ਜਹਾਜ਼ ਨੂੰ 에ਅਰ ਟ੍ਰੈਫਿਕ ਕੰਟਰੋਲਰ ਦੀ ਲੋੜ ਹੁੰਦੀ ਹੈ, ਉਵੇਂ ਸਰਕਾਰਾਂ ਨੂੰ ਪਟਵਾਰੀ ਦੀ ਸੇਵਾ ਦੀ ਲੋੜ ਹੈ। ਤੁਸੀਂ ਸਾਨੂੰ ਮਜਬੂਰ ਕਰ ਰਹੇ ਹੋ ਇਹ ਗੱਲ ਕਰਨ ਤੇ। ਅਸੀਂ ਇਸ ਸੰਵੇਦਨਸ਼ੀਲ ਮੌਕੇ ਤੇ ਜਿਹੜਾ ਮੁੱਖ ਮੰਤਰੀ ਜੀ ਨੇ ਕਿਹਾ ਕਿ ਗੁਰੂ ਮਹਾਰਾਜ ਨੇ ਤੁਹਾਨੂੰ ਜੇ ਕਲਮ ਫੜਾਈ ਹੈ ਤਾਂ ਕਿਰਪਾ ਕਰਕੇ ਲੋਕਾਂ ਦੀ ਸੇਵਾ ਵਿੱਚ ਲਗਾਓ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੁਬਾਰਕਬਾਦ। 1.5 ਸਾਲ ਦੇ ਵਿੱਚ ਜਿੰਨੇ ਧਰਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਜੀਮ ਦੇ ਵਿੱਚ ਲੱਗੇ ਹੈ, ਹੋਰ ਕਿਸੇ ਸਰਕਾਰ ਦੇ 5 ਸਾਲਾਂ ਦੇ ਵਿੱਚ ਨਹੀਂ ਲੱਗੇ। ਤੇ ਕੋਈ ਐਸੀ ਯੂਨੀਅਨ ਨਹੀਂ, ਕੋਈ ਐਸਾ ਪ੍ਰੋਫੈਸ਼ਨ ਨਹੀਂ ਜਿਹਦੇ ਮੁਲਾਜ਼ਮਾਂ ਨੇ, ਜਿਹਦੇ ਆਪਣਾ ਵਰਕਰਸ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਧਰਨਾ ਨਾ ਲਾਇਆ ਹੋਵੇ। ਜਿਸ ਆਸ ਨਾਲ ਲੋਕਾਂ ਨੇ ਇਹਨੂੰ ਸਰਕਾਰ ਨੂੰ ਬਣਾਇਆ ਸੀ, ਉਸ ਤੋਂ ਪਿੱਛੇ ਹਟ ਰਹੀ ਹੈ। ਪੰਜਾਬ ਦੇ ਬੁਨਿਆਦੀ ਮਸਲੇ ਜਿਹੜੇ ਹੈ, ਅਮਨ ਕਾਨੂੰਨ ਦੀ ਹਾਲਤ ਹੈ, ਗੈਂਗਸਟਰ ਕਿਲਿੰਗ ਜਿਹੜੀ ਆ ਲਗਾਤਾਰ ਵੱਧ ਰਹੇ ਹੈ, ਡਾਕੇ ਵੱਧ ਰਹੇ ਹੈ, ਕਤਲ ਹੋ ਰਹੇ ਹੈ, ਔਰ ਨਾ ਹੀ ਆਹ ਜਿਹੜਾ ਇਸ਼ੂ ਹੈ ਜਿਹੜਾ ਰੇਤਾ ਤੇ ਬਜਰੀ ਦਾ ਉਹ ਹੱਲ ਹੋਇਆ। ਇਹ ਬਲਕਿ ਖੁਦ ਜਿਹੜੇ ਰੂਲਿੰਗ ਪਾਰਟੀ ਦੇ ਐਲੀਮੈਂਟ ਹੈ, ਕਈ ਥਾਂ ਤੇ ਐਮਐਲਏ ਜਿਹੜੇ ਹੈ ਉਹ ਨਾਲ ਕਰਵਾ ਰਹੇ ਆ। ਕੋਈ ਇਹਨਾਂ ਦਾ ਕੰਟਰੋਲ ਹੋਇਆ ਹੀ ਨਹੀਂ ਕਿਸੇ ਪਾਸੇ ਤੋਂ। ਲੇਕਿਨ ਮੈਨੂੰ ਲੱਗਦਾ ਕਿ ਉਹਨਾਂ ਮੁਲਾਜ਼ਮਾਂ ਨੂੰ ਜਿਹੋ ਜਿਹਾ ਝੂਠ ਫਰੇਬ ਦਿਖਾ ਕੇ ਔਰ ਸਰਕਾਰ ਨੇ ਵੋਟਾਂ ਲਈਆਂ ਔਰ ਅੱਜ ਸਰਕਾਰ 'ਚ ਆਏ ਨੇ, ਅਤੇ ਮੁੱਖ ਮੰਤਰੀ ਸਾਹਿਬ ਜਿਹੜੀ ਗੱਲ ਸੀ ਵੀ ਅਸੀਂ ਤੁਹਾਡੀ ਹੜਤਾਲਾਂ ਜਿਹੜੀਆਂ ਨੇ ਉਹ ਨਹੀਂ ਹੋਣ ਦੇਣੀਆਂ, ਉਹਨਾਂ ਨੂੰ ਨਹੀਂ ਸੀ ਪਤਾ ਵੀ ਇਸ ਤਰੀਕੇ ਨਾਲ ਨਹੀਂ ਹੋਣ ਦੇਣੀਆਂ। ਜੇ ਕਿਸਾਨ ਅੱਜ ਆਪਣੀਆਂ ਮੰਗਾਂ ਵਾਸਤੇ ਕਿਤੇ ਧਰਨਾ ਦੇਣ ਦੀ ਕੋਸ਼ਿਸ਼ ਕਰਦੇ ਆ, ਉਹਨੂੰ ਡਾਂਗਾਂ ਮਾਰੀਆਂ ਜਾਂਦੀਆਂ, ਉਹ ਮਾਰੇ ਜਾਂਦੇ ਨੇ। ਜੇ ਕਿਤੇ ਕੋਈ ਮੁਲਾਜ਼ਮ ਚਾਹੇ ਅਧਿਆਪਕ ਨੇ, ਉਹ ਕਿਤੇ ਧਰਨਾ ਦੇਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦੇ ਡਾਂਗ ਭਰਾਈ ਜਾਂਦੀ ਹੈ, ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾਂਦੇ ਆ। ਜੇ ਨੌਜਵਾਨ ਕੋਈ ਡਰੱਗਸ ਦੇ ਕਰਕੇ ਗੱਲ ਚੱਕਣ ਦੀ ਕੋਸ਼ਿਸ਼ ਕਰਦਾ ਹੈ, ਉਹ 'ਤੇ ਝੂਠਾ ਪਰਚਾ ਪਾ ਕੇ ਤੇ ਉਹਨੂੰ ਅੰਦਰ ਕਰ ਦਿੱਤਾ ਜਾਂਦਾ ਹੈ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਦੁੱਖ ਨਾਲ ਕਹਿਣਾ ਹੈ ਕਿ ਜਗਤਾਰ ਜੀ, ਪਾਰਟੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਹੈ, ਓਪੋਜੀਸ਼ਨ ਦਾ ਰੋਲ ਉਹ ਸਾਰੂ ਤਰੀਕੇ ਨਾਲ ਨਹੀਂ ਨਿਭਾ ਰਹੀਆਂ। ਹਰ ਗੱਲ ਤੇ ਬੇਵਜ੍ਹਾ ਕ੍ਰਿਟਿਸਾਈਜ਼ ਕਰਨਾ ਆਦਤ ਬਣ ਗਈ। ਮੈਂ ਇੱਕ ਬੇਨਤੀ ਕਰਦਾ ਹਾਂ, 1999 ਵਿੱਚ ਬਾਦਲ ਸਰਕਾਰ ਨੇ 32 ਪਟਵਾਰੀਆਂ ਨੂੰ ਐਸਮਾ ਲਾ ਕੇ ਡਿਸਮਿਸ ਕੀਤਾ ਸੀ, ਔਰ ਫਿਰ ਅਜਨਾਲਾ ਇਲੈਕਸ਼ਨ ਆ ਗਈ ਸੀ, ਫਿਰ ਉਹਨਾਂ ਨੂੰ ਬਹਾਲ ਕੀਤਾ, ਉਸ ਤੋਂ ਬਾਅਦ ਦੁਬਾਰਾ ਲਿਆ। 2002 'ਚ 26 ਜੁਲਾਈ 2002 ਨੂੰ ਕੈਪਟਨ ਅਮਰਿੰਦਰ ਸਿੰਘ ਨੇ ਐਸਮਾ ਲਾਇਆ। ਐਸਮਾ ਐਸੈਂਸ਼ੀਅਲ ਸਰਵਿਸਿਜ਼ ਮੇਨਟੇਨੈਂਸ ਐਕਟ ਸਰਕਾਰ ਉਦੋਂ ਲਾਉਂਦੀ ਹੈ ਜਦੋਂ ਆਮ ਲੋਕਾਂ ਦਾ ਜਨ ਜੀਵਨ ਪੈਰਾਲਾਈਜ਼
ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਪਾਰਟੀ ਔਰ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਔਰ ਉਹਨਾਂ ਦੇ ਸੁਪਰੀਮੋ ਨੇ, ਇਹਨਾਂ ਨੇ ਤਾਂ ਮੈਨੂੰ ਲੱਗਦਾ ਪਤਾ ਨਹੀਂ ਕਿਹੜੀਆਂ ਝੂਠ ਦੀਆਂ ਗੋਲੀਆਂ ਖਾਧੀਆਂ ਨੇ, ਜਿਹੜਾ ਲਫ਼ਜ਼ ਮੂੰਹ ਚੋਂ ਨਿਕਲਦਾ ਹੈ ਉਹ ਝੂਠ ਹੀ ਨਿਕਲਦਾ, ਕੋਈ ਸੱਚ ਨਿਕਲਦਾ ਹੀ ਨਹੀਂ। ਸਰਟੀਫਿਕੇਟ ਆ ਉਹਨਾਂ ਨੂੰ ਇਹ ਫੇਲਿਅਰ ਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿੱਥੇ ਦਾ ਟੇਬਲ ਤੇ ਬਹਿ ਕੇ ਮਸਲਾ ਹੱਲ ਕਰ ਸਕਦੀ ਸੀਗੀ, ਰਿਜ਼ੋਲਵ ਕਰ ਸਕਦੀ ਸੀ। ਇਹਨਾਂ ਨੇ ਕੀ ਚੂਜ਼ ਕੀਤਾ? ਧਮਕੀ ਦੇਣਾ, ਥ੍ਰੈਟਨ ਕਰਨਾ ਵੀ ਕਲਮ ਕਿਸੇ ਹੋਰ ਦੇ ਹੱਥ ਫੜਾ ਦਿੱਤੀ ਜਾਊਗੀ। ਬੱਬੀ ਬਾਦਲ ਸਾਹਿਬ, ਇਹ ਲੋਕ ਹੈ, ਲੋਕਤੰਤਰ ਦੇ ਵਿੱਚ ਲੋਕ ਪ੍ਰਮੁੱਖ ਹੁੰਦੇ ਆ, ਸੁਪਰੀਮ ਹੁੰਦੇ ਆ, ਉਹ ਤੁਹਾਨੂੰ ਹੁਣ ਕਹਿੰਦੇ ਆ ਵੀ ਸਰਕਾਰ ਕਿਸੇ ਹੋਰ ਦੇ ਹੱਥ ਫੜਾ ਦਾਂਗੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਇਹ ਜੇ ਸ਼ਬਦਾਂ ਦਾ ਲਹਿਜ਼ਾ ਜਿਹੜਾ ਹੈਗਾ ਠੀਕ ਨਾ ਕੀਤਾ। 35,000 ਨੌਕਰੀਆਂ ਹੁਣ ਤੱਕ ਸਰਕਾਰ ਨੇ ਦਿੱਤੀਆਂ। 35,000 ਚੋਂ ਇੱਕ ਹੀ ਕੋਈ ਤੱਥਾਂ ਦੇ ਆਧਾਰ ਤੇ ਕੱਢ ਕੇ ਦਿਓ ਕਿ ਕਿਸੇ ਦੀ ਸਿਫਾਰਿਸ਼ ਤੇ ਇੱਕ ਬੰਦਾ ਭਰਤੀ ਹੋਇਆ ਹੋਵੇ, ਕਿਸੇ ਦੇ ਪੈਸਾ ਚੱਲਿਆ ਹੋਵੇ। ਜੇ ਮੈਰਿਟ ਤੇ ਨਾ ਭਰਤੀ ਹੋਈ ਤਾਂ ਤੁਸੀਂ, ਮੇਰਾ ਇਹ ਖੁੱਲਾ ਚੈਲੰਜ। ਭ੍ਰਿਸ਼ਟਾਚਾਰ ਮੁੱਖ ਮੰਤਰੀ ਜੀ ਨੇ ਕਿਹਾ ਹੈ ਕਿ ਮੇਰੇ ਲਈ 1 ਰੁਪਿਆ ਇੱਕ ਸਲਫਾਸ ਦੀ ਗੋਲੀ ਹੈ। ਪਹਿਲਾਂ ਜਿਹੜੇ ਦਲਾਲ ਮੁੱਖ ਮੰਤਰੀ ਦੇ ਘਰ ਦੇ ਆਲੇ ਦੁਆਲੇ ਨਜ਼ਰ ਆਉਂਦੇ ਸੀ, ਅੱਜ ਸਾਡੀ ਸਰਕਾਰ ਵੇਲੇ ਕਿਲੋਮੀਟਰਾਂ ਤੱਕ ਜੇ ਸੀਐਮ ਹਾਊਸ ਦੇ ਨੇੜੇ ਕੋਈ ਦਿਖ ਵੀ ਜਾਵੇ ਤਾਂ ਤੁਸੀਂ ਸਾਨੂੰ ਨੀਵੇਂ ਥਾਂ ਪਾ ਦਿਓ। ਕਿ ਕਾਂਗਰਸ ਤਾਂ ਜਮਾਂ ਹੀ ਨਾ ਸਾਨੂੰ ਲੈਕਚਰ ਦੇਵੇ ਲੋਕਤੰਤਰ ਤੇ ਭ੍ਰਿਸ਼ਟਾਚਾਰ ਤੇ। ਕਿਰਪਾ ਕਰਕੇ ਅਸੀਂ ਪੋਤੜੇ ਨਹੀਂ ਫਰੋਲਣਾ ਚਾਹੁੰਦੇ। ਤੁਸੀਂ ਲੋਕਤੰਤਰ ਤੇ ਭ੍ਰਿਸ਼ਟਾਚਾਰ ਤੇ ਗੱਲ ਨਾ ਕਰਿਆ ਕਰੋ, ਕਦੇ ਹੋਰ ਮੁੱਦੇ ਤੇ ਕਰ ਲਿਆ ਕਰੋ। ਲੋਕ ਹੱਸਦੇ ਇੰਡੀਆ ਲਾਫਟਰ ਚੈਲੰਜ ਬਣ ਜੂਗਾ ਇਹ, ਜੇ ਤੁਹਾਡੀਆਂ ਗੱਲਾਂ ਸੀਰੀਅਸਲੀ ਲੈਣ ਲੱਗ ਜਾਈਏ। ਨੰਬਰ 2 ਦੀ ਮੇਰੀ ਬੇਨਤੀ ਸੁਣੋ। ਕਹਿੰਦੇ ਜੀ ਪਟਵਾਰੀ ਬਹੁਤ ਘੱਟ ਹੈ, ਵਰਕਲੋਡ ਬਹੁਤ ਜ਼ਿਆਦਾ ਹੈ। ਅੱਜ ਤੱਕ ਮੈਨੂੰ ਇੱਕ ਵੀ ਪਟਵਾਰੀ ਨਹੀਂ ਮਿਲਿਆ ਜਿਹਨੇ ਇਹ ਗੱਲ ਕਹੀ ਹੋਵੇ ਕਿ ਮੇਰੇ ਕੋਲੇ 2 ਸਰਕਲ ਹੈ ਜੀ, ਮੇਰੇ ਤੇ ਕੰਮ ਦਾ ਲੋਡ ਹੈ, 1 ਸਰਕਲ ਲੈ ਲਓ। ਜਿੰਨੇ ਪਟਵਾਰੀ ਹੈ ਸਾਰੇ ਕਹਿੰਦੇ ਜੀ ਸਾਨੂੰ ਐਡੀਸ਼ਨਲ ਸਰਕਲ ਦਿਵਾਓ, ਸਾਡੇ ਕੋਲੇ 2 ਹੈ, ਸਾਨੂੰ ਤੀਜਾ ਫਲਾਨਾ ਹੋਰ ਸਰਕਲ ਦਵਾ ਦਿਓ। ਕਿਉਂ ਕਰਕੇ ਇਹ ਇੱਕ ਰੀਤ ਰਿਵਾਜ ਬਣ ਗਿਆ ਕਿ ਆਮ ਲੋਕਾਂ ਦੇ ਗਰਦਨ ਤੇ ਛੁਰੀ ਚਲਾ ਕੇ ਤੇ ਆਪਦਾ ਘਰ ਭਰਨੇ, ਪ੍ਰੋਪਰਟੀ ਡੀਲਿੰਗ ਕਰਨੀ, ਵੱਡੀਆਂ ਕੰਪਨੀਆਂ ਦੇ ਏਜੰਟ ਬਣ ਕੇ ਜ਼ਮੀਨਾਂ ਇਕੱਠੀਆਂ ਕਰਕੇ ਦੇਣੀਆਂ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਬਹਿਸ ਦਾ ਜਿਹੜਾ ਕੇਂਦਰ ਬਿੰਦੂ ਹੈ ਸਮੁੱਚੇ ਪੰਜਾਬੀ ਨਾਲ ਜੁੜਿਆ ਵਾ ਸਵਾਲ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁਲਾਜ਼ਮ ਟਕਰਾਅ ਦੇ ਰਾਹ ਕਿਉਂ ਹੈ? ਕਿ ਇਹ ਟਕਰਾਅ ਟਾਲਿਆ ਨਹੀਂ ਜਾ ਸਕਦਾ? ਜਿੱਦਾਂ ਦੀ ਪੰਜਾਬ ਦੀ ਸਥਿਤੀ ਹੈ, ਜਿਹੜੇ ਮੁਲਾਜ਼ਮਾਂ ਦੀ ਆਪਾਂ ਗੱਲ ਕਰ ਰਹੇ ਹਾਂ ਉਹਨਾਂ 'ਚ ਪਟਵਾਰੀ ਆ, ਮਾਲ ਮਹਿਕਮੇ ਨਾਲ ਵੱਖ-ਵੱਖ ਜਿਹੜੀਆਂ ਸ਼ੇਡਸ ਦੇ ਜੁੜੇ ਹੋਏ ਅਧਿਕਾਰੀ ਤੇ ਮੁਲਾਜ਼ਮ ਹੈ। ਸਰਕਾਰ ਵੱਲੋਂ ਸਪਸ਼ਟ ਤੌਰ ਤੇ ਇੱਕ ਦਿਨ ਪਹਿਲਾਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਜੇ ਹੜਤਾਲ ਤੇ ਜਾਓਗੇ ਤਾਂ ਇਸਮਾਂ ਦਾ ਸਾਹਮਣਾ ਕਰਨਾ ਪਏਗਾ। ਮੁਲਾਜ਼ਮਾਂ ਦੇ ਸਾਹਮਣੇ ਬੜੀ ਵੱਡੀ ਚੁਣੌਤੀ ਹੈ। ਉਹਨਾਂ ਦੇ ਵੱਖ-ਵੱਖ ਤਰ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਜੋ ਹੜ੍ਹ ਨਾਲ ਸੰਬੰਧਿਤ ਹੈ ਜਾਂ ਦੂਜੇ ਜਿਹੜੇ ਕੰਮ ਸਾਡੇ ਪੱਕੇ ਤੌਰ ਤੇ ਸਾਡੇ ਲਈ ਨਿਸ਼ਚਿਤ ਹੈ, ਤੈਅ ਹੈ, ਉਹ ਤਾਂ ਅਸੀਂ ਕਰਾਂਗੇ, ਪਰ ਜਿਹੜੇ ਹੋਰ ਦੂਜੇ ਕੰਮ ਦਿੱਤੇ ਜਾ ਰਹੇ ਹੈ ਉਹਨਾਂ ਨੂੰ ਹੱਥ ਨਹੀਂ ਲਾਵਾਂਗੇ। ਔਰ ਕਈ ਜਿਹੜੇ ਧਿਰਾਂ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਰੈਗੂਲਰ ਹੜਤਾਲ ਤੇ ਜਾਣੀ ਜਾ ਰਹੇ ਹਾਂ। ਇਹਨਾਂ ਮੁੱਦਿਆਂ ਨੂੰ ਲੈ ਕੇ, ਮੁੱਦੇ ਉਹਨਾਂ ਦੀ ਤਨਖਾਹ ਨਾਲ, ਉਹਨਾਂ ਦੀ ਪੈਨਸ਼ਨ ਨਾਲ, ਉਹਨਾਂ ਦੀਆਂ ਤਰੱਕੀਆਂ ਨਾਲ, ਕਈ ਮਾਮਲਿਆਂ ਨਾਲ ਜੁੜੇ ਹੋਏ ਹੈ। ਤੇ ਸਰਕਾਰ ਦਾ ਕਹਿਣਾ ਹੈ ਕਿ ਇਹੋ ਜਿਹੀ ਸਥਿਤੀ ਦੇ ਅੰਦਰ ਜੇ ਕੋਈ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਹੜਤਾਲ ਦੀ ਗੱਲ ਹੁੰਦੀ ਹੈ ਜਾਂ ਜਿੱਦਾਂ ਪੰਜਾਬ ਹੜ੍ਹ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ, ਉਹ ਸਥਿਤੀ 'ਚ ਹੜਤਾਲ ਜਿਹੜੀ ਹੈਗੀ ਇਹਨਾਂ ਮੌਕਿਆਂ 'ਤੇ ਬਣਦੀ ਨਹੀਂ। ਖੈਰ, ਨਜ਼ਰੀਆ ਆਪਣਾ ਆਪਣਾ। ਇਸ ਮੁੱਦੇ 'ਤੇ ਜਿਹੜੇ ਮਹਿਮਾਨ ਆਪਣੀ ਬੇਨਤੀ ਪ੍ਰਵਾਨ ਕਰਕੇ ਪੈਨਲ 'ਤੇ ਸਾਡੇ ਨਾਲ ਜੁੜੇ ਹੈ, ਆਓ ਆਪਾਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਜੀ ਆਖਦੇ ਹਾਂ। ਸਾਡੇ ਨਾਲ ਆਮ ਆਦਮੀ ਪਾਰਟੀ ਦੇ ਬੁਲਾਰੇ ਸੁਖਿੰਦਰ ਸਿੰਘ ਬੱਬੀ ਬਾਦਲ ਨੇ, ਇਸੇ ਤਰੀਕੇ ਨਾਲ CPI ਦੇ ਸਕੱਤਰ ਬੰਤ ਬਰਾੜ ਨੇ, ਸ਼੍ਰੋਮਣੀ ਅਕਾਲੀ ਦਲ ਦੇ ਕੱਦਾਵਰ ਬੁਲਾਰੇ ਹਰਜੀਤ ਭੁੱਲਰ ਤੇ ਕੁਝ ਸੈਕਿੰਡ ਦੇ ਵਿੱਚ ਹੀ ਸਾਡੇ ਨਾਲ ਕਾਂਗਰਸ ਪਾਰਟੀ ਦੇ ਕੱਦਾਵਰ ਬੁਲਾਰੇ ਅਰਸ਼ਪ੍ਰੀਤ ਖਡਿਆਲ ਉਹ ਵੀ ਜੁਆਇਨ ਕਰ ਰਹੇ ਹੈ। ਸਾਰੇ ਮਹਿਮਾਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ, ਜੀ ਆਖਦੇ ਹਾਂ। ਬੱਬੀ ਬਾਦਲ, ਪਹਿਲਾ ਸਵਾਲ ਬਣਦਾ ਵੀ ਤੁਹਾਡੇ ਤੋਂ ਹੈ ਕਿ ਜੋ ਟਕਰਾਅ ਵਾਲੀ ਸਥਿਤੀ ਬਣੀ ਵੀ ਹੈ, ਮੁਲਾਜ਼ਮ ਕਹਿੰਦੇ ਕਿ ਸਾਡੀਆਂ ਵਾਜਬ ਗੱਲਾਂ ਹੈ,
ਸਰਕਾਰ ਕਹਿੰਦੀ ਹੈ ਕਿ ਅਜਿਹੀ ਸਥਿਤੀ ਦੇ ਵਿੱਚ ਕਿਉਂ ਇਹ ਸਵਾਲ ਉਠਾਏ ਜਾ ਰਹੇ ਹੈ ਤੇ ਫਿਰ ਹੜਤਾਲ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਹ ਸਥਿਤੀ ਨੂੰ ਟਕਰਾਅ ਦੀ ਥਾਂ ਗੱਲਬਾਤ 'ਚ ਨਹੀਂ ਬਦਲਿਆ ਜਾ ਸਕਦਾ ਸੀ? ਬੱਬੀ ਬਾਦਲ ਜੀ, ਬਿਲਕੁਲ ਸਿੱਧੂ ਸਾਹਿਬ, ਮੈਂ ਤੁਹਾਡੇ ਮਾਧਿਅਮ ਨਾਲ ਬੜੀ ਜ਼ਿੰਮੇਵਾਰੀ ਨਾਲ ਦੱਸਣਾ ਚਾਹੁੰਦਾ ਹੈ ਕਿ ਸਭ ਤੋਂ ਪਹਿਲਾਂ ਮੈਂ 3 ਪੁਆਇੰਟ ਅੱਗੇ ਰੱਖਣੇ ਹੈ। ਪਹਿਲਾ ਪੁਆਇੰਟ ਇਹ ਹੈ ਕਿ ਸਰਕਾਰ ਨਾਲ ਜਦੋਂ ਮੀਟਿੰਗ ਫਿਕਸ ਹੋ ਗਈ ਸੀ ਪਟਵਾਰੀਆਂ ਦੀ ਯੂਨੀਅਨ ਦੀ, ਦੇਖੋ ਪੰਜਾਬ 'ਚ 1700 ਪਟਵਾਰੀ ਹੈ ਜੀ ਤੇ ਤਕਰੀਬਨ 4700 ਹਲਕਾ ਹੈ ਪਟਵਾਰੀਆਂ ਦਾ। ਇਹ ਕਹਿੰਦੇ ਹੈ ਕਿ ਜੋ ਇਹਨਾਂ ਨੇ ਆਫੀਸ਼ੀਅਲ ਕਾਰਨ ਦਿੱਤਾ ਹੈ, ਕਿਤਾਬੀ ਕਾਰਨ ਦਿੱਤਾ ਹੈ, ਉਹ ਹੈ ਕਿ ਸਾਡੇ ਤੇ ਕੰਮ ਦਾ ਬਹੁਤ ਜ਼ਿਆਦਾ ਹੈ। ਦੂਜਾ ਅਸਲੀ ਕਾਰਨ ਇਹ ਹੈ ਕਿ ਜਿਹੜੇ 2 ਬੰਦੇ ਪਟਵਾਰੀ, ਇੱਕ ਕਾਨੂੰਗੋ ਅਰੈਸਟ ਹੋਏ ਔਰ ਉਹਨਾਂ ਤੇ ਮੁਕੱਦਮਾ ਦਰਜ ਹੋਇਆ ਹੈ, ਇਹ ਭ੍ਰਿਸ਼ਟਾਚਾਰ ਦੀ ਲੜਾਈ ਵਿੱਚ ਇਹ ਕਹਿੰਦੇ ਆ ਜੀ ਉਹਨਾਂ ਨੂੰ ਛੱਡੋ ਔਰ ਇਹ ਚਾਹੁੰਦੇ ਹੈ ਕਿ ਉਹਨਾਂ ਤੇ ਕਾਰਵਾਈ ਨਾ ਹੋਵੇ। ਲੇਕਿਨ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਤੁਸੀਂ ਜਦੋਂ ਮੀਟਿੰਗ ਫਿਕਸ ਹੋਈ ਸੀ ਤਾਂ ਕਲਮ ਛੋੜ ਧਮਕੀ ਕਿਉਂ ਦਿੱਤੀ ਕਿ ਅਸੀਂ ਕਲਮ ਛੋੜ ਸਟ੍ਰਾਈਕ ਕਰਾਂਗੇ? ਹੁਣ ਦੇਖੋ ਸਰਕਾਰ ਨਾਲ ਮੀਟਿੰਗ ਫਿਕਸ ਹੈ, ਤੁਸੀਂ ਸਰਕਾਰ ਦੇ ਸਿਰ ਤੇ ਤਲਵਾਰ ਲਟਕਾ ਰਹੇ ਹੋ। ਸਭ ਤੋਂ ਪਹਿਲਾਂ ਮਾਲ ਵਿਭਾਗ ਵਿੱਚ ਇੰਨੀਆਂ ਕੰਪਲੇਂਟਾਂ ਆਉਂਦੀਆਂ ਆਮ ਲੋਕਾਂ ਦੀਆਂ ਕਿ ਸਾਰਾ ਅੱਛਾ, ਸਭ ਅੱਛਾ ਨਹੀਂ ਹੈ। ਮਾਲ ਵਿਭਾਗ ਦੇ ਰਿਕਾਰਡਾਂ ਵਿੱਚ ਵੀ ਔਰ ਭ੍ਰਿਸ਼ਟਾਚਾਰ ਕਰਕੇ ਵੀ ਬਹੁਤ ਸਾਰੀਆਂ ਕੰਪਲੇਂਟਾਂ ਨੇ। ਮੈਂ ਪਟਵਾਰ ਯੂਨੀਅਨ ਨੂੰ ਕਹਿਣਾ ਹੈ ਕਿ ਅਸੀਂ ਸਾਰੇ ਪਟਵਾਰੀਆਂ ਨੂੰ ਇੱਕ ਰੱਸੇ ਨਹੀਂ ਬੰਨ੍ਹਦੇ। ਮੈਂ ਨਹੀਂ ਕਹਿੰਦਾ ਕਿ ਕੋਈ ਸਾਰੇ ਪਟਵਾਰੀ ਮਾੜੇ ਹੈ ਜਾਂ ਕੋਈ ਇਸ ਤਰੀਕੇ ਨਾਲ, ਬੜਾ ਪੁਰਾਣਾ ਗੌਰਵੀ ਖਿੱਤਾ ਹੈ ਇਹ ਪਟਵਾਰੀ ਦਾ ਜਿਹੜਾ ਪੋਸਟ ਹੈ, ਬੜੀ ਪੁਰਾਣੀ ਹੈ, ਮੁਗਲ ਵੇਲੇ ਦੀ ਹੈ ਇਹ। ਸੋ ਮੈਂ ਇਹ ਕਹਿਣਾ ਹੈ ਕਿ ਤੁਹਾਨੂੰ ਵੀ ਪਤਾ ਹੈ ਸੱਚਾਈ ਦਾ। ਜਦੋਂ ਤੁਸੀਂ ਸਰਕਾਰ ਦੇ ਸਿਰ ਤੇ ਪਿਸਤੌਲ ਰੱਖਣ ਦੀ ਕੋਸ਼ਿਸ਼ ਕਰਦੇ ਹੋ, ਆਮ ਲੋਕਾਂ ਨੂੰ ਤੁਸੀਂ ਜਨ ਜੀਵਨ ਨੂੰ ਅਸਤ ਵਿਅਸਤ ਕਰਨ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ ਚਾਹੁੰਦੇ ਹੋ ਸਾਰਾ ਪੰਜਾਬ ਪੈਰਾਲਾਈਜ਼ ਹੋ ਜੇ, ਫਿਰ ਸਾਨੂੰ ਜਗਤਾਰ ਜੀ ਇਹ ਦੇਖਣਾ ਪੈਂਦਾ ਹੈ ਕਿ ਆਮ ਲੋਕਾਂ ਦਾ ਹੜ੍ਹ ਦੇ ਕਾਰਨ ਨੁਕਸਾਨ ਹੋਇਆ, ਕਿਹੜਾ ਸਮਾਂ ਤੁਸੀਂ ਚੁਣ ਰਹੇ ਹੋ, ਨੰਬਰ 1 ਤੇ। ਨੰਬਰ 2 ਦੀ ਗੱਲ ਇਹ ਹੈ ਕਿ ਤੁਹਾਨੂੰ ਜਦੋਂ ਮੀਟਿੰਗ ਫਿਕਸ ਹੈ ਤੁਸੀਂ ਫੇਰ ਧਮਕੀਆਂ ਦੇ ਰਹੇ ਹੋ। ਕਦੇ ਦੇਖੋ, ਚਾਹੇ ਮੁੱਖ ਮੰਤਰੀ ਵੀ ਲੋਕਾਂ ਦਾ ਸੇਵਾਦਾਰ ਹੈ, ਲੋਕਾਂ ਦਾ ਸੇਵਕ ਹੈ, ਲੋਕਾਂ ਦਾ ਨੌਕਰ ਹੈ, ਲੇਕਿਨ ਫਿਰ ਪਟਵਾਰੀ ਵੀ ਮੁੱਖ ਮੰਤਰੀ ਦੀ ਟੀਮ ਦੇ ਮੈਂਬਰ ਹੈ। ਤੁਸੀਂ ਸੰਵੇਦਨਸ਼ੀਲ ਟਾਈਮ ਤੇ ਧਮਕੀਆਂ ਤੇ ਉਤਰ ਆਏ, ਬਲੈਕਮੇਲ ਤੇ ਉਤਰ ਆਏ। ਔਰ ਤੁਸੀਂ ਬਾਦਲ ਜੀ, ਆਮ ਸੌਰੀ ਵਿੱਚੋਂ ਟੋਕਣ ਲੱਗਿਆ, ਦੇਖੋ ਧਮਕੀਆਂ ਦੀ ਜਦੋਂ ਆਪਾਂ ਮੁਲਾਜ਼ਮਾਂ ਦੀ ਗੱਲ ਕਰਦੇ ਹਾਂ, ਪਰ ਸਰਕਾਰ ਵੱਲੋਂ ਵੀ ਤਾਂ ਸਿਰੇ ਦਾ ਪਹਾੜ ਉਹਨਾਂ ਦੇ ਸਿਰ ਤੇ ਲਿਆ ਕੇ ਰੱਖਿਆ ਗਿਆ ਨਾ। ਦੇਖੋ ਐਸਮਾ ਲਾਗੂ ਹੋ ਗਿਆ ਤੁਹਾਡੇ ਲਈ, ਆਓ ਹੁਣ ਹੜਤਾਲ ਤੇ। ਸਿੱਧੂ ਸਾਹਿਬ, ਜਿਹੜਾ ਐਸਮਾ ਹੈ ਇਹ 1968 ਵਿੱਚ ਪਾਰਲੀਮੈਂਟ 'ਚ ਕਾਨੂੰਨ ਬਣਿਆ ਸੀ ਔਰ 1947 ਦਾ ਚੱਲਦਾ ਹੈ। ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸਰਕਾਰਾਂ ਨੇ ਇਹਨੂੰ ਲਾਗੂ ਕੀਤਾ ਹੈ ਜੀ। ਅਸੀਂ ਮੁੱਖ ਮੰਤਰੀ ਜੀ ਨੇ ਬੜੀ ਨਿਮਰਤਾ ਨਾਲ ਪਹਿਲਾਂ ਬੇਨਤੀ ਕੀਤੀ ਕਿ ਤੁਸੀਂ ਹੜਤਾਲ ਤੇ ਨਾ ਜਾਓ। ਪਹਿਲਾਂ ਹੁਣ ਜਦੋਂ ਸਰਕਾਰ ਆਮ ਲੋਕਾਂ ਦਾ ਸੁਵਿਧਾ ਨਾ ਵੇਖੇ, ਆਮ ਪੰਜਾਬੀਆਂ ਦੇ ਜੇ ਅਸੀਂ ਨੌਕਰ ਹੈ ਤਾਂ ਜਿਨ੍ਹਾਂ ਨੇ ਸਾਨੂੰ ਫਤਵਾ ਦੇ ਕੇ ਇੱਥੇ ਪਾਇਆ ਹੈ, ਅਸੀਂ ਉਹਨਾਂ ਦਾ ਜੇ ਸੁਖਾਵਾਂ ਮਾਹੌਲ ਨਹੀਂ ਦੇਖਣਾ, ਫਿਰ ਸਾਨੂੰ ਇੱਥੇ ਬਹਿਣ ਦਾ ਕੋਈ ਹੱਕ ਨਹੀਂ ਨਾ। ਮੈਂ ਫਿਰ ਵੀ ਇੱਕ ਬੇਨਤੀ ਇਹ ਵੀ ਕਰਦਾ ਹੈ, ਪਟਵਾਰ ਯੂਨੀਅਨ ਹੁਣ ਵੀ ਹਲੀਮੀ ਨਾਲ, ਨਿਮਰਤਾ ਨਾਲ ਗੱਲ ਕਰੇ। ਦੇਖੋ ਜਿਹੜੀ ਗੱਲ ਹੈ ਕਿ ਵੱਧ ਮੈਨ ਪਾਵਰ ਭਰਤੀ ਕਰਨ ਦੀ, 1090 ਪਟਵਾਰੀਆਂ ਨੂੰ ਟ੍ਰੇਨਿੰਗ ਲਗਭਗ ਪੂਰੀ ਹੋ ਚੁੱਕੀ ਆ ਉਹਨਾਂ ਦੀ। 1090 ਅਸੀਂ ਉਹਨਾਂ ਨੂੰ ਸਿਰਫ ਜੁਆਇਨਿੰਗ ਲੈਟਰ ਹੀ ਦੇਣੇ ਬਾਕੀ ਰਹਿੰਦੇ ਨੇ ਤੇ 710 ਪਟਵਾਰੀ ਮੈਰਿਟ ਲਿਸਟ ਬਣ ਗਈ ਹੈ ਤੇ ਉਹਨਾਂ ਦੀ ਟ੍ਰੇਨਿੰਗ ਸ਼ੁਰੂ ਹੋਣ ਜਾ ਰਹੀ ਹੈ। ਸੋ ਕਹਿੰਦਾ ਗੱਲ ਲੰਬੀ ਦੇਖੋ ਹੋ ਜਾਂਦੀ ਹੈ। ਫਿਰ ਇੱਕ ਸਵਾਲ ਜਿਹੜਾ ਉਹਨਾਂ ਜਥੇਬੰਦੀ ਵੱਲੋਂ ਉਠਾਇਆ ਜਾ ਰਿਹਾ, ਕਹਿੰਦੇ ਕਿ ਮੁੱਖ ਮੰਤਰੀ ਨੇ ਕਿਹਾ ਕਿ ਤੁਹਾਡੀ ਥਾਂ ਮੈਂ ਨਵੀਂ ਭਰਤੀ ਕਰ ਲਾਂਗਾ। ਉਹ ਕਹਿੰਦੇ ਕਿ ਸੈਂਕੜੇ ਪੋਸਟਾਂ ਖਾਲੀ ਪਈਆਂ, ਫਿਰ ਮੁੱਖ ਮੰਤਰੀ ਭਰ ਲੈਣਾ, ਕੱਲ ਤੋਂ ਨਵੇਂ ਬੰਦੇ ਲਿਆ ਕੇ ਬਹਾ ਦੇਣ ਸੀਟਾਂ ਤੇ। ਸਿੱਧੂ ਸਾਹਿਬ, ਇੱਕ 에ਅਰ ਟ੍ਰੈਫਿਕ ਕੰਟਰੋਲਰ ਹੁੰਦਾ ਹੈ, ਜਿਹੜਾ ATC ਦੇ ਮੁਲਾਜ਼ਮ ਹੁੰਦੇ ਆ, ਜਦੋਂ ਜਹਾਜ਼ ਆਉਂਦੇ ਆ ਉਹ ਗਾਈਡ ਕਰਦੇ ਆ। ਉਹ ਐਡੀ ਐਸੈਂਸ਼ੀਅਲ ਸੇਵਾ ਹੈ ਕਿ ਇੱਕ ਜਹਾਜ਼ ਦੇ ਵਿੱਚ ਇੱਕ ਬੰਦਾ, ਉਹਨੂੰ ਜਹਾਜ਼ ਦੇ ਵਿੱਚ ਯਾਤਰੀ ਹੁੰਦੇ ਆ, ਉਹਨੂੰ ਥੱਲੇ ਲਾਉਣਾ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਜੀ। ਉਸ ਤੋਂ ਬਾਅਦ ਹਸਪਤਾਲਾਂ ਵਿੱਚ ਅੱਜ ਕੱਲ੍ਹ ਆਨਲਾਈਨ ਚੱਲ ਪਿਆ, ਆਨਲਾਈਨ ਮਰੀਜ਼ ਦਾ ਡਾਟਾ ਹੁੰਦਾ ਹੈ, ਆਨਲਾਈਨ ਸਰਵਿਸਿਜ਼ ਹੁੰਦੀਆਂ। ਉਵੇਂ ਜਿਵੇਂ ਹੜ੍ਹਾਂ ਦੇ ਟਾਈਮ ਪਟਵਾਰੀ ਦਾ ਰੋਲ ਇਹੋ ਜਿਹਾ ਹੈ, ਜਿਵੇਂ ਜਹਾਜ਼ ਨੂੰ 에ਅਰ ਟ੍ਰੈਫਿਕ ਕੰਟਰੋਲਰ ਦੀ ਲੋੜ ਹੁੰਦੀ ਹੈ, ਉਵੇਂ ਸਰਕਾਰਾਂ ਨੂੰ ਪਟਵਾਰੀ ਦੀ ਸੇਵਾ ਦੀ ਲੋੜ ਹੈ। ਤੁਸੀਂ ਸਾਨੂੰ ਮਜਬੂਰ ਕਰ ਰਹੇ ਹੋ ਇਹ ਗੱਲ ਕਰਨ ਤੇ। ਅਸੀਂ
ਅਸੀਂ ਇਸ ਸੰਵੇਦਨਸ਼ੀਲ ਮੌਕੇ ਤੇ ਜਿਹੜਾ ਮੁੱਖ ਮੰਤਰੀ ਜੀ ਨੇ ਕਿਹਾ ਕਿ ਗੁਰੂ ਮਹਾਰਾਜ ਨੇ ਤੁਹਾਨੂੰ ਜੇ ਕਲਮ ਫੜਾਈ ਹੈ ਤਾਂ ਕਿਰਪਾ ਕਰਕੇ ਲੋਕਾਂ ਦੀ ਸੇਵਾ ਵਿੱਚ ਲਗਾਓ। ਥੈਂਕ ਯੂ ਵੈਰੀ ਮਚ। ਆਪਾਂ ਇਸ ਮੁੱਦੇ ਤੇ ਫੇਰ ਹੋਣੇ ਵਾਪਸ ਤੁਹਾਡੇ ਵੱਲ ਇਸ ਮੁੱਦੇ ਤੇ ਲੈਣੇ ਜੋ ਇਸ਼ੂ ਉੱਭਰ ਕੇ ਸਾਹਮਣੇ ਆ ਰਿਹਾ। ਬਰਾੜ ਸਾਹਿਬ, ਤੁਹਾਡਾ ਵੀ ਬੜਾ ਤਜਰਬਾ ਹੈ, ਮੁਲਾਜ਼ਮ ਜਥੇਬੰਦੀਆਂ ਦੇ ਨਾਲ ਲੰਬੇ ਸਮੇਂ ਤੋਂ ਤੁਸੀਂ ਜੁੜੇ ਹੋਏ ਹੋ, ਸੇਵਾ 'ਚ ਲੱਗੇ ਹੋਏ ਹੋ। ਜੋ ਸਥਿਤੀ ਹੈ ਇਸ ਵੇਲੇ ਬਣੀ ਵੀ ਹੈ, ਇੱਕ ਪਾਸੇ ਪੰਜਾਬ ਦੇ ਮੁਲਾਜ਼ਮ ਖਾਤੇ ਦੇ ਆਪਾਂ ਮਾਲ ਮਹਿਕਮੇ ਦੀ ਗੱਲ ਕਰਦੇ ਹਾਂ, ਉਹ ਕਹਿੰਦੇ ਸਾਡੇ ਤੇ ਐਸਮਾ ਲਗਾ ਦਿੱਤਾ, ਸਾਡੀਆਂ ਵਾਜਬ ਗੱਲਾਂ ਹੈਗੀਆਂ, ਔਰ ਇਹ ਵੀ ਕਿਹਾ ਕਿ ਅਸੀਂ ਸਰਕਾਰ ਦਾ ਟਾਕਰਾ ਕਰਾਂਗੇ ਜੇ ਸਾਡੇ ਨਾਲ ਜ਼ਾਤੀਆਂ ਹੋਣਗੀਆਂ, ਹਾਈ ਕੋਰਟ ਜਾਣ ਦੀ ਗੱਲ ਵੀ ਕਰ ਰਹੇ ਆ। ਇਹ ਸਥਿਤੀ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਜੋ ਇਸ ਵੇਲੇ ਬਣ ਰਹੀ ਹੈ? ਦੇਖੋ ਜਗਤਾਰ ਜੀ, ਪਹਿਲੀ ਗੱਲ ਤਾਂ ਵੀ ਪੰਜਾਬ ਸਰਕਾਰ ਦਾ ਜਿਹੜਾ ਇਹ ਕਦਮ ਹੈ ਇਲ ਐਡਵਾਈਜ਼ਡ ਹੈ, ਅੱਛੀ ਨਸੀਹਤ ਨਹੀਂ। ਜਿਹੜੇ ਸਲਾਹਕਾਰਾਂ ਨੇ ਗਲਤ ਪਾਸੇ ਡਾਇਰੈਕਸ਼ਨਲੈਸ ਕਰ ਦਿੱਤਾ ਭਗਵੰਤ ਮਾਨ ਨੂੰ, ਮੁੱਖ ਮੰਤਰੀ ਸਾਹਿਬ ਪੰਜਾਬ ਸਰਕਾਰ ਨੂੰ। ਔਰ ਇਹ ਕੋਈ ਏਡਾ ਵੱਡਾ ਉਹਨਾਂ ਨੇ ਕੋਈ ਨਾ ਹੜਤਾਲ ਕੀਤੀ ਹੈ, ਨਾ ਜੇ ਗੱਲ ਹੀ ਕੀਤੀ ਹੈ, ਜੇ ਪਿੰਨ ਡਾਊਨ ਸਟ੍ਰਾਈਕ ਦੀ ਗੱਲ ਕੀਤੀ ਹੈ, ਫਿਰ ਹੜਤਾਲ ਦੀ ਗੱਲ ਕੀਤੀ ਹੈ, ਆਪਣੇ ਇਸ਼ੂ ਕੀਤੇ, ਮੰਗੇ ਉਠਾਏ। ਇੱਕਦਮ ਉਹਨਾਂ ਤੁਸੀਂ ਏਡਾ ਵੱਡਾ ਹਮਲਾ ਕਰ ਦਿਓ, ਐਸਮਾ ਲਾ ਦਿਓ। ਮੇਰਾ ਖਿਆਲ ਹੈ ਕਈ ਸਾਲਾਂ ਬਾਅਦ ਐਸਮਾ ਲੱਗਾ। ਔਰ ਇਹ ਵੀ ਉਹ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਹੈ। ਜਿੱਥੋਂ ਤੱਕ ਆਮ ਆਦਮੀ ਸਰਕਾਰ ਲੋਕਾਂ ਨੂੰ, ਇਹ ਭਾਈ ਸਾਹਿਬ ਵੀਰ ਜੀ ਨੇ ਗੱਲ ਕੀਤੀ, ਬਾਦਲ ਸਾਹਿਬ ਨੇ, ਆਮ ਆਦਮੀ ਤਾਂ ਇਹ ਤਾਂ ਕਈ ਲੱਖ ਹੈ ਮੁਲਾਜ਼ਮ ਜਿਹੜੇ, ਇਹ ਵੀ ਆਮ ਆਦਮੀ ਹੈ। ਇਹ ਕੀ ਹੈ, ਇਹਨਾਂ ਨੇ ਤਾਂ ਵੋਟਾਂ ਪਾਈਆਂ। ਪਰ ਮੈਂ ਬੇਨਤੀ ਕਰਨਾ ਚਾਹੁੰਦਾ, ਜੇ ਇਸ਼ੂ ਸਰਕਾਰ ਦਾ ਇੰਨਾ ਪਾਵਰਫੁਲ ਹੈ ਤੇ ਫਿਰ ਸਾਰੇ ਮੁਲਾਜ਼ਮ ਕਿਉਂ ਖਿਲਾਫ ਹੋ ਗਏ? ਸਾਰਾ ਮੁਲਾਜ਼ਮ ਜਿਹੜਾ ਉਹਨਾਂ ਨੂੰ ਠੰਡਾ ਕਰਨਾ, ਉਹਨਾਂ ਨੂੰ ਕੂਲ ਡਾਊਨ ਕਰਨਾ, ਉਹਨਾਂ ਨਾਲ ਗੱਲ ਕਰਨੀ ਬਣਦੀ ਹੈ ਕਿ ਨਹੀਂ ਸਰਕਾਰ ਦੀ? ਫਿਰ ਇਸ਼ੂ ਹੈ 5000 ਮੁਲਾਜ਼ਮ ਆ ਜੀ ਲਗਭਗ। 5000 ਚੋਂ ਯੂਨੀਅਨ ਦਾ ਕਹਿਣਾ ਇਹ ਹੈ, ਇਹ ਮਾਲ ਜਿਹੜੇ ਮਹਿਕਮੇ ਦੇ ਆ, ਇਹ 'ਚੋਂ 3500 ਪੋਸਟਾਂ ਖਾਲੀ ਆ ਜੀ, 3500 ਪੋਸਟਾਂ। ਹੁਣ ਐਡਾ ਵੱਡਾ ਲੋਡ, ਇੰਨਾ ਵੱਡਾ ਕੰਮ, ਫਿਰ ਮੀਗਰ ਜੀਆਂ ਤਨਖਾਹਾਂ ਦੇਣੀਆਂ, ਉਹਨਾਂ ਨੂੰ ਦਿਹਾੜੀ 'ਤੇ ਰੱਖੇ ਜਾਣਾ, ਉਹਨਾਂ ਨੂੰ 5-5000 ਰੁਪਈਆ ਦੇਣਾ। ਔਰ ਇਹਨਾਂ ਨੇ ਕਿਹਾ ਸੀ ਕੱਚੇ ਵਰਕਰ ਪੱਕੇ ਕਰਾਂਗੇ, ਸਾਰੇ ਪੰਜਾਬ ਦੇ ਵਰਕਰ ਕੋਈ ਕੱਚੇ 10,000 ਕਰਤਾ ਜੀ, 20,000 ਕਰਤਾ, ਉਹੀ ਰੌਲਾ ਪਾਈ ਜਾਂਦੇ ਹੈ। ਬਹੁਤ ਵੱਡੀ ਗਿਣਤੀ ਹਾਹਾਕਾਰ ਮਚਿਆ। ਨਾ ਕੋਈ ਓਲਡ ਪੈਨਸ਼ਨ ਸੀ ਲਾਗੂ ਕੀਤੀ ਇਹਨਾਂ ਨੇ, ਕਾਫੀ ਮਸਲੇ ਆ, ਵੇਕੈਂਟ ਸੀਟਾਂ ਪੂਰੀਆਂ ਕਰਨੀਆਂ ਚਾਹੁੰਦੇ ਆ, ਆਪਣੇ ਇਸ਼ੂ ਜਿਹੜੇ ਹੱਲ ਕਰਨਾ ਚਾਹੁੰਦੇ। ਮੈਂ ਬੇਨਤੀ ਕਰਨਾ ਚਾਹੁੰਦਾ, ਸਰਕਾਰ ਤੋਂ ਅਜੇ ਵੀ ਲੋਕਾਂ ਨੂੰ ਆਸ ਹੈ। ਜਿਸ ਆਸ ਨਾਲ ਲੋਕਾਂ ਨੇ ਇਹਨੂੰ ਸਰਕਾਰ ਨੂੰ ਬਣਾਇਆ ਸੀ, ਉਸ ਤੋਂ ਪਿੱਛੇ ਹਟ ਰਹੀ ਹੈ। ਪੰਜਾਬ ਦੇ ਬੁਨਿਆਦੀ ਮਸਲੇ ਜਿਹੜੇ ਹੈ, ਅਮਨ ਕਾਨੂੰਨ ਦੀ ਹਾਲਤ ਹੈ, ਗੈਂਗਸਟਰ ਕਿਲਿੰਗ ਜਿਹੜੀ ਆ ਲਗਾਤਾਰ ਵੱਧ ਰਹੇ ਹੈ, ਡਾਕੇ ਵੱਧ ਰਹੇ ਹੈ, ਕਤਲ ਹੋ ਰਹੇ ਹੈ। ਔਰ ਨਾ ਹੀ ਆਹ ਜਿਹੜਾ ਇਸ਼ੂ ਹੈ ਜਿਹੜਾ ਰੇਤਾ ਤੇ ਬਜਰੀ ਦਾ, ਉਹ ਹੱਲ ਹੋਇਆ। ਇਹ ਬਲਕਿ ਖੁਦ ਜਿਹੜੇ ਰੂਲਿੰਗ ਪਾਰਟੀ ਦੇ ਐਲੀਮੈਂਟ ਹੈ, ਕਈ ਥਾਂ ਤੇ ਐਮਐਲਏ ਜਿਹੜੇ ਹੈ ਉਹ ਨਾਲ ਕਰਵਾ ਰਹੇ ਆ, ਕੋਈ ਇਹਨਾਂ ਦਾ ਕੰਟਰੋਲ ਹੋਇਆ ਹੀ ਨਹੀਂ ਕਿਸੇ ਪਾਸੇ ਤੋਂ। ਸੋ ਮੈਂ ਬੇਨਤੀ ਨਾ ਨਸ਼ਾ ਜਿਹੜਾ ਉਹ ਖਤਮ ਹੋਇਆ, ਨਸ਼ਾ। ਮੈਂ ਬੇਨਤੀ ਕਰਦਾ, ਇਹ ਸਾਰੇ ਸਵਾਲ ਜਿਹੜੇ ਹੈ ਇਹਨਾਂ ਵੱਲ ਧਿਆਨ ਤੁਸੀਂ ਦਿਓ, ਪ੍ਰਾਇਮਰੀ ਇਹਨਾਂ ਵੱਲ ਧਿਆਨ ਦਿਓ ਜੀ। ਸੌਰੀ, ਜਿਹੜਾ ਇਹ ਗੱਲ ਕਹਿ ਰਿਹਾ, ਇਹ ਕਹਿ ਰਿਹਾ ਕਿ ਵੀ ਜਦੋਂ ਇਸ ਵੇਲੇ ਪੰਜਾਬ ਵੱਡੇ ਹੜ੍ਹ ਸੰਕਟ ਦਾ ਸਾਹਮਣਾ ਕਰਨਾ ਕਰ ਰਿਹਾ, ਤਾਂ ਇਸ ਵੇਲੇ ਜਿਹੜੀ ਹੜਤਾਲ ਕਰਨੀ ਉਹ ਕਿੰਨੀ ਕੁ ਵਾਜਬ ਹੈ? ਇਹ ਸਵਾਲ ਵੀ ਸਰਕਾਰ ਵੱਲੋਂ ਉਠਾਇਆ ਜਾ ਰਿਹਾ। ਮੇਰੀ ਬੇਨਤੀ ਜਗਤਾਰ ਜੀ ਇਹ ਹੈ, ਹੜ੍ਹ ਪੀੜਤਾਂ ਦੇ ਪ੍ਰਤੀ ਸਰਕਾਰ ਨੇ ਕੀ ਕੁਛ ਕੀਤਾ, ਇਹ ਥੋੜਾ ਜਿਹਾ ਵਾਈਟ ਪੇਪਰ ਦੱਸਣ ਨਾ ਕੀ ਕੀਤਾ। ਜੇ ਹੋਇਆ ਹੀ ਕੁਛ ਨਹੀਂ, ਕਿਸਾਨਾਂ ਦੇ ਮਸਲੇ ਸਾਰੇ ਕੁਛ, ਲੋਕੀ ਤਾਂ ਰੋਈ ਜਾਂਦੇ, ਪਿੱਟੀ ਜਾਂਦੇ ਵਿਚਾਰੇ, ਨਾ ਘਰਾਂ ਦਾ ਕੁਛ ਹੋਇਆ, ਨਾ ਮੁਆਵਜ਼ਾ ਮਿਲਿਆ, ਇਹਨਾਂ ਤੋਂ ਗਿਰਦਾਵਰੀ ਨਹੀਂ ਪੂਰੀ ਅਜੇ ਹੋਈ। ਪ੍ਰੋਬਲਮ ਤਾਂ ਇਹ ਹੈ ਨਾ। ਔਰ ਫਿਰ ਦੂਜੀ ਗੱਲ ਹੈ ਵੀ ਮੁਲਾਜ਼ਮਾਂ ਨੇ ਕਲੀਅਰ ਕੱਟ ਕਿਹਾ ਵੀ ਅਸੀਂ ਕਿਸੇ ਨੂੰ ਇਸ ਤਰ੍ਹਾਂ ਸਾਡੇ ਤੇ ਇਹ ਨਹੀਂ ਆਉਣ ਦੇਵਾਂਗੇ ਰੋਸ, ਜਾਂ ਸਾਡੇ ਤੇ ਇਹ ਸਾਡੇ ਦੋਸ਼ ਲੱਗੇ ਕਿ ਅਸੀਂ ਇਹਨਾਂ ਮੌਕਿਆਂ ਦੇ ਉੱਤੇ ਅਸੀਂ ਹੜ੍ਹ ਪੀੜਤਾਂ ਦੇ ਖਾਤਰ ਨਹੀਂ ਖੜੇ, ਡਟ ਕੇ ਖੜਾਂਗੇ। ਇਹ ਦਿੱਤੇ ਔਰ ਡਟ ਕੇ ਕਿਹਾ ਉਹਨਾਂ ਨੇ। ਥੈਂਕ ਯੂ ਵੈਰੀ ਮਚ। ਫੇਰ ਆਨੇ ਬਰਾੜ ਸਾਹਿਬ ਤੁਹਾਡੇ ਵਾਲੇ ਇਸੇ ਮੁੱਦੇ ਤੇ। ਪੁੱਲਰ ਸਾਹਿਬ, ਜਿਸ ਮਾਮਲੇ ਦੀ ਆਪਾਂ ਗੱਲ ਕਰ ਰਹੇ ਹਾਂ, ਅਕਾਲੀ ਦਲ ਇਸ ਨਜ਼ਰੀਏ ਤੇ ਕਿਵੇਂ ਦੇਖਦਾ? ਕਿਉਂਕਿ ਐਸਮਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਪਿਛਲੀਆਂ ਸਰਕਾਰਾਂ ਵੇਲੇ ਵੀ ਕਦੇ ਨਾ ਕਦੇ, ਜਿੱਦਾਂ ਬਰਾੜ ਜੀ ਨੇ ਸੰਕੇਤ ਦਿੱਤਾ, ਲੱਗਦਾ ਰਿਹਾ ਪਹਿਲੀ ਵਾਰੀ ਨਹੀਂ ਪੰਜਾਬ 'ਚ ਕੋਈ ਐਸਮਾ ਲੱਗਿਆ। ਸਿੱਧੂ ਸਾਹਿਬ, ਜਿਹੜੀ ਪਾਰਟੀ ਧਰਨਿਆਂ ਦੇ ਵਿੱਚੋਂ ਦੀ ਪੈਦਾ ਹੋਈ ਹੋਵੇ, ਜਿਹੜੀ ਧਰਨਿਆਂ ਦੇ ਸਿਰ ਦੇ ਉੱਤੇ ਅੱਜ ਰਾਜ ਭਾਗ 'ਚ ਪਹੁੰਚੀ ਹੋਵੇ ਜੀ, ਔਰ ਜਿਹੜੀ ਟੈਂਕੀਆਂ ਤੇ ਚੜ੍ਹ ਕੇ ਮੁਲਾਜ਼ਮਾਂ ਨੂੰ ਜਾ ਕੇ ਉਹਨਾਂ ਦੇ ਜਿੱਥੇ ਟੈਂਟ ਲੱਗੇ ਹੁੰਦੇ ਸੀ ਉਹਨਾਂ ਜਾ ਕੇ ਇਹ ਹੌਸਲਾ ਦਿੰਦੇ ਹੋਣ ਵੀ ਸਾਨੂੰ ਆ ਲੈਣ ਦਿਓ, ਅਸੀਂ ਕੋਈ ਹੜਤਾਲ ਨਹੀਂ ਹੋਣ ਦੇਣੀ, ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰ ਦੇਣੀਆਂ। ਲੇਕਿਨ ਮੈਨੂੰ ਲੱਗਦਾ ਕਿ ਉਹਨਾਂ ਮੁਲਾਜ਼ਮਾਂ ਨੂੰ ਜਿਹੋ ਜਿਹਾ ਝੂਠ ਫਰੇਬ ਦਿਖਾ ਕੇ, ਔਰ ਸਰਕਾਰ ਨੇ ਵੋਟਾਂ ਲਈਆਂ ਔਰ ਅੱਜ ਸਰਕਾਰ 'ਚ ਆਏ ਨੇ, ਅਤੇ ਮੁੱਖ ਮੰਤਰੀ ਸਾਹਿਬ ਜਿਹੜੀ ਗੱਲ ਸੀ ਵੀ ਅਸੀਂ ਤੁਹਾਡੀ ਹੜਤਾਲਾਂ ਜਿਹੜੀਆਂ ਨੇ ਉਹ ਨਹੀਂ ਹੋਣ ਦੇਣੀਆਂ,
ਉਹਨਾਂ ਨੂੰ ਨਹੀਂ ਸੀ ਪਤਾ ਵੀ ਇਸ ਤਰੀਕੇ ਨਾਲ ਨਹੀਂ ਹੋਣ ਦੇਣੀਆਂ। ਜੇ ਕਿਸਾਨ ਅੱਜ ਆਪਣੀਆਂ ਮੰਗਾਂ ਵਾਸਤੇ ਕਿਤੇ ਧਰਨਾ ਦੇਣ ਦੀ ਕੋਸ਼ਿਸ਼ ਕਰਦੇ ਆ, ਉਹਨੂੰ ਡਾਂਗਾਂ ਮਾਰੀਆਂ ਜਾਂਦੀਆਂ, ਉਹ ਮਾਰੇ ਜਾਂਦੇ ਨੇ। ਜੇ ਕਿਤੇ ਕੋਈ ਮੁਲਾਜ਼ਮ ਚਾਹੇ ਅਧਿਆਪਕ ਨੇ, ਉਹ ਕਿਤੇ ਧਰਨਾ ਦੇਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦੇ ਡਾਂਗ ਭਰਾਈ ਜਾਂਦੀ ਹੈ, ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾਂਦੇ ਆ। ਜੇ ਨੌਜਵਾਨ ਕੋਈ ਡਰੱਗਸ ਦੇ ਕਰਕੇ ਗੱਲ ਚੱਕਣ ਦੀ ਕੋਸ਼ਿਸ਼ ਕਰਦਾ ਹੈ, ਉਹ 'ਤੇ ਝੂਠਾ ਪਰਚਾ ਪਾ ਕੇ ਤੇ ਉਹਨੂੰ ਅੰਦਰ ਕਰ ਦਿੱਤਾ ਜਾਂਦਾ ਹੈ। ਜੇਕਰ ਕੋਈ ਵੀ ਆਵਾਜ਼ ਚੱਕਣ ਦੀ ਕੋਸ਼ਿਸ਼ ਕਰਦਾ ਹੈ ਓਪੋਜੀਸ਼ਨ ਦੇ ਵਿੱਚੋਂ, ਤੇ ਉਹਨਾਂ ਨੂੰ ਕਹਿੰਦਾ ਤੁਸੀਂ ਹੋ ਕੌਣ, ਤੁਹਾਨੂੰ ਤੇ ਨਕਾਰਤਾ ਹੈ, ਤੁਸੀਂ ਹੁੰਦੇ ਕੌਣ ਹੋ। ਜੇ ਗਵਰਨਰ ਸਾਹਿਬ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹਨੂੰ ਲਵ ਲੈਟਰ ਤੇ ਹੋਰ ਪਤਾ ਨਹੀਂ ਕੀ ਨਾਂ ਦੇ ਕੇ ਤੇ ਉਹਨਾਂ ਨੂੰ ਹੀ ਜਿਹੜਾ ਲਤਾੜ ਦਿੱਤਾ ਜਾਂਦਾ ਜੀ। ਇਹ ਹਾਲਾਤ ਅੱਜ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਨੇ। ਇੰਨਾ ਜ਼ਿਆਦਾ ਜਿਹੜੀ ਪਾਵਰ ਹੈ ਸਿਰ ਤੇ ਚੜ੍ਹ ਕੇ ਨੱਚ ਰਹੀ ਹੈ ਇਸ ਟਾਈਮ, ਵੀ ਉਹਨਾਂ ਨੂੰ ਇਹ ਨਹੀਂ ਸਮਝ ਲੱਗਦੀ ਵੀ ਮੈਂ ਕਰਨ ਕੀ ਜਾ ਰਿਹਾ। ਇਹ ਉਹੀ ਮੁੱਖ ਮੰਤਰੀ ਸਾਹਿਬ ਨੇ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਘਰ ਦੇ ਬਾਹਰ ਧਰਨਾ ਦੇਣ ਗਏ ਸੀ, ਤੇ ਬਾਦਲ ਸਾਹਿਬ ਨੇ ਬੜੀ ਹਲੀਮੀ ਨਾਲ ਆ ਕੇ ਇਹਨਾਂ ਨੂੰ ਟੈਂਟ ਵੀ ਲਾ ਕੇ ਦਿੱਤਾ ਸੀ ਤੇ ਕਿਹਾ ਸੀ ਅੰਦਰ ਆਓ, ਤੁਹਾਡੇ ਲਈ ਖਾਣਾ ਵੀ ਤਿਆਰ ਹੈ, ਤੇ ਆ ਕੇ ਟੇਬਲ ਤੇ ਬਹਿ ਕੇ ਗੱਲ ਕਰੋ। ਔਰ ਇਹਨਾਂ ਦੇ ਆਪਣੇ ਲੀਡਰ ਉਸ ਟਾਈਮ ਦੇ ਜਿਹੜੇ ਮੁੱਖ ਮੰਤਰੀ ਸੀ, ਉਹਨਾਂ ਦੀ ਤਾਰੀਫ ਕਰਦੇ ਨੇ ਵੀ ਦੇਖੋ ਇੰਨੇ ਵਧੀਆ ਮੁੱਖ ਮੰਤਰੀ ਨਹੀਂ ਹੋ ਸਕਦੇ ਕਦੀ ਵੀ, ਇਹ ਕੁਝ ਸਿੱਖ ਲੈਂਦੇ, ਉਹਨਾਂ ਦੇ ਕੋਲੋਂ ਹੀ ਸਿੱਖ ਲੈਂਦੇ। ਅੱਜ ਜਿਨ੍ਹਾਂ ਮੁਲਾਜ਼ਮਾਂ ਦੇ ਇਹ ਕਹਿੰਦੇ ਸਾਡੇ ਭੈਣ ਬਣ ਗਏ, ਕੋਈ ਭਰਾ ਬਣ ਗਿਆ, ਅੱਜ ਉਹਨਾਂ ਦੇ ਡਾਂਗਾਂ ਭਰਾ ਰਹੇ ਨੇ। ਜੋ ਅੱਜ ਮੈਂ ਇਸ ਗੱਲ ਦੇ ਹੱਕ 'ਚ ਨਹੀਂ ਵੀ ਕਿਸੇ ਨੇ ਕਰਪਸ਼ਨ ਕੀਤੀ ਹੋਵੇ, ਅਸੀਂ ਕੋਈ ਉਹਦੀ ਤੈਦ ਕਰਦੇ ਹਾਂ, ਬਿਲਕੁਲ ਨਹੀਂ, ਉਹਨੂੰ ਸਜ਼ਾ ਹੋਣੀ ਚਾਹੀਦੀ ਹੈ। ਲੇਕਿਨ ਸਾਰੇ ਮੁਲਾਜ਼ਮਾਂ ਨੂੰ ਤੁਸੀਂ ਇੱਕੋ ਥਾਲੀ ਦੇ ਵਿੱਚ ਇਕੱਠੇ ਕਰ ਲਓ, ਤੁਸੀਂ ਇੱਕੋ ਤਕੜੀ ਨਾਲ ਤੋਲੀ ਜਾਓ ਤੁਸੀਂ, ਔਰ ਮੁਲਾਜ਼ਮਾਂ ਨੂੰ ਤੁਸੀਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਓ। ਮੁੱਖ ਮੰਤਰੀ ਦਾ ਕੰਮ ਕੀ ਹੈ? ਮੁੱਖ ਮੰਤਰੀ ਦਾ ਕੰਮ ਹੈ ਹਾਲਾਤ ਠੀਕ ਹੋਣ। ਤੁਸੀਂ ਹੜ੍ਹਾਂ ਦੇ ਵਿੱਚ ਜਾ ਕੇ ਮੁਆਵਜ਼ਾ ਨਹੀਂ ਦੇ ਸਕਦੇ, ਗਿੱਟਿਆਂ ਤੱਕ ਪਜਾਮਾ ਗਿੱਲਾ ਕਰਕੇ ਤੁਸੀਂ ਕਹਿੰਦੇ ਵਹੀਂ ਹੜ੍ਹਾਂ ਦਾ ਕੰਮ ਕਿੰਨਾ ਬਣਾ ਤਾ। ਇੱਕ ਸਵਾਲ ਜਿਹੜਾ ਇਸ ਮੁੱਦੇ ਤੇ ਲੈਣਾ ਚਾਹੁੰਦਾ, ਦੇਖੋ ਬਿਲਕੁਲ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਸਹਿਮਤੀ ਦੇ ਨਾਲ ਇਸ ਤਰੀਕੇ ਨਾਲ ਜ਼ਾਤੀ ਜਾਂ ਧੱਕੇ ਦੀ ਗੱਲ ਤੁਸੀਂ ਮਾਮਲਾ ਉਠਾ ਰਹੇ ਹੋ, ਬਿਲਕੁਲ ਵਾਜਬ ਹੈ। ਪਰ ਆਪ ਵੱਲੋਂ ਕਿਹਾ ਜਾ ਰਿਹਾ ਕਿ ਜਦੋਂ ਅਕਾਲੀ ਦਲ ਦੀਆਂ ਸਰਕਾਰਾਂ ਸੀ ਉਸ ਵੇਲੇ ਵੀ ਮੁਲਾਜ਼ਮਾਂ ਦੇ ਕਟਾਪੇ ਹੁੰਦੇ ਰਹੇ ਹੈ, ਤੇ ਹੁਣ ਕਿਉਂ ਇਸ ਮਾਮਲੇ ਤੇ ਰਾਜਨੀਤੀ ਕੀਤੀ ਜਾ ਰਹੀ ਹੈ? ਆਪ ਦਾ ਸਵਾਲ ਹੈ। ਸਿੱਧੂ ਸਾਹਿਬ, ਗੱਲ ਇਹ ਹੈ ਵੀ ਇਹਨਾਂ ਨੇ ਦੇ ਧਰਨਿਆਂ 'ਚੋਂ ਉੱਠੀ ਹੋਈ ਪਾਰਟੀ, ਧਰਨਿਆਂ 'ਚੋਂ ਨਿਕਲੀ ਹੋਈ ਪਾਰਟੀ, ਤੇ ਧਰਨਿਆਂ 'ਚ ਜਾ ਕੇ ਲੋਕਾਂ ਨੂੰ ਗਰੰਟੀਆਂ ਦਿੰਦੇ ਰਹੇ ਵੀ ਅਸੀਂ ਤੁਹਾਡੇ ਧਰਨੇ ਲੱਗਣ ਨਹੀਂ ਦੇਣੇ ਜੀ, ਤੇ ਕਦੀ ਤੁਹਾਨੂੰ ਲਾਉਣ ਦੀ ਲੋੜ ਨਹੀਂ ਪੈਣੀ। ਕਿਉਂ ਲੋੜ ਪਵੇ? 1.5 ਸਾਲ ਤੋਂ ਅਸਾਮੀਆਂ ਖਾਲੀ ਨੇ, ਲੋਕ ਰਿਟਾਇਰ ਹੋ ਗਏ ਨੇ ਜਿਸ ਤਰ੍ਹਾਂ ਵੀ। ਫਿਰ ਤੁਸੀਂ ਜੇ ਪਟਵਾਰੀ ਭਰਤੀ ਕੀਤੇ ਹੈ, ਉਹ 'ਚ ਜਿਹੜਾ ਘਪਲਾ ਹੈ ਉਹਦੇ ਬਥੇਰੀ ਵਾਰੀ ਉਜਾਗਰ ਹੋਇਆ, ਉਹਦੇ ਬਾਰੇ ਜ਼ਿਆਦਾ ਚਾਨਣਾ ਨਹੀਂ ਪਿਆ ਵੀ ਇੱਕੋ ਹੀ ਜਿਹੜਾ ਸੈਂਟਰ ਸੀਗਾ ਉਹਦੇ ਵਿੱਚੋਂ ਹੀ ਰੈਗੂਲਰ ਸਾਰੇ ਰੋਲ ਨੰਬਰ ਉਹੀ ਪਟਵਾਰੀ ਭਰਤੀ ਹੋ ਗਏ। ਔਰ 5000 ਤੇ ਜਿਹੜਾ ਇਹਨਾਂ ਨੇ ਕਿਹਾ ਸੀ ਵੀ ਅਸੀਂ ਰੈਗੂਲਰ ਕਰਾਂਗੇ ਇਮੀਡੀਏਟਲੀ, 5000 ਤੇ 1.5 ਸਾਲ ਦੀ ਉਹਨਾਂ ਦੀ ਟ੍ਰੇਨਿੰਗ ਹੈ। ਟ੍ਰੇਨਿੰਗ ਤੋਂ ਬਾਅਦ 3 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਹੈ। 5000 ਤੇ ਉਹਨਾਂ ਨੂੰ ਕੰਮ ਕਰਨਾ ਪੈਣਾ। ਆ ਨਵਾਂ ਸ਼ਹਿਰ ਦੇ ਵਿੱਚ ਆ ਸੰਗਰੂਰਵਾਲ ਦੀ ਇੱਕ ਕੁੜੀ ਜਿਹੜੀ ਹੈ ਇਸੇ ਕੰਮ 'ਚ ਮਰ ਗਈ ਹੈ ਵੀ 5000 ਦੇ ਵਿੱਚ ਗੁਜ਼ਾਰਾ ਹੀ ਨਹੀਂ ਹੁੰਦਾ, ਪੀਜੀ ਨਹੀਂ ਮਿਲਦਾ, ਕਮਰਾ ਨਹੀਂ ਮਿਲਦਾ। ਮਤਲਬ ਇਹ ਪਾਰਟੀ ਔਰ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਔਰ ਉਹਨਾਂ ਦੇ ਸੁਪਰੀਮੋ ਨੇ, ਇਹਨਾਂ ਨੇ ਤਾਂ ਮੈਨੂੰ ਲੱਗਦਾ ਪਤਾ ਨਹੀਂ ਕਿਹੜੀਆਂ ਝੂਠ ਦੀਆਂ ਗੋਲੀਆਂ ਖਾਧੀਆਂ ਨੇ, ਜਿਹੜਾ ਲਫ਼ਜ਼ ਮੂੰਹ ਚੋਂ ਨਿਕਲਦਾ ਹੈ ਉਹ ਝੂਠ ਹੀ ਨਿਕਲਦਾ, ਕੋਈ ਸੱਚ ਨਿਕਲਦਾ ਹੀ ਨਹੀਂ। ਭੁੱਲਰ ਸਾਹਿਬ ਮਿਹਰਬਾਨੀ ਜਵਾਬ ਲੈ ਲਈਏ। ਬਬੀਵਾ, ਜਿਸ ਮਾਮਲੇ ਤੇ ਗੱਲ ਆ ਰਹੀ ਹੈ, ਦੇਖੋ ਬਾਰ-ਬਾਰ ਇੱਕੋ ਗੱਲ ਜਿਹੜੇ CBI ਉਹਨਾਂ ਦੇ ਬੁਲਾਰੇ ਵੀ ਇਹ ਗੱਲ ਕਹਿ ਰਿਹਾ ਕਿ ਲੱਗਦਾ ਕਿ ਮੁੱਖ ਮੰਤਰੀ ਨੂੰ ਜਿਹੜੀ ਸਲਾਹ ਦਿੱਤੀ ਗਈ ਹੈ ਉਹ ਸਹੀ ਸਲਾਹ ਨਹੀਂ ਦਿੱਤੀ ਗਈ, ਗਲਤ ਸਲਾਹ ਦਿੱਤੀ ਗਈ ਹੈ। ਔਰ ਜਿਸ ਤਰੀਕੇ ਨਾਲ ਮੁਲਾਜ਼ਮਾਂ ਦੇ ਉੱਤੇ ਅਸਮਾ ਲਗਾਇਆ ਗਿਆ, ਬਹੁਤ ਸਮਾਂ ਹੋ ਗਿਆ, ਕਹਿੰਦੇ ਇਸ ਤਾਂ ਕਦੇ ਦੇਖੀ ਨਹੀਂ ਗੱਲ। ਦੂਜੀ ਗੱਲ, ਅਕਾਲੀ ਦਲ ਵੱਲੋਂ ਵੀ ਕਿਹਾ ਜਾ ਰਿਹਾ ਕਿ ਸਾਰਾ ਝੂਠ ਫਰੇਬ ਦੇ ਮਾਮਲੇ ਨਾਲ ਸਾਰਾ ਕੁਝ ਕੀਤਾ ਜਾ ਰਿਹਾ। ਲੋਕਾਂ ਲਈ ਕੀਤਾ ਕੀ ਹੈ ਸਵਾਏ ਜਿਹੜਾ ਹੈਗਾ, ਜਿਹੜੀ ਪਾਰਟੀ ਕਹਿੰਦੀ ਕਿ ਅਸੀਂ ਖੁਦ ਧਰਨਿਆਂ 'ਚੋਂ ਨਿਕਲੇ ਹਾਂ, ਉਹ ਹੁਣ ਕਿਉਂ ਧਰਨਿਆਂ ਵਾਲਿਆਂ ਤੇ ਅਸਮਾ ਲਗਾ ਰਹੀ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਦੁੱਖ ਨਾਲ ਕਹਿਣਾ ਹੈ ਕਿ ਜਗਤਾਰ ਜੀ, ਪਾਰਟੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਹੈ, ਓਪੋਜੀਸ਼ਨ ਦਾ ਰੋਲ ਉਹ ਸਾਰੂ ਤਰੀਕੇ ਨਾਲ ਨਹੀਂ ਨਿਭਾ ਰਹੀਆਂ। ਹਰ ਗੱਲ ਤੇ ਬੇਵਜ੍ਹਾ ਕ੍ਰਿਟਿਸਾਈਜ਼ ਕਰਨਾ ਆਦਤ ਬਣ ਗਈ। ਮੈਂ ਇੱਕ ਬੇਨਤੀ ਕਰਦਾ ਹਾਂ, 1999 ਵਿੱਚ ਬਾਦਲ ਸਰਕਾਰ ਨੇ 32 ਪਟਵਾਰੀਆਂ ਨੂੰ ਐਸਮਾ ਲਾ ਕੇ ਡਿਸਮਿਸ ਕੀਤਾ ਸੀ, ਔਰ ਫਿਰ ਅਜਨਾਲਾ ਇਲੈਕਸ਼ਨ ਆ ਗਈ ਸੀ, ਫਿਰ ਉਹਨਾਂ ਨੂੰ ਬਹਾਲ ਕੀਤਾ, ਉਸ ਤੋਂ ਬਾਅਦ ਦੁਬਾਰਾ ਲਿਆ। 2002 'ਚ 26 ਜੁਲਾਈ 2002 ਨੂੰ ਕੈਪਟਨ ਅਮਰਿੰਦਰ ਸਿੰਘ ਨੇ ਐਸਮਾ ਲਾਇਆ। ਐਸਮਾ ਐਸੈਂਸ਼ੀਅਲ ਸਰਵਿਸਿਜ਼ ਮੇਨਟੇਨੈਂਸ ਐਕਟ ਸਰਕਾਰ ਉਦੋਂ ਲਾਉਂਦੀ ਹੈ ਜਦੋਂ ਆਮ ਲੋਕਾਂ ਦਾ ਜਨ ਜੀਵਨ ਪੈਰਾਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੈਂ ਤਾਂ ਇੱਥੋਂ ਤੱਕ ਵੀ ਕਹੂੰਗਾ ਕਿ ਦੇਖੋ, ਤੂੰ ਨਹੀਂ ਬੋਲਦੀ, ਤੇਰੇ 'ਚ ਤੇਰਾ ਯਾਰ ਬੋਲਦਾ। ਸਾਨੂੰ ਤਾਂ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਪਾਰਟੀਆਂ ਦਾ, ਵਿਰੋਧੀ ਪਾਰਟੀਆਂ ਦਾ ਵੀ ਰੋਲ ਹੈ ਇਹਨਾਂ ਨੂੰ ਉਕਸਾਉਣ ਵਿੱਚ ਕਿ ਇਸ ਸੰਵੇਦਨਸ਼ੀਲ ਮੌਕੇ ਤੇ ਸਰਕਾਰ ਲਈ ਕੋਈ ਸਿਰਦਰਦ ਖੜਾ ਕਰੋ ਔਰ ਸਰਕਾਰ ਨੂੰ ਕੋਈ ਪਰੇਸ਼ਾਨੀ ਦਿਓ। ਇਹ ਭੁੱਲ ਜਾਂਦੇ ਆ ਕਿ ਪੰਜਾਬ ਦੇ ਲੋਕਾਂ ਨੂੰ ਕਿੰਨੀ ਜ਼ਿਆਦਾ ਪਰੇਸ਼ਾਨੀ ਹੋਣੀ ਹੈ। ਸੋ ਦੂਸਰੇ ਨੰਬਰ ਤੇ ਸਾਡੇ ਸਾਥੀ ਨੇ ਕਿਹਾ
ਕਿ ਪਟਵਾਰੀਆਂ ਦੀ ਰਿਕਰੂਟਮੈਂਟ ਵਿੱਚ ਇੱਕ ਕਮਰੇ ਚੋਂ ਕੋਈ ਕੈਂਡੀਡੇਟ ਉਹ ਹੋ ਗਿਆ। ਮੈਂ ਇਸ ਡਿਬੇਟ ਤੇ ਇਹ ਚੈਲੰਜ ਕਰਦਾ ਹਾਂ, ਤੁਸੀਂ ਪਟਵਾਰੀਆਂ ਦੀ ਛੱਡੋ, 35,000 ਨੌਕਰੀਆਂ ਹੁਣ ਤੱਕ ਸਰਕਾਰ ਨੇ ਦਿੱਤੀਆਂ, 35,000 ਚੋਂ ਇੱਕ ਹੀ ਕੋਈ ਤੱਥਾਂ ਦੇ ਆਧਾਰ ਤੇ ਕੱਢ ਕੇ ਦਿਓ ਕਿ ਕਿਸੇ ਦੀ ਸਿਫਾਰਿਸ਼ ਤੇ ਇੱਕ ਬੰਦਾ ਭਰਤੀ ਹੋਇਆ ਹੋਵੇ, ਕਿਸੇ ਦੇ ਪੈਸਾ ਚੱਲਿਆ ਹੋਵੇ। ਜੇ ਮੈਰਿਟ ਤੇ ਨਾ ਭਰਤੀ ਹੋਈ ਤਾਂ ਤੁਸੀਂ, ਮੇਰਾ ਇਹ ਖੁੱਲਾ ਚੈਲੰਜ ਹੈ। ਆਪਾਂ ਜਵਾਬ ਲੈ ਲਈਏ, ਫਿਰ ਅੱਗੇ ਵਧਦੇ ਹਾਂ ਇਸ ਮੁੱਦੇ ਤੇ। ਪੁਲਿਸ ਸਾਹਿਬ, ਇਸ ਮਾਮਲੇ ਤੇ ਸਿੱਧੇ ਤੌਰ ਤੇ ਤੁਹਾਡੇ ਤੋਂ ਮੈਂ ਸਵਾਲ, ਇੱਕ ਪਾਸੇ ਤੇ ਬੱਬੀ ਬਾਦਲ ਹੋਣਾ ਦਾ ਕਹਿਣਾ ਕਿ ਵਿਰੋਧੀ ਤਰ੍ਹਾਂ ਲੱਗਦਾ ਹੈ ਕਿ ਅਕਸਾ ਰਹੀਆਂ ਮੁਲਾਜ਼ਮਾਂ ਨੂੰ ਰਾਜਨੀਤੀ ਕਰ ਰਹੀਆਂ, ਜਿੱਥੇ ਤੱਕ ਭ੍ਰਿਸ਼ਟਾਚਾਰ ਦਾ ਭਰਤੀ ਦੇ ਮਾਮਲੇ 'ਚ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਹਾਂ, ਚੁਣੌਤੀ ਦੇ ਰਿਹਾ ਵਿਰੋਧੀ ਤਰ੍ਹਾਂ ਦੇ ਇਲਜ਼ਾਮ ਨੂੰ। ਦੇਖੋ ਸਿੱਧੂ ਸਾਹਿਬ, ਜਿੱਥੋਂ ਤੱਕ ਪਟਵਾਰੀਆਂ ਦੀ ਭਰਤੀ ਦਾ ਸਵਾਲ ਹੈ, ਇਹ ਲਿਸਟ ਕੱਢ ਕੇ ਦੇਖ ਲੈਣ। ਇੱਕੋ ਸੈਂਟਰ ਦੇ ਵਿੱਚੋਂ ਲਗਭਗ 24-25 ਐਨ ਨੰਬਰ ਵਾਈਜ਼ ਲੱਗ ਕੇ ਉਹ ਭਰਤੀ ਹੋਈ ਸੀ ਔਰ ਉਹ ਚੈਲੰਜ ਵੀ ਹੋਈ ਸੀਗੀ। ਦੂਸਰੀ ਗੱਲ ਜਿਹੜੀ ਇਹ ਕਹਿੰਦੇ ਵੀ ਅਕਸਾਉਣ ਦੀ ਗੱਲ, ਜਦੋਂ ਇਹ ਜਾ ਕੇ ਟੈਂਕੀਆਂ ਦੇ ਚੜ੍ਹ ਕੇ ਤੇ ਮੁਲਾਜ਼ਮਾਂ ਕੋਲ ਜਾਂਦੇ ਸੀ, ਇਹ ਕੀ ਕਰਦੇ ਸੀ? ਇਹ ਨਹੀਂ ਅਕਸਾਉਂਦੇ ਸੀ। ਇਹ ਜਦੋਂ ਪਾਰਟੀਆਂ ਦੇ ਫਾਈਲਾਂ ਕੱਛਾਂ 'ਚ ਦੇ ਕੇ ਕੇਜਰੀਵਾਲ ਸਾਹਿਬ ਤੁਰੇ ਫਿਰਦੇ ਸੀ, ਕਦੀ ਸ਼ੀਲਾ ਦੀਕਸ਼ਿਤ ਦੇ ਖਿਲਾਫ ਤੇ ਕਦੀ ਕਿਸੇ ਦੇ ਖਿਲਾਫ, ਵੀ ਇਹ ਕਰਪਸ਼ਨ। ਅੱਜ ਕਿੱਥੇ ਆ ਉਹ ਮੁੱਦੇ? ਕਿੱਥੇ ਗਈਆਂ ਉਹ ਫਾਈਲਾਂ? ਕਿਹੜੇ ਡਸਟਬਿਨ ਵਿੱਚ ਪਾਤੀਆਂ ਉਹ ਫਾਈਲਾਂ? ਉਹ ਪਾਰਟੀਆਂ ਦਾ ਵਿਰੋਧ ਨਹੀਂ ਸੀ ਉਸ ਟਾਈਮ, ਜਿਹੜੀਆਂ ਸਰਕਾਰਾਂ ਸੀ ਉਹਨਾਂ ਦੇ। ਇਸ ਤਰ੍ਹਾਂ ਹੈ ਕਿ ਜਦੋਂ ਇਹਨਾਂ ਦੇ ਆਪਣੇ ਉੱਤੇ ਸਵਾਲ ਆਉਣੇ ਸ਼ੁਰੂ ਹੋ ਗਏ ਤੇ ਇਹਨਾਂ ਨੂੰ ਲੱਗਣ ਲੱਗ ਗਿਆ ਜਵਾਬ ਦੇਣ ਦੀ ਥਾਂ ਦੇ ਉੱਤੇ ਕਿ ਦੇਖੋ ਜੀ ਇਹ ਤੇ ਐਵੇਂ ਵਿਰੋਧ ਕਰਦੇ ਨੇ। ਜਦੋਂ ਇਹ ਕਰਦੇ ਸੀ ਉਹ ਸਭ ਕੁਝ ਠੀਕ ਸੀਗਾ। ਉਹ ਕਹਿੰਦੇ ਵੀ ਜਦੋਂ ਅਸੀਂ, ਸਾਡੇ ਲਈ ਉਹ ਰਾਮਲੀਲਾ ਹੈ ਤੇ ਦੂਜੇ ਲਈ ਉਹ ਰਾਸਲੀਲਾ ਹੈ। ਇਸ ਤਰ੍ਹਾਂ ਨਹੀਂ ਚੱਲਦਾ। ਤੁਸੀਂ ਸਰਕਾਰ 'ਚੋਂ ਤੁਹਾਨੂੰ ਸਵਾਲ ਕਰਨੇ ਆ, ਆਪੋਜੀਸ਼ਨ ਨੇ ਵੀ ਕਰਨੇ, ਲੋਕਾਂ ਨੇ ਵੀ ਕਰਨੇ ਆ, ਜਿਹਨਾਂ ਨੂੰ ਤੁਸੀਂ ਵੋਟਾਂ ਲਈਆਂ ਨੇ। ਔਰ ਦੂਸਰੀ ਗੱਲ ਜਿਹੜੀ ਕਹਿੰਦੇ ਵੀ ਲੋਕਾਂ ਦਾ ਜਿਹੜਾ ਹੈਗਾ ਜੀ ਉਹਨਾਂ ਨੂੰ ਹਰਾਸਮੈਂਟ ਹੋਊਗੀ। ਰਜਿਸਟਰੀਆਂ ਤੁਸੀਂ ਬੰਦ ਕੀਤੀਆਂ ਪਈਆਂ ਨੇ, ਹਰਾਸਮੈਂਟ ਕਾਹਦੀ ਹੋਣੀ ਹੈ? ਹਰਾਸਮੈਂਟ ਤਾਂ 1.5 ਸਾਲ ਤੋਂ ਹੋ ਰਹੀ ਲੋਕਾਂ ਨੂੰ, ਉਹਨਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ। ਜਿਨ੍ਹਾਂ ਨੇ ਕੋਈ ਜ਼ਮੀਨਾਂ ਵੇਚਣੀਆਂ ਸੀ, ਜਿਨ੍ਹਾਂ ਨੇ ਕੋਈ ਪਲਾਟ ਵੇਚਣੇ ਸੀ, ਰਜਿਸਟਰੀਆਂ ਕਰਾਉਣੀਆਂ ਸੀ, ਲੋਕਾਂ ਦੇ ਬਿਆਨੇ ਫਸੇ ਪਏ ਆ। ਬਹੁਤ ਹਾਹਾਕਾਰ ਹੈ ਸਾਰੇ ਪਾਸੇ। ਔਰ ਜੇ ਇਸ ਤਰੀਕੇ ਦੀ ਲੁੱਟਮਾਰ, ਨਹੀਂ ਸਿਰਫ ਅਨਆਥੋਰਾਈਜ਼ਡ ਕਲੋਨੀਆਂ ਦੀ, ਨਹੀਂ ਅਨਆਥੋਰਾਈਜ਼ਡ ਨਹੀਂ। ਅੱਜ ਤੇ ਤੁਸੀਂ ਹਰ ਥਾਂ ਤੇ ਆਪਣੇ ਏਜੰਟ ਬਿਠਾ ਤੇ ਤਹਿਸੀਲਦਾਰਾਂ ਦੇ ਸਰਾਣੇ। ਤੁਸੀਂ ਚਾਹ ਕੇ ਆ ਜਿਹੜੀਆਂ ਪ੍ਰਾਈਵੇਟ ਕਲੋਨਾਈਜ਼ਰ ਨੇ, ਚਾਹੇ ਡੀਐਲਐਫ ਹੈ, ਚਾਹੇ ਓਮੈਕਸ ਹੈ, ਨਹੀਂ ਮੇਰੇ ਇੱਕ ਮਿੰਟ ਗੱਲ ਪੂਰੀ ਹੋਣ ਦਿਓ ਸਰਕਾਰ ਜੀ, ਇੱਕ ਮਿੰਟ ਗੱਲ ਪੂਰੀ ਹੋਣ ਦਿਓ। ਤੁਸੀਂ ਚਾਹੇ ਡੀਐਲਐਫ ਤੇ ਜਾ ਕੇ ਚਿੱਠੀਆਂ ਦੇਖ ਲਓ, ਤੁਸੀਂ ਉਹ 'ਚ ਲਿਖਿਆ ਆਉਂਦਾ ਹੈ ਕਿ 20,500 ਰੁਪਇਆ, 25,000 ਰੁਪਇਆ ਜਿਹੜਾ ਹੈਗਾ ਤਹਿਸੀਲਦਾਰ ਦੇ ਉੱਥੇ ਦੇਣਾ, ਇਹ ਫੀਸ ਲੈਣੀ ਹੈ। ਆਪਾਂ ਵੱਡਾ ਐਲੀਗੇਸ਼ਨ ਹੈ ਤੁਹਾਡਾ। ਇੱਕ ਮਿੰਟ ਮੇਰੀ ਗੱਲ, ਇੱਕ ਮਿੰਟ ਗੱਲ ਪੂਰੀ ਹੋਣ ਦਿਓ, ਇੱਕ ਮਿੰਟ ਸਿੱਧੂ ਸਾਹਿਬ ਗੱਲ ਪੂਰੀ ਹੋਣ ਦਿਓ। ਦੂਜੀ ਗੱਲ, ਤੁਸੀਂ ਹੜ੍ਹ ਜਿਹੜੇ ਮਾਰੇ ਗਏ ਨੇ ਲੋਕ, ਉਹਨਾਂ ਦੀ ਤੁਸੀਂ ਕੀ ਕੀਤਾ? ਹਾਹਾਕਾਰ ਮਚਿਆ ਪਿਆ ਤੇ 1 ਰੁਪਈਆ ਵੀ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ? ਕਿਤੇ ਇੱਕ ਕਣਕ ਦੀ ਬੋਰੀ, ਕੋਈ ਚੀਨੀ ਦਾ ਇੱਕ ਪੈਕਟ, ਕੋਈ ਕਿਤੇ ਹਰੇ ਦਾ ਇੱਕ ਕੋਈ ਭਰੀ ਜਿਹੜੀ ਹੈ ਕਿਤੇ ਪਹੁੰਚਾਈ ਹੈ? ਕਿਤੇ ਤੂੜੀ ਪਹੁੰਚਾਈ ਹੈ? ਅਜੇ ਤੱਕ ਤਾਂ ਕੁਛ ਕੀਤਾ ਨਹੀਂ ਤੁਸੀਂ, ਸਵਾਏ ਘੁੰਮਣ ਤੋਂ, ਕੁੜਨ ਖਟੋਲੇ ਦੇ ਵਿੱਚ ਚਾਕਰੀ ਕਰਨ ਤੋਂ ਕੇਜਰੀਵਾਲ ਦੇ। ਇਸ ਤੋਂ ਸਵਾਏ ਮੁੱਖ ਮੰਤਰੀ ਦਾ ਕੰਮ ਕੀ ਹੈ? ਸਵਾਲ ਆ ਗਿਆ। ਆਪਾਂ ਬਾਕੀ ਮਹਿਮਾਨ ਤੋਂ ਵੀ ਉਹਨਾਂ ਤੋਂ ਸਵਾਲ ਜਵਾਬ ਲੈਣੇ ਜਿਹੜੇ ਹੈਗੇ ਜੀ। ਬੱਬੀ ਬਾਦਲ ਜੀ, ਸੰਖੇਪ ਦੇ ਵਿੱਚ ਇਸ ਮੁੱਦੇ ਤੇ ਮੈਂ ਸੰਖੇਪ ਵਿੱਚ ਦੱਸਦਾ ਜੀ। ਗੱਲ ਕੀਤੀ ਜਾ ਰਹੀ ਹੈ ਕਿ ਏਜੰਟ ਬਿਠਾਏ ਆ ਪਾਰਟੀਆਂ ਨੇ। ਦੇਖੋ ਜੀ, ਇਹ ਦੇਖੋ ਬੇਬੁਨਿਆਦ ਗੱਲਾਂ ਦਾ ਕੋਈ ਜਵਾਬ ਨਹੀਂ ਹੁੰਦਾ। ਇਹ ਤਾਂ ਪੰਜਾਬ ਦੇ ਲੋਕ ਜਾਣਦੇ ਆ ਕਿ ਕਿਹਨਾਂ ਦੀ ਸਰਕਾਰ ਵਿੱਚ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਨੇ ਰਜਿਸਟਰੀਆਂ ਦੇ ਰੇਟ ਬੰਨੇ ਸੀ, ਤੇ ਕਿਹੜੀ ਸਰਕਾਰ ਵਿੱਚ ਡਰ ਭ੍ਰਿਸ਼ਟਾਚਾਰ ਦਾ ਇੰਨਾ ਹੈ ਕਿ ਕੋਈ ਅਫਸਰ ਦੀ ਰਿਕਾਰਡਿੰਗ ਹੈਲਪਲਾਈਨ ਤੇ ਪਾਓ, ਕਿਸੇ ਦੀ ਕਰੋ ਤੇ ਨਾਲ ਦੀ ਨਾਲ ਬੰਦੇ ਤੇ ਐਕਸ਼ਨ ਹੁੰਦਾ ਹੈ। ਅਸੀਂ ਤਾਂ ਜਦੋਂ ਮੰਤਰੀ ਨਹੀਂ ਬਖਸ਼ੇ, ਫਿਰ ਅਸੀਂ ਪਟਵਾਰੀ ਤੇ ਤਹਿਸੀਲਦਾਰ ਕਿਵੇਂ ਬਖਸ਼ੇ? ਨਹੀਂ, ਪਹਿਲਾਂ ਮੇਰੀ ਗੱਲ ਪੂਰੀ ਹੋਣ ਦਿਓ ਜੀ। ਮੈਂ ਦੂਸਰੀ ਬੇਨਤੀ ਇਹ ਕਰਨੀ ਚਾਹੁੰਦਾ ਹੈ ਕਿ ਜਿੱਥੋਂ ਤੱਕ ਕਲੋਨੋਨਾਈਜ਼ਰ ਔਰ ਵੱਡੀਆਂ ਕਲੋਨੀਆਂ ਦੀ ਗੱਲ ਹੈ, ਮੈਂ ਕਿਰਪਾ ਕਰਕੇ ਯਾਦ ਕਰਾ ਦਾਂ ਕਿ ਅਨਆਥੋਰਾਈਜ਼ਡ ਕਲੋਨੀਆਂ ਪੈਸੇ ਲੈ ਲੈ ਕੇ ਧੋਖਾ ਕਿਹਦੇ ਨਾਲ ਹੁੰਦਾ ਸੀ? ਆਮ ਲੋਕਾਂ ਨਾਲ ਹੁੰਦਾ ਸੀ। ਉਹ ਰਜਿਸਟਰੀਆਂ ਰੋਕਣਾ ਸਾਡਾ ਫਰਜ਼ ਸੀ। ਕਿਉਂ ਕਰਕੇ ਜਿਹੜੇ ਬਿਲਡਰ ਉੱਥੇ ਨਾ ਕੋਈ ਟੱਪਣ ਨੂੰ ਜਗ੍ਹਾ ਜੀ, ਨਾ ਕੋਈ ਸੈਨੀਟੇਸ਼ਨ, ਨਾ ਕੋਈ ਉੱਥੇ ਸੀਵਰੇਜ, ਨਾ ਪੀਣ ਦਾ ਪਾਣੀ, ਕੱਟ ਕੇ ਲੀਖਾਂ ਮਾਰ ਕੇ ਵੇਚੀ ਜਾਂਦੇ ਸੀ, ਉੱਪਰ ਪੈਸੇ ਚੜਾਈ ਜਾਂਦੇ ਸੀ ਸਿਆਸਤਦਾਨਾਂ ਨੂੰ। ਉੱਥੇ ਰਜਿਸਟਰੀਆਂ ਰੋਕਣੀਆਂ ਸਾਡਾ ਫਰਜ਼ ਸੀ ਹਾਈ ਕੋਰਟ ਦੇ ਹੁਕਮਾਂ ਦੇ ਅਨੁਸਾਰ। ਪੁਲਿਸ ਮਾਨਾ ਤੁਹਾਡੇ ਵੱਲ ਜਿਹੜਾ ਇੱਕ ਛੋਟਾ ਜਿਹਾ ਬਸ ਲੈ ਲਿਓ ਜਵਾਬ ਜੀ। ਜੀ ਬਿਲਕੁਲ, ਮੈਨੂੰ ਬੱਬੀ ਬਾਦਲ ਸਾਹਿਬ ਦੇ ਕਾਫੀ ਦੇਰ ਦੇ ਇੰਤਜ਼ਾਰ ਆ ਗੱਲ ਬੜੀ ਵਧੀਆ ਲੱਗੀ। ਕਹਿੰਦੇ ਜੀ ਅਸੀਂ ਤੇ ਕੋਈ ਸਾਨੂੰ ਆਡੀਓ ਭੇਜਦੇ, ਵੀਡੀਓ ਭੇਜਦੇ, ਮਿੰਟ 'ਚ ਐਕਸ਼ਨ ਲੈਂਦੇ ਆ ਜੀ। ਸਰਾਏ ਸਾਹਿਬ ਦੀ ਆਡੀਓ ਆਈ ਸੀ, ਕੀ ਹੋਇਆ? ਕਟਾਰੂ ਚੱਕ ਦੀ ਵੀਡੀਓ ਆ ਗਈ, ਕੀ ਹੋਇਆ ਉੱਥੇ? ਕਿਹੜਾ ਐਕਸ਼ਨ ਲਿਆ? ਆਪਾਂ ਜਵਾਬ ਦੇ ਦਿਓ। ਨਹੀਂ, ਸਰਾਏ ਸਾਹਿਬ ਨੂੰ ਮੰਤਰੀ ਪੁਣੇ ਤੋਂ ਹਟਾਤਾ। ਕਟਾਰੂ ਚੱਕ ਨੂੰ ਕੀ ਕੀਤਾ?
ਕਟਾਰੂ ਚੱਕ ਨੂੰ ਅੱਜ ਵੀ ਤੁਸੀਂ ਬੋਲੇ ਕਟਾਰੂ ਪਾ ਕੇ ਚੱਕ ਘੁੰਮ ਦੀ ਰਹੇ ਹੋ, ਭ੍ਰਿਸ਼ਟਾਚਾਰ ਗੱਲ ਦਾ ਦੀ ਹਾਰ ਵੀਡੀਓ ਪਾ ਨਹੀਂ ਕੇ ਉਹਨੂੰ ਆਈ। ਨਾਲ ਰੱਖਦੇ ਹੋ ਦੇਖੋ, ਤੁਸੀਂ। ਕਟਾਰੂ ਚੱਕ ਮੁੱਖ ਮੰਤਰੀ ਦੀ- ਸਾਹਿਬ ਕਟਾਰੂ ਚੱਕ ਨੂੰ ਗੱਲ ਦਾ ਹਾਰ ਬਣਾ ਕੇ ਰੱਖਦੇ ਆ। ਨਹੀਂ, ਔਰ ਮੈਨੂੰ ਭ੍ਰਿਸ਼ਟਾਚਾਰ ਲੱਗਦਾ ਹੈ ਕਿ ਤੁਹਾਡੇ ਮੰਤਰੀਆਂ ਦੀ, ਮੁੱਖ ਮੰਤਰੀ ਦੀ ਔਰ ਤੁਹਾਡੀ ਸਾਰੀ ਸੋਚ ਜਿਹੜੀ ਹੈ, ਅੱਜ ਉਹਦੀ ਸੋਚ ਤੇ ਪਹਿਰਾ ਦੇ ਰਹੇ ਹੋ ਕਟਾਰੂ ਚੱਕ ਦੀ ਭੁੱਲਰ ਤੁਸੀਂ। ਸਾਹਿਬ ਜਗਤਾਰ ਜੀ, ਕਟਾਰੂ ਮੈਨੂੰ ਚੱਕ ਟਾਈਮ ਦੀ ਦਿਓ। ਭ੍ਰਿਸ਼ਟਾਚਾਰ ਦੀ ਕੋਈ ਵੀਡੀਓ ਨਹੀਂ ਆਈ। ਨਹੀਂ, ਕੋਈ ਜਿਹੜਾ video। ਜਿਹੜੀ ਵੀਡੀਓ ਆਈ ਸੀ ਉਹ ਕਿ ਉਹ ਠੀਕ ਹੈ, ਉਹਨੂੰ ਤੁਸੀਂ ਮੰਨਦੇ ਹੋ, ਠੀਕ ਮੰਨਦੇ ਹੋ? ਨਹੀਂ ਨਹੀਂ ਉਹਦੇ 'ਚ ਤੁਸੀਂ ਉਸ ਚੀਜ਼ ਤੇ ਪਹਿਰਾ ਦਿੰਦੇ ਹੋ? ਦੇਖੋ ਅਸੀਂ ਤੁਸੀਂ ਉਸ ਚੀਜ਼ ਤੇ ਪਹਿਰਾ ਦਿੰਦੇ ਹੋ? ਜੋ ਬਦਫੈਲੀ ਕਰ ਸਕਦਾ ਉਹਨੂੰ ਹੱਕ ਹੈ। ਨਹੀਂ ਬਦਫੈਲੀ ਤੁਹਾਡੀ ਪਾਰਟੀ ਦੇ ਵਿੱਚ Okay, ਚਲੋ ਤੁਸੀਂ ਲਾਓ ਇੱਕ ਬਿੱਲ ਪਾਸ ਕਰਾ ਦਿਓ, ਇੱਕ ਵਿਧਾਨ ਸਭਾ 'ਚ ਜੀ ਵੀ ਬੱਬੀ ਬਾਦਲ ਜੀ ਕਿ ਬਦਫੈਲੀ ਕਰਨ ਵਿੱਚ ਕੋਈ ਸਾਹਿਬ ਨਹੀਂ। ਆਪਾਂ ਕਟਾਰੂ ਚੱਕ ਦੇ ਮੁੱਦੇ ਤੇ ਚਲੇ ਗਏ ਜੀ। ਆਪਾਂ ਮੈਂ ਬੰਦ ਬਰਾੜ ਜੀ ਨਹੀਂ, ਇਹ ਬਿੱਲ ਪਾਸ ਕਰਾ ਦੇਣਗੇ, ਵਧੀਆ ਰਹੂਗਾ। ਥੈਂਕ ਯੂ ਵੈਰੀ ਮਚ। ਬਰਾੜ ਸਾਹਿਬ ਤੋਂ ਆਪਾਂ ਸਵਾਲ ਲੈ ਲਈਏ। ਬਰਾੜ ਸਾਹਿਬ, ਜਿਸ ਮਾਮਲੇ ਤੇ ਆਪਾਂ ਗੱਲ ਕਰ ਰਹੇ ਹਾਂ, ਦੇਖੋ ਬੱਬੀ ਬਾਦਲ ਨੇ ਕਿਹਾ ਕਿ ਜਿੱਦਾਂ ਦੀਆਂ ਪ੍ਰਸਥਿਤੀਆਂ ਪੰਜਾਬ 'ਚ ਜਿੱਡਾ ਵੱਡਾ ਸੰਕਟ ਬਣਿਆ ਵਾ, ਪੋਲੀਟੀਕਲ ਪਾਰਟੀਆਂ ਲੱਗਦਾ ਕਿ ਜਾਣਬੁੱਝ ਕੇ ਮੁਲਾਜ਼ਮਾਂ ਨੂੰ ਅਕਸਾ ਰਹੀਆਂ। ਜਿਹੜਾ ਅਸਮਾਂ ਦੀ ਗੱਲ ਹੈ, ਕਹਿੰਦੇ ਕਾਂਗਰਸ ਵੇਲੇ ਵੀ ਲੱਗਦਾ ਰਿਹਾ, ਅਕਾਲੀ ਦਲ ਵੇਲੇ ਵੀ ਲੱਗਿਆ। ਦੇਖੋ ਜੀ, ਜੀ ਤਾਂ ਜੀ ਬਰਾੜ ਸਾਹਿਬ। ਬੇਨਤੀ ਇਹ ਹੈ, ਇਹਨਾਂ ਦਾ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਮਿਸਯੂਜ਼ ਕਰ ਰਹੀਆਂ ਸਿਚੁਏਸ਼ਨ ਨੂੰ, ਜੀ ਐਲੀਗੇਸ਼ਨ ਫਾਲਤੂ ਰਾਜੀ ਹੈ, ਜਿਵੇਂ ਕੰਮ ਹੀ ਉਹਨਾਂ ਦਾ ਹੁੰਦਾ। ਇਹ ਲੈਂਗੁਏਜ ਜਿਹੜੀ ਹਰ ਸਟੇਟ ਜਿਹੜੀ ਆ ਪਾਵਰਫੁਲ, ਜਿਹੜੀ ਪਾਵਰ 'ਚ ਹੁੰਦੀ, ਤਾਕਤ ਉਹ ਕਹਿੰਦੀ ਹੁੰਦੀ ਹੈ। ਇਹੀ ਮੋਦੀ ਕਹਿੰਦਾ, ਜਿਹੜਾ ਜੀ ਇੰਡੀਆ ਬਣ ਗਿਆ ਸਾਰਾ ਜਿਹੜਾ ਇਹ ਫਰਾਡ ਆ, ਇਹ ਤਾਂ ਸਾਡੇ ਖਿਲਾਫ ਬਦਨਾਮ ਕਰਦਾ। ਇਹੀ ਬੋਲੀ ਇਹ ਬੋਲਣ ਲੱਗ ਗਏ। ਵੈਰੀ ਅਨਫੋਰਚੂਨੇਟ ਹੈ। ਔਰ ਇਹਦੇ 'ਚ ਜਿੱਥੋਂ ਤੱਕ ਅਕਾਲੀ ਦਲ ਦੇ ਸਾਡੀ ਸਾਥੀਆਂ ਦਾ, ਇਹਨਾਂ ਵੀਰ ਦਾ ਕਹਿਣਾ ਹੈ, ਮੈਂ ਸਮਝਦਾ ਵੀ ਇਹ ਦੋਸ਼ਾਂ ਤੋਂ ਬਰੀ ਨਹੀਂ। ਪਿਛਲੀਆਂ ਸਰਕਾਰਾਂ ਜਿਹੜੀਆਂ, ਕਾਂਗਰਸ ਹੋਵੇ ਜਾਂ ਅਕਾਲੀ ਹੋਵੇ, ਭ੍ਰਿਸ਼ਟਾਚਾਰ ਖਤਮ ਨਹੀਂ ਹੋਇਆ। ਨਾ ਹੀ ਅਲਾਇੰਸ ਜਿਹੜਾ ਭ੍ਰਿਸ਼ਟਾਚਾਰ ਦਾ ਜਿਹੜਾ ਹੁਣ ਤੱਕ ਕਾਇਮ ਹੈ, ਪੋਲੀਟੀਸ਼ੀਅਨਾਂ ਦਾ, ਬਿਊਰੋਕਰੇਟ ਵੱਡੇ ਅਫਸਰਾਂ ਦਾ, ਔਰ ਪੁਲਿਸ ਦਾ ਤੇ ਗੈਂਗਸਟਰਾਂ ਦਾ, ਤੇ ਸਾਰੇ ਜਿਹੜੇ ਮਾਫੀਆ ਗਰੁੱਪ ਹੈ, ਇਹ ਗਰੁੱਪ ਜਿਹੜਾ, ਇਹ ਅਲਾਇੰਸ ਟੁੱਟਿਆ ਨਹੀਂ, ਇਹ ਮਜ਼ਬੂਤ ਹੋਇਆ। ਮੈਂ ਬੇਨਤੀ ਕਰਨਾ ਚਾਹੁੰਦਾ, ਇਹ ਪਟਵਾਰੀਆਂ ਨੂੰ ਫੜ ਲਓ, ਦੂਸਰੇ ਨੂੰ ਫੜ ਲਓ, ਪੀਐਨ ਨੂੰ ਫੜ ਲਓ, ਚਪੜਾਸੀ ਨੂੰ ਫੜ ਲਓ, ਇੱਦਾਂ ਪੰਜਾਬ ਦੇ ਅੰਦਰ ਕਰਪਸ਼ਨ ਨਹੀਂ ਖਤਮ ਹੋਣੀ ਜਿੰਨਾ ਚਿਰ ਵੱਡੀਆਂ ਮੱਛੀਆਂ ਨਹੀਂ ਤੁਸੀਂ ਫੜਦੇ, ਵੱਡੇ ਉਹਨਾਂ ਨੂੰ ਆਪਣੇ ਵਿੱਚੋਂ ਔਰ ਬਾਹਰਲਿਆਂ ਵਿੱਚੋਂ ਫੜਦੇ, ਉਹਨਾਂ ਚਿਰ ਇਹ ਮਸਲੇ ਹੱਲ ਨਹੀਂ ਹੋਣੇ। ਐਵੇਂ ਲੋਕਾਂ ਦੀਆਂ ਅੱਖਾਂ ਮਤ ਬੁੱਝੋ। ਜਿੱਥੋਂ ਤੱਕ ਸਵਾਲ ਹੈ ਪਿਛਲੀਆਂ ਸਰਕਾਰਾਂ ਦਾ, ਬਾਦਲ ਸਾਹਿਬ ਲੋਕਾਂ ਨੇ ਸਜ਼ਾ ਦੇਤੀ ਉਹਨਾਂ ਨੂੰ, ਪਾਪ ਕੀਤੇ ਸੀ, ਹਰ ਗਏ, ਉਹ ਹਰਾ ਦਿੱਤੇ, ਤੁਹਾਡਾ ਦਾਲ ਲੱਗ ਗਿਆ। ਮੈਂ ਸਮਝਦਾ ਤੁਹਾਡਾ ਕੋਈ ਕੰਮ ਪੰਜਾਬ ਦੇ ਅੰਦਰ ਕੋਈ ਕੀਤਾ ਹੋਵੇ, ਆਹ ਲਹਿਰ ਦੇ ਅੰਦਰ ਕੋਈ ਮਦਦ ਕੀਤੀ ਹੋਵੇ, ਕਿਸਾਨਾਂ ਦੀ ਕੀਤੀ ਹੋਵੇ, ਖੇਤ ਮਜ਼ਦੂਰਾਂ ਦੀ, ਮੁਲਾਜ਼ਮਾਂ ਦੀ ਕੀਤੀ ਹੋਵੇ, ਕੋਈ ਖਾਸ ਨਹੀਂ ਨਜ਼ਰ ਆਉਂਦਾ। ਪਰ ਦਾਲ ਲੱਗ ਗਿਆ, ਲੋਕਾਂ ਨੇ ਕਿਹਾ ਸਜ਼ਾ ਇਹਨਾਂ ਨੂੰ ਦਿਓ, ਇਹਨਾਂ ਨੂੰ ਮੌਕਾ ਦੇ ਦਿਓ। ਹੁਣ ਕਰਕੇ ਦਿਖਾਓ, ਲੋਕਾਂ ਨੂੰ ਅਜੇ ਆਸ ਹੈਗੀ ਹੈ, ਔਰ ਕਰੋ, ਡੂ ਇਟ, ਕੁਛ ਨਾ ਕੁਛ ਕਰਕੇ ਦਿਖਾਓ ਇਹਨਾਂ ਨੂੰ। ਅਜੇ ਤੱਕ ਤਾਂ ਫੇਲਵਰ ਹੈ। ਔਰ ਇਹ ਜਿਹੜਾ ਨਾਤਾ ਜਿਹੜਾ ਅਫਸਰਸ਼ਾਹੀ ਦਾ ਔਰ ਪੁਲਿਸੀਆਂ ਦਾ ਜਾਂ ਪੋਲੀਟੀਸ਼ੀਅਨਾਂ ਦਾ, ਕਰਪਟ ਲੋਕਾਂ ਦਾ, ਇਹ ਨਹੀਂ ਟੁੱਟਿਆ ਨਹੀਂ। ਜਿੰਨਾ ਚਿਰ ਇਹ ਨਹੀਂ ਤੋੜਦੇ ਤੁਸੀਂ ਵੱਡੀਆਂ ਬਿਗ ਫਿਸ਼ ਨੂੰ ਨਹੀਂ ਕਾਬੂ ਕਰਦੇ, ਇਹ ਨਹੀਂ ਮਸਲਾ ਹੱਲ ਹੋਣਾ ਤੁਹਾਡਾ। ਜੀ ਬੱਬੀ ਬਾਦਲ ਜੀ ਦਿਓਗੇ ਹਾਂਜੀ ਮੈਂ ਰਾਸ਼ਟਰ ਦਾ ਕਹਿਣਾ ਕਿ ਭ੍ਰਿਸ਼ਟਾਚਾਰ ਦਾ ਜਿਹੜਾ ਮਾਮਲਾ ਹੈ ਉਹ ਛੋਟੇ-ਛੋਟਿਆਂ ਨੂੰ ਫੜ ਦੇਣਾ, ਭ੍ਰਿਸ਼ਟਾਚਾਰ ਬਿਲਕੁਲ ਬਰਾੜ ਸਾਹਿਬ ਨੇ ਸਹੀ ਕਿਹਾ, ਕਾਬੂ ਕਰਨ ਦੀ ਗੱਲ ਹੈ। ਬਰਾੜ ਸਾਹਿਬ ਨੇ ਸਹੀ ਕਿਹਾ ਜੀ ਕਿ ਵੱਡੇ ਮੱਛੀਆਂ ਨੂੰ ਫੜਨ ਦੀ ਲੋੜ ਹੈ। ਸੋ ਮੈਂ ਬਰਾੜ ਸਾਹਿਬ ਨੂੰ ਯਾਦ ਦਿਵਾਵਾਂ, ਕਦੇ ਪੰਜਾਬ ਦੇ ਇਤਿਹਾਸ 'ਚ ਐਂ ਨਹੀਂ ਸੀ ਹੋਇਆ ਵੀ ਇੱਕ ਦਿਨ ਬੰਦਾ ਮੰਤਰੀ ਹੋਵੇ ਔਰ ਅਗਲੇ ਦਿਨ ਜੇਲ੍ਹ 'ਚ ਹੋਵੇ। ਵਿਜੇ ਸਿੰਗਲਾ, ਡਾਕਟਰ ਵਿਜੇ ਸਿੰਗਲਾ ਹੈਲਥ ਮਿਨਿਸਟਰ ਪੰਜਾਬ ਦਾ, ਉਹ ਵੱਡੀ ਮੱਛੀ ਹੀ ਸੀ। ਸੋ ਕਹਿਣ ਦਾ ਮਤਲਬ ਹੈ ਭ੍ਰਿਸ਼ਟਾਚਾਰ, ਮੁੱਖ ਮੰਤਰੀ ਜੀ ਨੇ ਕਿਹਾ ਹੈ ਕਿ ਮੇਰੇ ਲਈ 1 ਰੁਪਿਆ ਇੱਕ ਸਲਫਾਸ ਦੀ ਗੋਲੀ ਹੈ। ਪਹਿਲਾਂ ਜਿਹੜੇ ਦਲਾਲ ਮੁੱਖ ਮੰਤਰੀ ਦੇ ਘਰ ਦੇ ਆਲੇ ਦੁਆਲੇ ਨਜ਼ਰ ਆਉਂਦੇ ਸੀ, ਅੱਜ ਸਾਡੀ ਸਰਕਾਰ ਵੇਲੇ ਕਿਲੋਮੀਟਰਾਂ ਤੱਕ ਜੇ ਸੀਐਮ ਹਾਊਸ ਦੇ ਨੇੜੇ ਕੋਈ ਦਿਖ ਵੀ ਜਾਵੇ ਤਾਂ ਤੁਸੀਂ ਸਾਨੂੰ ਨੀਵੇਂ ਥਾਂ ਪਾ ਦਿਓ। ਨੰਬਰ 2 ਦੀ ਗੱਲ ਇਹ ਹੈ ਜੀ ਕਿ ਦੇਖੋ ਬੱਬੀ ਬਾਦਲ, ਇੱਕ ਸਵਾਲ ਜਿਹੜਾ ਮੈਂ ਵਿੱਚੋਂ ਟੋਕਣ ਲੱਗਿਆ, ਦੇਖੋ ਕਾਂਗਰਸ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਸਾਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ, ਪੋਲੀਟੀਕਲ ਤੌਰ ਤੇ, ਕਦੇ ਕਿਸੇ ਮੰਤਰੀ ਦੇ ਖਿਲਾਫ, ਕਦੇ ਕਿਸੇ ਐਮਐਲਏ ਦੇ ਖਿਲਾਫ। ਸ਼ਾਇਦ ਜਿਹੜਾ ਹੈਗਾ ਕਾਂਗਰਸ ਦੇ ਬੁਲਾਰੇ ਸਾਡੇ ਨਾਲ ਜੁਆਇਨ ਕਰਨਗੇ, ਆਪਾਂ ਉਹਨਾਂ ਤੋਂ ਵੀ ਜਵਾਬ ਲਵਾਂਗੇ, ਪਰ ਉਹ ਕਹਿੰਦੇ ਕਿ ਟਾਰਗੇਟ ਕੀਤਾ ਜਾ ਰਿਹਾ ਜਾਣਬੁੱਝ ਕੇ। ਜਗਤਾਰ ਜੀ, ਟਾਰਗੇਟ ਬਿਲਕੁਲ ਨਹੀਂ ਕੀਤਾ ਜਾ ਰਿਹਾ, ਲੇਕਿਨ ਪੰਜਾਬ ਦਾ ਪੈਸਾ ਖਜ਼ਾਨੇ ਦਾ ਜਿਨ੍ਹਾਂ ਨੇ ਖਾਧਾ ਹੈ, ਉਹ ਆਪਾਂ ਲੋਕਾਂ ਨੇ ਵੋਟਾਂ ਜਿਵੇਂ ਮੈਂਡੇਟ ਦਿੱਤਾ ਹੈ, ਉਹ ਹਿਸਾਬ ਲੈਣ ਲਈ ਵੀ ਵਿੱਚ ਸੀ। ਉਹਨਾਂ ਦਾ ਹੁਕਮ ਸੀ ਪੰਜਾਬ ਦੇ ਲੋਕਾਂ ਦਾ ਵੀ ਜਿਹੜੇ ਲੁੱਟ ਕੇ ਖਾ ਗਏ ਹੈ, ਉਹਨਾਂ ਦੇ ਵੀ ਗੱਲ 'ਚ ਰੱਸੇ ਪਾ ਕੇ ਉਹਨਾਂ ਨੂੰ ਲੈ ਕੇ ਆਓ। ਜੀ ਸੋ ਖੜਿਆਲ ਸਾਹਿਬ ਵੀ ਆ ਗਏ ਨੇ, ਇਹ ਵੀ ਜਵਾਬ ਦੇਣ ਇਸ ਗੱਲ ਦਾ। ਅਸੀਂ ਕਰਪਸ਼ਨ ਦੇ ਖਿਲਾਫ ਕਾਰਵਾਈਆਂ ਕੀਤੀਆਂ, ਫਿਰ ਉਸ ਤੋਂ ਬਾਅਦ ਅਸੀਂ ਪਹਿਲਾਂ ਕਹਿੰਦੇ ਸੀ ਇਹ ਬੀਜੇਪੀ ਦੇ ਲੀਡਰ ਦੇ ਖਿਲਾਫ ਨਹੀਂ ਕਰਦੇ, ਫਿਰ ਜਦੋਂ ਮਨਪ੍ਰੀਤ ਬਾਦਲ ਦੇ ਖਿਲਾਫ ਜਦੋਂ ਉਹਨਾਂ ਨੂੰ ਬੁਲਾਇਆ ਗਿਆ ਵਿਜੀਲੈਂਸ,
ਫਿਰ ਇਹ ਕਹਿੰਦੇ ਜੀ ਕਾਂਗਰਸ ਵਾਲਿਆਂ ਦੀ ਹੁਣ ਇੰਡੀਆ ਅਲਾਇੰਸ ਹੋ ਗਿਆ, ਹੁਣ ਤਾਂ ਕਰਕੇ ਬੰਦ ਕਰਤੀ। ਸੋ ਇਹ ਤਾਂ ਕਹਿੰਦੇ ਆ ਵੀ ਰੋਟੀ ਖਾਂਦੇ ਦੀ ਦਾੜੀ ਹਿਲਦੀ ਆ, ਇਹਨਾਂ ਨੇ ਤਾਂ ਸਾਡੇ 'ਚ ਕੋਈ ਨਾ ਕੋਈ ਨੁਕਸ ਕੱਢੀ ਜਾਣਾ ਹੈ। ਆਪਾਂ ਜਵਾਬ ਲੈਣੇ ਆ ਖਡਿਆਲ ਸਾਹਿਬ ਸਾਡੇ ਨਾਲ ਜੁੜ ਕੇ। ਖਡਿਆਲ ਸਾਹਿਬ ਆਵਾਜ਼ ਆ ਰਹੀ ਹੈ ਮੇਰੀ? ਆ ਰਹੀ ਹੈ ਸਿੱਧੂ ਸਾਹਿਬ, ਆ ਰਹੀ ਹੈ ਜੀ। ਖਡਿਆਲ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ, ਲੱਗਦਾ ਕਿ ਫੋਨ ਦਾ। ਆ ਰਹੀ ਹੈ ਸਿੱਧੂ ਸਾਹਿਬ, ਆਵਾਜ਼ ਆ ਰਹੀ ਹੈ ਜੀ, ਆ ਰਹੀ ਹੈ ਜੀ ਆਵਾਜ਼। ਖਡਿਆਲ ਸਾਹਿਬ, ਜਿਸ ਮਾਮਲੇ ਤੇ ਬੱਬੀ ਬਾਦਲ ਉਹਨਾਂ ਨੇ ਗੱਲ ਕੀਤੀ ਹੈ ਭ੍ਰਿਸ਼ਟਾਚਾਰ ਦੇ ਮੁੱਦੇ ਤੇ, ਉਹ ਕਹਿੰਦੇ ਜੋ ਵੱਡੀ ਪੱਧਰ ਤੇ ਭ੍ਰਿਸ਼ਟਾਚਾਰ ਕੀਤਾ ਗਿਆ, ਜੇ ਹੁਣ ਵੀ ਇਸ ਦੀ ਗੱਲ ਹੈ, ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਲੋਕਾਂ ਨੂੰ ਇਨਸਾਫ ਤੇ ਨਿਆਂ ਪਰੇਸ਼ਾਨੀ ਨਾ ਹੋਵੇ, ਇਸ ਕਰਕੇ ਸਰਕਾਰ ਕਾਰਵਾਈ ਕਰ ਰਹੀ ਹੈ। ਦੂਜੇ ਪਾਸੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਉਹਨਾਂ ਨੇ ਕਾਂਗਰਸ ਦੇ ਹਵਾਲੇ ਨਾਲ ਵੀ ਇਹ ਗੱਲਾਂ ਕੀਤੀਆਂ ਕਿ ਟਾਰਗੇਟ ਨਹੀਂ ਕੀਤਾ ਜਾ ਰਿਹਾ, ਜੋ ਵਾਜਬ ਤੇ ਸਹੀ ਗੱਲ ਹੈ ਉਹੀ ਕੁਝ ਕੀਤਾ ਜਾ ਰਿਹਾ ਹੈ। ਧੰਨਵਾਦ ਸਿੱਧੂ ਸਾਹਿਬ। ਉਮੀਦ ਹੈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆਵਾਜ਼ ਵੀ ਆਊਗੀ ਜਦੋਂ ਮੈਂ ਸਵਾਲ ਪੁੱਛੂੰਗਾ। ਪਹਿਲੀ ਗੱਲ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੁਬਾਰਕਬਾਦ। 1.5 ਸਾਲ ਦੇ ਵਿੱਚ ਜਿੰਨੇ ਧਰਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਜੀਮ ਦੇ ਵਿੱਚ ਲੱਗੇ ਹੈ, ਹੋਰ ਕਿਸੇ ਸਰਕਾਰ ਦੇ 5 ਸਾਲਾਂ ਦੇ ਵਿੱਚ ਵੀ ਨਹੀਂ ਲੱਗੇ। ਤੇ ਕੋਈ ਐਸੀ ਯੂਨੀਅਨ ਨਹੀਂ, ਕੋਈ ਐਸਾ ਪ੍ਰੋਫੈਸ਼ਨ ਨਹੀਂ ਜਿਹਦੇ ਮੁਲਾਜ਼ਮਾਂ ਨੇ, ਜਿਹਦੇ ਆਪਣਾ ਵਰਕਰਸ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਧਰਨਾ ਨਾ ਲਾਇਆ ਹੋਵੇ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਫੇਲਿਅਰ ਹੈ, ਸਰਟੀਫਿਕੇਟ ਹੈ ਉਹਨਾਂ ਨੂੰ ਇਹ ਫੇਲਿਅਰ ਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿੱਥੇ ਦਾ ਟੇਬਲ ਤੇ ਬਹਿ ਕੇ ਮਸਲਾ ਹੱਲ ਕਰ ਸਕਦੀ ਸੀਗੀ, ਰਿਜ਼ੋਲਵ ਕਰ ਸਕਦੀ ਸੀ। ਇਹਨਾਂ ਨੇ ਕੀ ਚੂਜ਼ ਕੀਤਾ? ਧਮਕੀ ਦੇਣਾ, ਥ੍ਰੈਟਨ ਕਰਨਾ ਵੀ ਕਲਮ ਕਿਸੇ ਹੋਰ ਦੇ ਹੱਥ ਫੜਾ ਦਿੱਤੀ ਜਾਊਗੀ। ਬੱਬੀ ਬਾਦਲ ਸਾਹਿਬ, ਇਹ ਲੋਕ ਹੈ, ਲੋਕਤੰਤਰ ਦੇ ਵਿੱਚ ਲੋਕ ਪ੍ਰਮੁੱਖ ਹੁੰਦੇ ਆ, ਸੁਪਰੀਮ ਹੁੰਦੇ ਆ, ਉਹ ਤੁਹਾਨੂੰ ਹੁਣ ਕਹਿੰਦੇ ਆ ਵੀ ਸਰਕਾਰ ਕਿਸੇ ਹੋਰ ਦੇ ਹੱਥ ਫੜਾ ਦਾਂਗੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਦੇ ਇਹ ਜੇ ਸ਼ਬਦਾਂ ਦਾ ਲਹਿਜ਼ਾ ਜਿਹੜਾ ਹੈਗਾ ਠੀਕ ਨਾ ਕੀਤਾ। ਤੀਜੀ ਗੱਲ, ਬੜੀ ਅੱਛੀ ਗੱਲ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਉੱਠੀ ਨਹੀਂ ਜੋ ਤੇ ਕਹਿੰਦੇ ਲੋਕ ਸਫਰ ਕਰ ਰਹੇ ਆ ਜੀ। ਸੋ ਲੋਕ ਜਿਹੜਾ ਹੜ੍ਹ ਦਾ ਰਿਲੀਫ ਹੈ, ਮੁਆਵਜ਼ਾ ਅਸੀਂ ਦੇਣਾ, ਬੜਾ ਕੁਝ ਕਰਨਾ ਹੈ। 1.5 ਮਹੀਨਾ ਆਮ ਆਦਮੀ ਪਾਰਟੀ ਦੀ ਸਰਕਾਰ ਸੋ ਰਹੀ ਸੀਗੀ ਜੀ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਤਾ ਨਹੀਂ ਸੀ ਵੀ ਹੜ੍ਹ ਦਾ ਮੁਆਵਜ਼ਾ ਵੀ ਦੇਣਾ ਹੁੰਦਾ ਹੈ, ਬੱਕਰੀਆਂ ਦਾ ਮੁਆਵਜ਼ਾ ਦੇਣਾ ਹੈ, ਮੁਰਗਿਆਂ ਦਾ ਮੁਆਵਜ਼ਾ ਦੇਣਾ ਹੈ, ਫਸਲਾਂ ਦਾ ਮੁਆਵਜ਼ਾ ਦੇਣਾ। 19 ਜ਼ਿਲ੍ਹੇ, 1400 ਪਿੰਡ, 6 ਲੱਖ ਏਕੜ ਜ਼ਮੀਨ, ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਤੱਕ ਕੀਤਾ ਕੀ ਹੈ? ਸੋ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਚਾਹੁੰਦੀ ਹੈ ਕਿ ਰੈਜ਼ੋਲੂਸ਼ਨ ਹੋਵੇ, ਲੋਕਾਂ ਦੀ ਮਦਦ ਹੋਵੇ, ਤਾਂ ਰਿਜ਼ੋਲਵ ਕਰ ਦੋ ਨਾ, ਪਟਵਾਰੀਆਂ ਨੂੰ ਮਿਲ ਕੇ ਇੱਕ ਉਹਨਾਂ ਦਾ ਹੱਲ ਭਾਲੋ। ਤੇ ਮੈਂ ਆਮ ਆਦਮੀ ਪਾਰਟੀ ਨੂੰ ਪੁੱਛੂੰਗਾ, ਕਿਹੜੇ ਪਟਵਾਰੀ ਨੇ ਇੱਕ ਮੰਗ ਪੱਤਰ ਦਿਖਾ ਦੇਣ ਜਿੱਥੇ ਲਿਖਿਆ ਹੋਵੇ ਵੀ ਪਟਵਾਰੀ ਦੇ ਖਿਲਾਫ ਐਕਸ਼ਨ ਨਹੀਂ ਹੋਣਾ ਚਾਹੀਦਾ ਜਿਹਨੇ ਕਰਪਸ਼ਨ ਕੀਤੀ ਹੈ? ਕਿੱਦਾਂ ਨਹੀਂ ਲਿਖਿਆ ਸਿੱਧੂ ਸਾਹਿਬ? ਉਹਨਾਂ ਦੀਆਂ ਮੰਗਾਂ ਤਾਂ ਹੋਰ ਹੈ, ਉਹਦਾ ਕਹਿੰਦੇ ਹੈ ਵੀ ਜੇ ਪਟਵਾਰੀ ਦੇ ਖਿਲਾਫ ਐਕਸ਼ਨ ਹੋਣਾ ਹੈ, ਕਾਨੂੰਨ ਕਹਿੰਦਾ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦਾ ਕਿ ਪ੍ਰਾਇਰ ਸੈਂਕਸ਼ਨ ਲੈਣਾ, ਪ੍ਰਾਇਰ ਅਪਰੂਵਲ ਲੈਣਾ ਜ਼ਰੂਰੀ ਹੈ। 17A ਦੇ ਤਹਿਤ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਕਾਨੂੰਨ ਕਿਉਂ ਨਹੀਂ ਫੋਲੋ ਕਰਨਾ? ਆਪਾਂ ਜਵਾਬ ਲੈ ਲਈਏ ਖਡਿਆਲ ਸਾਹਿਬ। ਮੈਨੂੰ 30 ਸੈਕਿੰਡ ਦੇ ਦਿਓ ਬਸ। ਇੱਥੇ ਇਹਨਾਂ ਨੇ ਗੱਲ ਕੀ, ਵੱਡੀ ਮੱਛੀ ਹੈ, ਕਹਿੰਦੇ ਵਿਜੇ ਸਿੰਘਲਾ ਇੱਕ ਹਿਸਾਬ ਦੀ। ਤੇ ਜੇ ਵੱਡੀ ਮੱਛੀ ਵੱਡਾ ਮਗਰਮੱਛ ਦੱਸਦੇ ਹੋ ਆਪਦੀ ਪਾਰਟੀ ਦੇ ਫਾਰਮਰ ਮਿਨਿਸਟਰ ਨੂੰ, ਐਮਐਲਏ ਨੂੰ, ਬੱਬੀ ਬਾਦਲ ਸਾਹਿਬ, ਫਿਰ ਪਾਰਟੀ ਮੈਂਬਰਸ਼ਿਪ ਦੇ ਵਿੱਚ ਕਿਉਂ ਨੇ ਅੱਜ ਵੀ? ਅਮਿਤ ਰਤਨ ਪਾਰਟੀ ਦੇ ਵਿੱਚ ਕਿਉਂ ਹੈ? ਮਨੀਸ਼ ਸਿਸੋਦੀਆ ਜੀ ਪਾਰਟੀ 'ਚ ਕਿਉਂ ਹੈ? ਸਤਿੰਦਰ ਜੈਨ ਸਾਹਿਬ ਪਾਰਟੀ 'ਚ ਕਿਉਂ ਹੈ? ਵਿਜੇ ਸਿੰਘਲਾ ਸਾਹਿਬ ਪਾਰਟੀ ਮੈਂਬਰਸ਼ਿਪ ਕਿਉਂ ਨਹੀਂ? ਕਿਉਂ ਅਹਿਮ ਫੈਸਲਿਆਂ ਦੇ ਵਿੱਚ, ਮੀਟਿੰਗ ਦੇ ਵਿੱਚ ਇਹਨਾਂ ਦਾ ਹਿੱਸਾ ਹੁੰਦਾ ਹੈ? ਦੂਜੀ ਗੱਲ, ਇਹਨਾਂ ਨੇ ਗੱਲ ਕੀ ਕੀਤੀ? ਕਹਿੰਦੇ ਕਰਪਸ਼ਨ ਲਾਈਨ, ਜ਼ੀਰੋ ਟੋਲਰੈਂਸ। ਮੈਂ ਦੱਸਦਾ ਇਹਨਾਂ ਨੂੰ, ਥੋੜਾ ਜਾਣੂ ਕਰਾਦਾ ਰਿਐਲਿਟੀ ਨਾਲ। ਜ਼ੀਰੋ ਟੋਲਰੈਂਸ ਨਹੀਂ, ਤੁਹਾਡੀ ਫੁੱਲ ਟੋਲਰੈਂਸ ਆਮ ਆਦਮੀ ਪਾਰਟੀ ਦੀ। ਕਿਵੇਂ? ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਲੀਡਰਾਂ ਨੂੰ ਸ਼ੀਲਡ ਕੀਤਾ, ਜਿਨ੍ਹਾਂ ਦੇ ਐਲੀਗੇਸ਼ਨ ਸੀਗੇ, ਬਾਹਰ ਨਹੀਂ ਕੱਢਿਆ। ਹੈਲਪਲਾਈਨ ਦੀ ਗੱਲ ਕਰ ਲਓ। ਖਡਿਆਲ ਸਾਹਿਬ ਜਵਾਬ ਆ ਗਿਆ ਤੁਹਾਡਾ ਹੁਣ। ਲਾਸਟ ਹੈ ਜੀ, ਲਾਸਟ ਅਖੀਰਲਾ। 3 ਲੱਖ ਤੋਂ ਜ਼ਿਆਦਾ ਕੰਪਲੇਂਟਸ ਆ ਗਈਆਂ ਸਿੱਧੂ ਸਾਹਿਬ। ਐਕਸ਼ਨ ਲਿਆ 300 ਤੋਂ ਘੱਟ ਦੇ ਵਿੱਚ, ਮਤਲਬ 0.01% ਦਾ ਐਕਸ਼ਨ ਰੇਟ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ। ਤੇ ਮੈਂ ਤਾਂ ਕਹੂੰਗਾ ਕਲਾਸ ਚੀਜ਼ ਕਹੂੰ ਪੈਰਨ ਨੂੰ ਵੀ ਤੁਸੀਂ ਲਿਕਰ ਪਾਲਿਸੀ ਦੇ ਵਿੱਚ ਨਾ ਇਨਕੁਆਇਰੀ ਕਰਾ ਲਓ। ਦਿੱਲੀ ਦੀ ਲਿਕਰ ਪਾਲਿਸੀ ਦੇ ਵਿੱਚ ਬਹੁਤ ਖੁਲਾਸੇ ਹੋਏ ਆ, ਬਹੁਤ ਕੇਸ ਹੋਏ ਆ। ਪੰਜਾਬ ਦੀ ਲਿਕਰ ਪਾਲਿਸੀ ਪੰਜਾਬ ਦੀ ਗੱਲ ਕਰ ਲਈਏ, ਪਾਲਿਸੀ ਮੇਕਰ ਦੇ ਮੋਡਸ ਆਪਰੈਂਡਾ ਸਿਮਿਲਰ ਹੈ ਕਿ ਨਹੀਂ? ਤੇ ਦੂਜੀ ਗੱਲ, ਧਰਨਿਆਂ ਚੋਂ ਨਿਕਲੀ ਹੋਈ ਪਾਰਟੀ ਸਿੱਧੂ ਸਾਹਿਬ ਅੱਜ ਧਰਨਿਆਂ ਦੀ ਨਿੰਦਾ ਕਰਨ ਲੱਗ ਗਈ। ਇਹਨਾਂ ਦਾ ਜਨਮ ਹੀ ਧਰਨਿਆਂ ਕਰਕੇ ਹੋਇਆ। ਤੇ ਮੈਂ ਦੱਸਦਾ, ਪੀਸਫੁਲ ਪ੍ਰੋਟੈਸਟ, ਪੀਸਫੁਲ ਧਰਨਾ ਸਾਡਾ ਫੰਡਾਮੈਂਟਲ ਰਾਈਟ ਹੈ, ਫਰੀडम ਆਫ ਸਪੀਚ ਐਕਸਪ੍ਰੈਸ਼ਨ ਹੈ। ਆਰਟੀਕਲ 19 ਕਲੌਜ਼ 1 ਸਬ ਕਲੌਜ਼ A। ਆ ਗਈ ਗੱਲ ਖਡਿਆਲ ਸਾਹਿਬ, ਤੁਹਾਡਾ ਵਿਊ ਬਣ ਆ ਗਿਆ। ਥੈਂਕ ਯੂ ਵੈਰੀ ਮਚ। ਫੋਟੋ ਅੰਬੇਦਕਰ ਸਾਹਿਬ ਦੀ, ਥੈਂਕ ਯੂ ਵੈਰੀ ਮਚ ਖਡਿਆਲ ਸਾਹਿਬ। ਅੰਬੇਦਕਰ ਸਾਹਿਬ ਦੀ ਫੋਟੋ ਲਾ ਕੇ ਉਹਨਾਂ ਦਾ ਬਣਾਇਆ ਸੰਵਿਧਾਨ ਵੀ ਫੋਲੋ ਕਰੋ ਤੇ ਪੜੋ। ਓਕੇ, ਤੁਹਾਡਾ ਵਿਊ ਬਣ ਆ ਗਿਆ। ਬੱਬੀ ਬਾਦਲ ਜੀ ਦਿਓਗੇ ਜਵਾਬ? 2 ਮਾਮਲੇ ਤੇ ਉਹਨਾਂ ਨੇ
ਖਾਸ ਤੌਰ ਤੇ ਟਾਰਗੇਟ ਕੀਤਾ। ਉਹ ਕਹਿੰਦੇ ਧਰਨਿਆਂ ਚੋਂ ਨਿਕਲੀ ਪਾਰਟੀ, ਕਿਉਂ ਧਰਨੇ ਵਾਲਿਆਂ ਤੇ ਐਸਮਾਂ ਲਾ ਰਹੀ ਹੈ। ਦੂਜੀ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਗੱਲ ਕਰਦੇ ਉਹ ਕਹਿੰਦੇ ਆਪਣੀ ਪੀੜ੍ਹੀ ਹੇਠਾਂ ਵੀ ਆਪ ਸੋਟਾ ਫੇਰੇ। ਦੇਖੋ ਜੀ। ਮੈਂ ਸਭ ਤੋਂ ਪਹਿਲਾਂ ਤਾਂ ਮੈਂ ਚਾਹੂੰਗਾ ਕਿ ਕਾਂਗਰਸ ਤਾਂ ਜਮਾਂ ਹੀ ਨਾ ਸਾਨੂੰ ਲੈਕਚਰ ਦੇਵੇ ਲੋਕਤੰਤਰ ਤੇ ਭ੍ਰਿਸ਼ਟਾਚਾਰ ਤੇ। ਕਿਰਪਾ ਕਰਕੇ ਅਸੀਂ ਪੋਤੜੇ ਨਹੀਂ ਫਰੋਲਣਾ ਚਾਹੁੰਦੇ। ਤੁਸੀਂ ਲੋਕਤੰਤਰ ਤੇ ਭ੍ਰਿਸ਼ਟਾਚਾਰ ਤੇ ਗੱਲ ਨਾ ਕਰਿਆ ਕਰੋ, ਕਦੇ ਹੋਰ ਮੁੱਦੇ ਤੇ ਕਰ ਲਿਆ ਕਰੋ। ਲੋਕ ਹੱਸਦੇ ਹੱਸਦੇ ਇੰਡੀਆ ਲਾਫਟਰ ਚੈਲੰਜ ਬਣ ਜੂਗਾ ਇਹ, ਜੇ ਤੁਹਾਡੀਆਂ ਗੱਲਾਂ ਸੀਰੀਅਸਲੀ ਲੈਣ ਲੱਗ ਜਾਈਏ। ਨੰਬਰ 2 ਦੀ ਮੇਰੀ ਬੇਨਤੀ ਸੁਣੋ। ਕਹਿੰਦੇ ਜੀ ਪਟਵਾਰੀ ਬਹੁਤ ਘੱਟ ਹੈ, ਵਰਕਲੋਡ ਬਹੁਤ ਜ਼ਿਆਦਾ ਹੈ। ਅੱਜ ਤੱਕ ਮੈਨੂੰ ਇੱਕ ਵੀ ਪਟਵਾਰੀ ਨਹੀਂ ਮਿਲਿਆ ਜਿਹਨੇ ਇਹ ਗੱਲ ਕਹੀ ਹੋਵੇ ਕਿ ਮੇਰੇ ਕੋਲੇ 2 ਸਰਕਲ ਹੈ ਜੀ, ਮੇਰੇ ਤੇ ਕੰਮ ਦਾ ਲੋਡ ਹੈ, 1 ਸਰਕਲ ਲੈ ਲਓ। ਜਿੰਨੇ ਪਟਵਾਰੀ ਹੈ ਸਾਰੇ ਕਹਿੰਦੇ ਜੀ ਸਾਨੂੰ ਐਡੀਸ਼ਨਲ ਸਰਕਲ ਦਿਵਾਓ, ਸਾਡੇ ਕੋਲੇ 2 ਹੈ, ਸਾਨੂੰ ਤੀਜਾ ਫਲਾਨਾ ਹੋਰ ਸਰਕਲ ਦਵਾ ਦਿਓ। ਕਿਉਂ ਕਰਕੇ ਇਹ ਇੱਕ ਰੀਤ ਰਿਵਾਜ ਬਣ ਗਿਆ ਕਿ ਆਮ ਲੋਕਾਂ ਦੇ ਗਰਦਨ ਤੇ ਛੁਰੀ ਚਲਾ ਕੇ ਤੇ ਆਪਦਾ ਘਰ ਭਰਨੇ, ਪ੍ਰੋਪਰਟੀ ਡੀਲਿੰਗ ਕਰਨੀ, ਵੱਡੀਆਂ ਕੰਪਨੀਆਂ ਦੇ ਏਜੰਟ ਬਣ ਕੇ ਜ਼ਮੀਨਾਂ ਇਕੱਠੀਆਂ ਕਰਕੇ ਦੇਣੀਆਂ। ਮੈਂ ਕਿਰਪਾ ਕਰਕੇ ਇਹ ਬੇਨਤੀ ਕਰੂੰਗਾ ਕਿ ਤੁਸੀਂ 3.5 ਕਰੋੜ ਜਨਤਾ ਨੂੰ ਅਣਗੌਲਿਆ ਨਾ ਕਰੋ। ਮੈਂ ਇਹ ਮੰਨਦਾ ਕਿ ਸਾਰੇ ਪਟਵਾਰੀ ਮਾੜੇ ਨਹੀਂ, ਮੈਂ ਇਹ ਮੰਨਦਾ ਕਿ ਇੱਕੋ ਰੱਸੇ ਨਾਲ ਨਹੀਂ ਬਣ ਸਕਦੇ ਸਭ ਨੂੰ, ਲੇਕਿਨ ਮੈਂ ਫਿਰ ਇਹੀ ਗੱਲ ਕਹਿੰਦਾ ਕਿ ਮਾਲ ਵਿਭਾਗ ਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਕੰਪਲੇਂਟਾਂ ਹੈ ਉਹਨਾਂ ਨੂੰ ਐਡਰੈਸ ਕਰਨਾ ਅੱਜ ਸਮੇਂ ਦੀ ਲੋੜ ਹੈ। ਔਰ ਅੱਜ ਦੇ ਸੰਵੇਦਨਸ਼ੀਲ ਟਾਈਮ 'ਚ ਬਿਲਕੁਲ ਨਹੀਂ ਹੜਤਾਲ ਤੇ ਜਾਣਾ ਚਾਹੀਦਾ। ਨੰਬਰ ਦੂਸਰੀ ਗੱਲ ਇਹ ਕਹਿੰਦੇ ਵੀ ਕਿਸਾਨਾਂ ਲਈ ਕੁਝ ਨਹੀਂ ਕੀਤਾ। ਦੇਖੋ 186 ਕਰੋੜ ਰੁਪਇਆ ਅਲੱਗ ਇੱਕ ਰਿਲੀਜ਼ ਕੀਤਾ ਜੀ, 105 ਕਰੋੜ ਰੁਪਇਆ ਹੜ੍ਹਾਂ ਦੇ ਇਮੀਡੀਏਟ ਬਾਅਦ ਰਿਲੀਜ਼ ਕੀਤਾ। ਵੱਡੇ ਮੁੱਦੇ ਆਪਾਂ ਵੀ ਵੱਧ ਜੀ ਉਹਨਾਂ ਮੁੱਦਿਆਂ ਤੇ ਜੇ ਆਪਾਂ ਜਾਵਾਂਗੇ ਆਈ ਥਿੰਕ ਵਿਸਥਾਰ ਦੇ 'ਚ ਬਹੁਤ ਔਖਾ। ਆਪਾਂ ਮੁੱਦਿਆਂ ਦੇ ਉੱਤੇ ਹੀ ਗੱਲ ਕਰਦੇ ਹਾਂ। ਖੜਿਆਲ ਜੀ ਸੰਖੇਪ 'ਚ ਮੈਂ ਕਮੈਂਟ ਜ਼ਰੂਰ ਡੈਫੀਨੇਟਲੀ ਮੈਂ ਤੁਹਾਡੇ ਵੱਲ ਹੀ ਆ ਰਿਹਾ, ਪਰ ਸੰਖੇਪ ਜਵਾਬ ਦਿਓ। ਕਹਿੰਦੇ ਕਿ ਕਾਂਗਰਸ ਕਿਵੇਂ ਭ੍ਰਿਸ਼ਟਾਚਾਰ ਦੀ ਗੱਲ ਕਰਦੀ ਹੈ, ਇੰਨੀ ਗੱਲ ਤੇ ਫਿਰ ਆਪਾਂ ਭੁੱਲਰ ਸਾਹਿਬ ਵੀ ਇੰਤਜ਼ਾਰ ਕਰ ਰਹੇ। ਮੈਂ ਦੱਸਦਾ ਕਾਂਗਰਸ ਪਾਰਟੀ ਕਿਉਂ ਭ੍ਰਿਸ਼ਟਾਚਾਰ ਦੀਆਂ ਗੱਲਾਂ ਕਰਦੀ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜ਼ੀਰੋ ਟੋਲਰੈਂਸ ਫॉर ਕਰਪਸ਼ਨ ਕਹਿ ਕੇ ਤੇ ਖੁੱਲੇਆਮ ਸ਼ਰੇਆਮ ਕਰਪਸ਼ਨ ਨੂੰ ਡਿਫੈਂਡ ਕੀਤਾ ਹੈ। ਮੈਂ ਇਹਨਾਂ ਨੂੰ ਪੁੱਛੂੰਗਾ ਵੀ ਸਰਾਰੀ ਸਾਹਿਬ ਅੱਜ ਕੈਬਨਿਟ ਦੇ ਵਿੱਚ ਨਹੀਂ ਹੈ, ਕਿਉਂ ਉਹਨਾਂ ਨੇ ਮੰਤਰੀ ਪਦ ਤੋਂ ਅਸਤੀਫਾ ਦਿੱਤਾ? ਇਹ ਗੱਲ ਦਾ ਜਵਾਬ ਦੇ ਦੇ ਆਮ ਆਦਮੀ ਪਾਰਟੀ ਦੀ ਸਰਕਾਰ। ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਨਕੁਆਇਰੀ ਕਰਾ ਕੇ ਕਿਉਂ ਨਹੀਂ ਦੱਸਦੀ ਉਹਨਾਂ ਦੇ ਕੇਸ ਦੇ ਵਿੱਚ? ਦੂਜੀ ਗੱਲ, ਅਮਿਤ ਰਤਨ ਜੀ ਦੇ ਕੇਸ ਦੇ ਵਿੱਚ ਡਿਲੇ ਸੀਗਾ ਕਿ ਨਹੀਂ ਸੀਗਾ ਪਰਚਾ ਕਰਨ ਦੇ ਵਿੱਚ? ਜੇ 4-5 ਦਿਨਾਂ ਬਾਅਦ ਪਰਚਾ ਕਰਨਾ ਪਿਆ ਤਾਂ ਮਤਲਬ ਹੈ ਵੀ ਗਲਤੀ ਸੀਗੀ। ਅੱਜ ਕੇਸ ਚੱਲ ਰਿਹਾ ਹੈ ਤੇ 4-5 ਦਿਨ ਦਾ ਡਿਲੇ ਕਿਉਂ ਹੋਇਆ? ਤੀਜੀ ਗੱਲ, ਇਹਨਾਂ ਨੇ ਗੱਲ ਕਹੀ ਕਰਪਸ਼ਨ ਹੈਲਪਲਾਈਨ ਤੇ ਵੀਡੀਓ ਭੇਜ ਦਿਓ, ਰਿਕਾਰਡਿੰਗ ਭੇਜ ਦਿਓ ਤੇ ਨਾਲ ਦੀ ਨਾਲ ਐਕਸ਼ਨ ਹੈ। ਮੇਰੇ ਕੋਲੇ ਆਪਦੇ ਕੋਲੇ ਪਟਵਾਰੀ ਦਾ ਕੇਸ ਚੱਲਦਾ ਹੈ ਤੇ ਕਰਪਸ਼ਨ ਹੈਲਪਲਾਈਨ ਤੇ ਰਿਕਾਰਡਿੰਗ ਭੇਜਣ ਦੇ ਬਾਵਜੂਦ 3 ਮਹੀਨਿਆਂ ਬਾਅਦ 3 ਮਹੀਨਿਆਂ ਦੇ ਡਿਲੇ ਤੋਂ ਬਾਅਦ ਪਰਚਾ ਹੋਇਆ। ਕੋਈ ਸੈਂਕਸ਼ਨ ਓਕੇ ਗਰੇਵਾਲ ਸਾਹਿਬ ਤੁਹਾਡੀ ਗੱਲ ਆ ਗਈ। ਦੇਖੋ ਲਾਸਟ ਪੁਆਇੰਟ ਸਿੱਧੂ ਸਾਹਿਬ ਬੜਾ ਜ਼ਰੂਰੀ ਪੁਆਇੰਟ ਹੈ। ਇਹ ਜਿਹੜਾ ਮੇਰੇ ਕੋਲ ਕੇਸ ਚੱਲਦਾ ਨਾ ਜ਼ਮਾਨਤ ਦਾ, ਪਟਵਾਰੀ ਨੂੰ ਜਦੋਂ ਪ੍ਰੋਸੀਕਿਊਟ ਕੀਤਾ ਐਕਸ਼ਨ ਲਿਆ ਨਾ ਤਾਂ ਇਹਨਾਂ ਨੇ ਸੈਂਕਸ਼ਨ ਲਿਆ ਪ੍ਰਾਇਰ ਅਪਰੂਵਲ ਲਈ 17 ਇਹਦੇ ਤਹਿਤ। ਦੂਜੀ ਗੱਲ 3 ਮਹੀਨਿਆਂ ਦੇ ਡਿਲੇ ਤੋਂ ਬਾਅਦ ਪਰਚਾ ਹੋਇਆ ਤੇ ਇਹੀ ਬੇਸਿਸ ਤੇ ਮੈਂ ਜ਼ਮਾਨਤ ਦਵਾਈ ਹੈ ਪਟਵਾਰੀ ਨੂੰ। ਤੇ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੱਸਦਾ ਕਰਪਸ਼ਨ ਦੇ ਖਿਲਾਫ ਐਕਸ਼ਨ ਲਓ, ਪੂਰਾ ਲਓ ਜਿੰਨਾ ਲੈ ਸਕਦੇ ਹੋ, ਲੇਕਿਨ ਸਿਰਫ ਔਰ ਸਿਰਫ ਅਟੈਂਸ਼ਨ ਡਾਇਵਰਟ ਕਰਨ ਲਈ। ਓਕੇ ਥੈਂਕ ਯੂ ਵੈਰੀ ਮਚ, ਥੈਂਕ ਯੂ। ਤੁਹਾਡਾ ਵਿਊ ਪੁਆਇੰਟ ਮੁਕੰਮਲ ਹੋ ਗਿਆ। ਗੱਲ ਕਹੀ ਇਹਨਾਂ ਲਾਸਟ ਅਖੀਰਲੀ ਲਾਈਨ ਹੀ ਹੈ, ਅਖੀਰਲੀ ਲਾਈਨ ਹੈ, ਕਹਿੰਦੇ ਇੰਡੀਅਨ ਲਾਫਟਰ ਚੈਲੰਜ ਬਣ ਜਾਊਗਾ ਜੇ ਕਾਂਗਰਸ ਪਾਰਟੀ ਲੋਕਤੰਤਰ ਦੀ ਗੱਲ ਕਰੂ। ਮੈਂ ਦੱਸਦਾ ਇਹਨਾਂ ਨੂੰ ਕਿ ਜਿਹੜਾ ਇੰਡੀਅਨ ਲਾਫਟਰ ਚੈਲੰਜ ਕਹਿ ਰਹੇ ਨਾ, ਸਾਨੂੰ ਪਤਾ ਕਿਉਂ ਕਹਿ ਰਹੇ ਹੋ ਇਹ, ਲੇਕਿਨ ਮੈਂ ਇਹ ਵੀ ਦੱਸਦਾ ਬਾਦਲ ਸਾਹਿਬ ਕਿ ਸਟੇਟ ਚਲਾਉਣ ਦੇ ਵਿੱਚ ਤੇ ਸਟੇਜ ਚਲਾਉਣ ਦੇ ਵਿੱਚ ਬੜਾ ਅੰਤਰ ਹੁੰਦਾ ਹੈ। ਜਿੰਨਾ ਕਰਕੇ ਇੰਡੀਅਨ ਲਾਫਟਰ ਚੈਲੰਜ ਦੀ ਗੱਲ ਕਰਦੇ ਹੋ ਉਹਨਾਂ ਨੂੰ ਜ਼ਿਕਰ ਕਰ ਦਿਓ ਕਿ ਸਟੇਟ ਚਲਾਓ, ਸਟੇਜ ਭੁੱਲ ਜਾਓ ਹੁਣ। ਓਕੇ ਥੈਂਕ ਯੂ ਵੈਰੀ ਮਚ। ਤੁਸੀਂ ਜਵਾਬ ਦੇਤਾ ਆਪਣਾ। ਭੁੱਲਰ ਸਾਹਿਬ ਬੱਬੀ ਬਾਦਲ ਉਹਨਾਂ ਦਾ ਚੇਚੇ ਤੌਰ ਤੇ ਇਸ ਮੁੱਦੇ ਤੇ ਆਪਾਂ ਚਰਚਾ ਕਰ ਰਹੇ। ਦੇਖੋ ਸਵਾਲ ਉਹੀ ਫੇਰ ਵੱਡਾ ਹੈ, ਸਵਾਲ ਹੈਗਾ ਕਿ ਜਿਸ ਤਰ੍ਹਾਂ ਪੰਜਾਬ ਦੀ ਸਥਿਤੀ ਬਣੀ ਹੋਈ ਹੈ, ਵੱਡੇ ਸੰਕਟ ਦਾ ਹੜ੍ਹ ਦੀ ਸਥਿਤੀ ਹੈ, ਬੱਬੀ ਬਾਦਲ ਉਹਨਾਂ ਨੇ ਕਹਿਣਾ ਕਿ ਇਹੋ ਜਿਹੀ ਸਥਿਤੀ 'ਚ ਹੜਤਾਲ ਕਰਨੀ ਬਣਦੀ ਨਹੀਂ, ਹੜਤਾਲ ਤੇ ਜਾਣਾ ਬਣਦਾ ਹੀ ਨਹੀਂ, ਕਿਉਂਕਿ ਲੋਕਾਂ ਲਈ ਬਹੁਤ ਵੱਡੀਆਂ ਸਮੱਸਿਆਵਾਂ ਦਾ ਤੇ ਭ੍ਰਿਸ਼ਟਾਚਾਰ ਦੇ ਮੁੱਦੇ ਦੀ ਗੱਲ ਕਰਦੇ ਆ। ਜਦੋਂ ਅਸੀਂ ਕਹਿੰਦੇ ਇਸ ਮਾਮਲੇ 'ਚ ਕੋਈ ਐਕਸ਼ਨ ਕਰਦੇ ਹਾਂ ਤਾਂ ਫਿਰ ਇਹਦੇ ਤੇ ਤਾਂ ਕੋਈ ਸਵਾਲ ਉਠਾਉਣੇ ਬਣਦੇ ਨਹੀਂ। ਕਿਉਂ ਕੀਤੇ ਜਾ ਰਹੇ ਸਵਾਲ? ਦੇਖੋ ਸਿੱਧੂ ਸਾਹਿਬ, ਪਹਿਲਾਂ ਤਾਂ ਮੈਂ ਇੱਕ ਜਵਾਬ ਦੇਣਾ ਚਾਹੁੰਦਾ ਬੱਬੀ ਸਾਹਿਬ ਦਾ, ਜਿਹੜੇ ਕਹਿੰਦੇ ਵੀ ਸੀਐਮ ਸਾਹਿਬ ਦੇ ਘਰ ਦੇ ਕਿਲੋਮੀਟਰ ਦੇ ਆਲੇ ਦੁਆਲੇ ਵੀ ਦੇਖ ਲਓ ਤੁਸੀਂ, ਤੁਹਾਨੂੰ ਕਰਪਸ਼ਨ ਵਾਲਾ ਕੋਈ ਬੰਦਾ ਲੱਭੂਗਾ ਨਹੀਂ। ਉਹ ਕਿਉਂ ਲੱਭਣਾ? ਸਾਰੇ ਮਹਿਕਮੇ ਤੇ ਤੁਸੀਂ ਜਾ ਕੇ ਪਰੋਸ ਕੇ ਥਾਲੀ ਦੇ ਵਿੱਚ ਦਿੱਲੀ ਦੇ ਆਏ ਹੋ, ਤੇ ਹੁਣ ਜਿਹੜੇ ਸੌਦੇ ਹੁੰਦੇ ਤੇ 50 ਕਰੋੜ ਦਾ ਜਿਹੜਾ ਬੰਗਲਾ ਬਣਿਆ ਉੱਥੇ ਉਹਦੇ 'ਚ ਹੁੰਦੇ ਆ।
ਉਹ ਪੰਜਾਬ 'ਚ ਹੁਣੇ ਹੀ ਨਹੀਂ, ਨਾ ਸੀਐਮ ਸਾਹਿਬ ਦੀ ਲੈਵਲ ਦੀ ਗੱਲ ਹੈਗੀ ਹੈ। ਉਹ ਤੇ ਹੁਣ ਚੱਡਾ ਜੀ ਤੇ ਜਿਹੜੇ ਉੱਪਰਲੇ ਬੰਦੇ ਹੈ ਉਹੀ ਉੱਥੇ ਸੌਦੇਬਾਜ਼ੀ ਕਰਦੇ ਆ, ਤੇ ਉਹ ਸੌਦੇਬਾਜ਼ੀ ਕਰਕੇ ਪੰਜਾਬ 'ਚ ਲਾਗੂ ਹੁੰਦਾ ਹੈ। ਤੁਹਾਨੂੰ ਪੁੱਛਦਾ ਕੌਣ ਹੈ? ਤੁਹਾਡੇ ਮੁੱਖ ਮੰਤਰੀ ਸਾਹਿਬ ਨੂੰ ਇੱਥੇ ਕੌਣ ਪੁੱਛਦਾ ਹੈ? ਮੁੱਖ ਮੰਤਰੀ ਸਾਹਿਬ ਤੋਂ ਉੱਥੇ ਆਰਡਰ ਆਉਂਦਾ ਹੈ ਵੀ ਆਹ ਰਾਜ ਸਭਾ ਮੈਂਬਰ ਬਣਾ ਦਿਓ, ਆਹ ਵਾਲੇ ਆਹ ਜਿਹੜੇ ਹੈਗੇ ਇਹਨਾਂ ਨੂੰ ਚੇਅਰਮੈਨ ਲਾ ਦਿਓ। ਉਹ ਦਿੱਲੀੋਂ ਚੇਅਰਮੈਨ ਬਣ ਕੇ ਆਉਂਦੇ ਨੇ। ਇੱਥੇ ਮੁੱਖ ਮੰਤਰੀ ਸਾਹਿਬ ਦੇ ਨੇੜੇ ਤੇੜੇ ਕੁਝ ਨਹੀਂ, ਉਹਨਾਂ ਨੂੰ ਤਾਂ ਸਿਰਫ ਇੱਕ ਇਹਨਾਂ ਨੇ ਵਰਤਣ ਵਾਸਤੇ ਰੱਖਿਆ ਹੋਇਆ ਵੀ ਹਾਂ ਹੈਲੀਕਾਪਟਰ ਵਰਤ ਲਈਏ, ਪੰਜਾਬ ਦਾ ਪੈਸਾ ਵਰਤ ਲਈਏ, ਜਿਹੜੀਆਂ ਐਡਵਰਟਾਈਜ਼ਮੈਂਟ ਹੋਈਆਂ ਉੱਤੇ ਵਰਤ ਲਈਏ। ਦੂਜੀ ਗੱਲ ਜਿਹੜਾ ਕਹਿੰਦੇ 105 ਕਰੋੜ ਦਿੱਤਾ, 33 ਕਰੋੜ ਰੁਪਈਆ ਰਿਲੀਜ਼ ਕੀਤਾ ਸੀਗਾ। ਉਸ ਤੋਂ ਬਾਅਦ ਜਿਹੜਾ ਪੈਸਾ ਆਇਆ ਉਹ ਸੈਂਟਰ ਸਰਕਾਰ ਦਾ ਪੈਸਾ ਜਿਹੜਾ ਤੁਸੀਂ ਰਿਲੀਜ਼ ਕੀਤਾ, ਪੰਜਾਬ ਸਰਕਾਰ ਨੇ 1 ਰੁਪਈਆ ਨਹੀਂ ਦਿੱਤਾ ਅਜੇ ਤੱਕ। ਦੂਜੀ ਜਿਹੜੀ ਗੱਲ ਕਹਿੰਦੇ ਬਾਰ-ਬਾਰ ਕਰਪਸ਼ਨ ਦੀ ਗੱਲ ਕਰਦੇ ਆ, ਮੈਂ ਪੁੱਛਣਾ ਚਾਹੁੰਦਾ ਵੀ ਕੀ ਸਸੋਦੀਆ ਨੂੰ ਤੁਸੀਂ ਪਾਰਟੀ ਚੋਂ ਕੱਢਤਾ? ਕੀ ਜੈਨ ਨੂੰ ਤੁਸੀਂ ਪਾਰਟੀ ਚੋਂ ਕੱਢਤਾ? ਜੇਲ੍ਹ 'ਚ ਬੈਠੇ ਨੇ। ਕੀ ਤੁਸੀਂ ਜਿਹੜਾ ਵਿਜੇ ਸਿੰਘਲਾ ਜਿਹਦੀ ਗੱਲ ਕਰਦੇ ਹੋ, ਤੁਸੀਂ ਐਗਜ਼ਾਮਪਲ ਦਿੱਤੀ ਮੰਤਰੀ ਅਸੀਂ ਅੰਦਰ ਕਰਤਾ ਸੀਗਾ, ਫਿਰ ਉਹ ਤਾਂ ਮੁੱਖ ਮੰਤਰੀ ਆਪ ਗਵਾਹ ਹੈ। ਕੀ ਤੁਸੀਂ ਗਵਾਹੀ ਦੇਤੀ ਉੱਥੇ ਜਾ ਕੇ ਹਾਈ ਕੋਰਟ ਦੇ ਵਿੱਚ? ਇੱਕ ਮਿੰਟ ਪੂਰੀ ਗੱਲ ਹੁਣ, ਉਹ ਕਿਉਂ ਦਾ ਡੀਐਸਪੀ ਨਾਲ ਬਹਿੰਦਾ ਹਰ ਮੀਟਿੰਗ ਦੇ ਵਿੱਚ? ਜਿਹੜਾ ਤੁਹਾਡਾ ਰਤਨ ਸੀਗਾ ਉਹਦਾ ਸਾਬਤ ਹੋ ਗਿਆ, ਉੱਤੇ ਐਫਆਈਆਰ ਹੋ ਗਈ। ਕਿਉਂ ਅੱਜ ਤੁਹਾਡੀ ਪਾਰਟੀ ਦਾ ਮੈਂਬਰ ਹੈ ਉਹ? ਸਰਾਏ ਅੱਜ ਪਾਰਟੀ ਦਾ ਮੈਂਬਰ ਕਿਉਂ ਹੈ? ਔਰ ਮੈਂ ਤੇ ਫਿਰ ਦੁਬਾਰਾ ਆਉਂਗਾ ਵੀ ਕਟਾਰੂ ਚੱਕ ਦੀ ਅਗਰ ਸੋਚ ਤੇ ਪਹਿਰਾ ਦਿੰਦੇ ਤਾਂ ਫਿਰ ਬਿੱਲ ਵੀ ਪਾਸ ਕਰਾ ਦਿਓ ਵਾਲਾ ਵਿਧਾਨ ਸਭਾ ਦੇ ਵਿੱਚ ਵੀ ਇਹੋ ਜਿਹੀ ਕਾਰਵਾਈ ਕੋਈ ਨਹੀਂ ਹੋਗੀ। ਥੈਂਕ ਯੂ ਗੁਰੂ ਸਾਹਿਬ, ਥੈਂਕ ਯੂ। ਆਪਣੇ ਕੋਲ ਸਮੇਂ ਦੀ ਮਜਬੂਰੀ ਹੈ। ਬੋਬੀ ਬਾਦਲ ਡੈਫੀਨਿਟਲੀ ਮੈਂ ਇਸ ਮੁੱਦੇ ਤੇ ਕਮੈਂਟ ਜੋ ਦਿੱਤੇ ਆ ਜਵਾਬ ਚਾਹੂੰਗਾ ਕਿ ਭ੍ਰਿਸ਼ਟਾਚਾਰ ਦੀ ਆਪਾਂ ਦੂਜਿਆਂ ਦੀ ਗੱਲ ਕਰਦੇ ਹਾਂ ਤੇ ਉਹ ਸਵਾਲ ਜਿਹੜੇ ਆਪ ਵੱਲ ਵੀ ਉਨਾਂ ਹੀ ਉਂਗਲਾਂ ਨਾਲ ਉਠਾਏ ਜਾ ਰਹੇ। ਦੇਖੋ ਮੈਂ ਇਹ ਗੱਲ ਸਾਫ਼ ਕਰਦਾ ਜੀ ਕਿ ਭ੍ਰਿਸ਼ਟਾਚਾਰ ਦਾ ਕੇਸ ਚੱਲਦਾ ਹੈ, ਬਾਦਲ ਪਰਿਵਾਰ ਤੇ ਚੱਲਿਆ, ਫਿਰ ਅਕਾਲੀ ਦਲ ਨੇ ਬਾਦਲ ਪਰਿਵਾਰ ਨੂੰ ਬਾਹਰ ਕੱਢਤਾ। ਬਾਦਲ ਪਰਿਵਾਰ ਤੇ ਵੀ ਤਾਂ ਤੁਸੀਂ ਪੱਪੀ ਜੀ ਤੁਸੀਂ ਤੇ ਆਈ ਐਸੇ ਮਸਲੇ ਦੇ ਹੋ ਵੀ ਨਹੀਂ ਸਹਿਣ ਕਰਾਂਗੇ। ਆ ਕੁਲਦੀਪ ਧਾਰੀਵਾਲ ਤੇ ਕੇਸ ਹੋਇਆ 100 ਏਕੜ ਕਟਾਰੂ ਚੱਕ ਦੇ ਉੱਤੇ ਹੋਇਆ। ਮੇਰੀ ਗੱਲ ਕੰਪਲੀਟ ਹੋਣ ਦਿਓ, ਮੇਰੀ ਗੱਲ ਕੰਪਲੀਟ ਹੋਣ ਦਿਓ। ਤੁਸੀਂ ਤੇ ਆਈ ਐਸੇ ਗੱਲ ਦੇ ਉੱਤੇ ਆਪਦੇ ਟਾਈਮ ਤੇ ਬੋਲੋ, ਕਰਪਸ਼ਨ ਦੀ ਕਰਪਸ਼ਨ ਔਰ ਤੁਸੀਂ ਇਹ ਚ ਮੁੱਖ ਮੰਤਰੀ ਸਾਹਿਬ ਆਪ ਇਨਵੋਲਵ ਨੇ। ਦੇਖੋ ਮੁੱਖ ਮੰਤਰੀ ਸਾਹਿਬ ਆਪ ਗਵਾਹ ਨੇ ਉਹਦੇ ਵਿੱਚ। ਇਹ ਗੱਲ ਇਹ ਡਿਬੇਟ ਵਾਲਾ ਕੋਈ ਤੁਸੀਂ ਇਹ ਦੱਸੋ ਮੈਂ ਤੁਹਾਡੇ ਵਿੱਚ ਨਹੀਂ ਬੋਲਿਆ। ਵਿਜੇ ਸਿੰਘਲਾ ਦੇ ਮਾਮਲੇ 'ਚ ਮੁੱਖ ਮੰਤਰੀ ਆਪ ਗਵਾਹ ਨੇ। ਕੱਢਿਆ ਪਾਰਟੀ ਚੋਂ ਨੂੰ ਮੈਂ ਤੁਸੀਂ ਬਾਲ ਸਾਹਿਬ ਦੇ ਪਹੁੰਚ ਗਏ, ਬਾਲ ਸਾਹਿਬ ਨੇ ਨਹੀਂ ਨਹੀਂ ਮੇਰੀ ਬੇਨਤੀ ਹੈ ਕਿ ਕਾਂਗਰਸ ਐਸੇ ਗਵਾਹ ਕੀ ਉਹਨੂੰ ਪਾਰਟੀ ਚੋਂ ਕੱਢਦਾ ਨਹੀਂ? ਕੀ ਕਾਂਗਰਸ ਤੇ ਅਕਾਲੀ ਦਲ ਨੇ ਸਾਰੇ ਉਹ ਬੰਦੇ ਜਿਹੜੇ ਭ੍ਰਿਸ਼ਟਾਚਾਰ ਕੇਸਾਂ 'ਚ ਹੈਗੇ ਆ ਉਹਨਾਂ ਨੂੰ ਕੱਢਤਾ? ਮੈਨੂੰ ਇੱਕ ਗੱਲ ਦੱਸ ਦਿਓ, ਮੇਰੀ ਇੱਕ ਬੇਨਤੀ ਨਹੀਂ, ਮੇਰੀ ਇੱਕ ਬੇਨਤੀ ਫਿਰ ਉਸ ਤੋਂ ਬਾਅਦ ਤੁਸੀਂ ਤਾਂ ਭ੍ਰਿਸ਼ਟਾਚਾਰ ਨਾਲ ਭਰੇ ਹੋਏ ਹੋ। ਫਿਰ ਹੁਣ ਜੇ ਇਹਨਾਂ ਨਹੀਂ ਬੋਲੀ ਜਾਣਾ ਜੀ ਫਿਰ ਟਾਈਮ ਦੇਣ ਦਾ ਕੀ ਪੁਲਿਸ ਦਾ ਜਵਾਬ ਲੈ ਲਈਏ, ਫਿਰ ਮੈਂ ਬਾਕੀ ਮਹਿਮਾਨਾਂ ਤੋਂ ਵੀ ਸਵਾਲ ਲੈਣਾ ਜੀ। ਬੱਬੀ ਬਾਦਲ ਜੀ ਪਲੀਜ਼। ਜਿਹੜੇ ਮੁੱਦੇ ਤੁਸੀਂ ਚੱਕਦੇ ਹੋ ਉਹਨਾਂ 'ਚ ਮੈਂ ਦੱਸਦਾ ਕਿ ਕਿਸੇ ਪਾਰਟੀ ਵਿੱਚ ਇੰਨੇ ਗਟਸ ਨਹੀਂ ਸੀ ਕਿ ਆਪਦੀ ਪਾਰਟੀ ਦੇ ਪੀਐਨ ਖਿਲਾਫ ਵੀ ਕੰਮ ਕਰੇ, ਆਪਦੀ ਪਾਰਟੀ ਦੇ ਵਰਕਰ ਖਿਲਾਫ ਵੀ ਕੰਮ ਕਰੇ। ਅਸੀਂ ਆਪਦੀ ਪਾਰਟੀ ਦੇ ਐਮਐਲਏ ਮੰਤਰੀ ਅੰਦਰ ਕੀਤੇ। ਇਹ ਇਤਿਹਾਸ ਸਿਰਜਿਆ ਔਰ ਇਸ ਨੂੰ ਆਪਾਂ ਗੱਲਾਂ ਕਰਕੇ ਝੁਠਲਾ ਨਹੀਂ ਸਕਦੇ, ਆਪਾਂ ਇਹਨੂੰ ਰਫੂ ਨਹੀਂ ਕਰ ਸਕਦੇ। ਨੰਬਰ 2 ਦੀ ਗੱਲ ਮੇਰੀ ਸੁਣੋ ਜੀ, ਜਿੱਥੋਂ ਤੱਕ ਬਾਰ-ਬਾਰ ਇਹਨਾਂ ਕੋਲੇ ਜਿਹੜੇ ਮੁੱਦੇ 2-3 ਹੈ, ਇੱਕ ਐਡ ਵਾਲੀ ਗੱਲ ਕਰ ਲੈਂਦੇ ਆ, ਇੱਕ ਹੁਣ ਇਹਨਾਂ ਨੇ ਆਪਾਂ ਪਹਿਲਾਂ ਵੀ ਬੈਸਾਂ 'ਚ ਬਹੁਤ ਮੁੱਦੇ ਆਉਂਦੇ ਆ। ਬਿਲਕੁਲ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਜੀ, ਜਿਹੜਾ ਅੱਜ ਦਾ ਮੁੱਦਾ ਹੈ ਉਹ ਹੈਗਾ 1700 ਬਨਾਮ 3.5 ਕਰੋੜ। ਹੁਣ ਕੀ ਆਪਾਂ 1700 ਜਿਹੜੇ ਸਾਡੇ ਵੀਰ ਸਤਿਕਾਰਯੋਗ ਪਟਵਾਰੀ ਸਾਹਿਬਾਨ ਹੈ ਅਸੀਂ ਉਹਨਾਂ ਨੂੰ ਸਟ੍ਰਾਈਕ ਕਰਨ ਦਾ ਹੱਕ ਦੇ ਦਈਏ ਤਾਂ ਕਿ ਸਾਰਾ ਮੁਆਵਜ਼ੇ ਦੀ ਪ੍ਰਤੀਕਿਰਿਆ ਰੁਕ ਜੇ, ਉੱਥੇ ਜਾਮ ਹੋ ਜੇ। ਜਿਹੜੇ ਲੋਕ ਭੁੱਖੇ ਮਰੀ ਜਾਂਦੇ ਆ, ਜਿਨ੍ਹਾਂ ਦੇ ਜਵਾਕ ਸਕੂਲ ਨਹੀਂ ਜਾ ਸਕਦੇ, ਬੁਰਾ ਹਾਲ ਹੋਇਆ ਜੀ। ਥੈਂਕ ਯੂ ਵੈਰੀ ਮਚ। ਤੁਹਾਡਾ ਵੀ ਬਣ ਲੱਗਾ ਬਰਾੜ ਸਾਹਿਬ, ਇਸ ਮੁੱਦੇ ਤੇ ਮੈਂ ਤੁਹਾਡੇ ਤੋਂ ਜ਼ਰੂਰ ਜਵਾਬ ਲੈਣਾ ਚਾਹਾਂਗਾ। ਜੋ ਬੱਬੀ ਬਾਦਲ ਹੋਣਾ ਨੇ ਕਿਹਾ ਵੀ ਕੀ ਹੁਣ ਹੜਤਾਲ ਕਰਨ ਦੀ ਇਜਾਜ਼ਤ ਦੇ ਦਈਏ? ਜਿਹੜੇ ਹਜ਼ਾਰਾਂ ਪੰਜਾਬੀ ਜਿਹੜੇ ਹੈਗੇ ਇਸ ਵੇਲੇ ਬਿਪਤਾ 'ਚ ਘਿਰੇ ਹੋਏ ਆ ਉਹਨਾਂ ਨੂੰ ਫਿਰ ਰੱਬ ਦੇ ਆਸਰੇ ਛੱਡ ਦਿੱਤਾ ਜਾਏ? ਦੇਖੋ ਜੀ, ਹੜਤਾਲ ਕਰਨ ਦਾ ਜਾਂ ਪ੍ਰੋਟੈਸਟ ਕਰਨ ਦਾ, ਪੀਸਫੁਲ ਐਕਸ਼ਨ ਕਰਨ ਦਾ ਅਧਿਕਾਰ ਇਹ ਕੌਣ ਹੁੰਦੇ ਦੇਣ ਵਾਲੇ? ਇਹ ਤਾਂ ਸੰਵਿਧਾਨ ਨੇ ਦਿੱਤਾ। ਸਾਡਾ ਡੈਮੋਕ੍ਰੇਟਿਕ ਰਾਈਟ ਹੈ, ਸੰਵਿਧਾਨਕ ਰਾਈਟ ਹੈ, ਉਹਨੂੰ ਕੋਈ ਰੋਕ ਨਹੀਂ ਸਕਦਾ ਜੀ। ਦੂਜੀ ਗੱਲ ਇਹ ਹੈ ਵੀ ਇਹ ਹੁਣ ਜਿਹੜਾ ਇਹ ਕੀ ਐਸਐਮਏ ਦੇ ਨਾਲ ਲਾ ਕੇ ਇਹੋ ਜਿਹੇ ਮਸਲੇ ਲਾ ਕੇ ਹੀ ਤੁਸੀਂ ਸਾਰਾ ਪੰਜਾਬ ਦਾ ਜਿਹੜਾ ਮਾਹੌਲ ਆਪ ਵਿਗਾੜ ਰਹੇ, ਸਰਕਾਰ ਮੈਂ ਸਮਝਦਾ ਵਿਗਾੜ ਰਹੀ ਹੈ। ਹੁਣ 1700 ਬਨਾਮ ਸਾਰੇ 3.5 ਕਰੋੜ ਬਣਾ ਰਹੇ ਹੈ, ਕੰਪੀਟੀਸ਼ਨ ਕਰ ਰਹੇ ਹੈ। ਦਿਸ ਰੋਂਗ, ਗਲਤ ਗੱਲ ਹੈ। ਉਹ ਸਾਰੇ ਮੁਲਾਜ਼ਮ ਕਿਉਂ ਆ ਗਏ ਜੀ? ਸਰ ਟੋਟਲ ਮੁਲਾਜ਼ਮ ਕਿਉਂ ਉੱਥੇ ਔਖਾ? ਤੁਸੀਂ ਓਲਡ ਪੈਨਸ਼ਨ ਸਕੀਮ ਲਾਗੂ ਕਿਉਂ ਨਹੀਂ ਕੀਤੀ? ਮੈਂ ਬੇਨਤੀ ਕਰਨਾ ਚਾਹੁੰਦਾ, ਅਜੇ ਵੀ ਸਿਚੁਏਸ਼ਨ ਹੈ। ਮੁੱਖ ਮੰਤਰੀ ਸਾਹਿਬ, ਮੇਰਾ ਵਿਸ਼ਵਾਸ ਹੈ ਇਹ ਚੰਗੇ ਐਡਵਾਈਜ਼ਰ ਜਿਹੜੇ ਇਹਨਾਂ ਨੂੰ ਐਡਵਾਈਜ਼ ਕਰਨਗੇ
ਔਰ ਇਹ ਪੰਜਾਬ ਜਿਹੜਾ ਪਹਿਲਾਂ ਹੀ ਜਿਹੜਾ ਕ੍ਰਾਈਸਿਸ 'ਚ ਡੁੱਬਿਆ ਹੋਇਆ, ਇਸ ਕ੍ਰਾਈਸਿਸ 'ਚ ਨਹੀਂ ਪੈਣ ਦੇਣਗੇ। ਅਦਰਵਾਈਜ਼ ਜਿਹੜੇ ਪੰਜਾਬ ਦੇ ਟੋਟਲ ਡੈਮੋਕ੍ਰੇਟ ਰਾਈਟ ਹੈ, ਇਕੱਲੇ ਮੁਲਾਜ਼ਮ ਨਹੀਂ, ਇਹ ਕਨਫਰੰਟੇਸ਼ਨ ਜਿਹੜੀ ਦੂਰ ਤੱਕ ਜਾਊਗੀ, ਨੁਕਸਾਨਦਾਇਕ ਹੋਊ ਪੰਜਾਬ ਦੇ ਵਾਸਤੇ। ਔਰ ਇਹ ਸ਼ਾਂਤੀਪੂਰਵਕ ਮਸਲਾ ਹੱਲ ਕਰ ਲੈਣਗੇ। ਮੇਰੀ ਐਡਵਾਈਸ, ਮੇਰੀ ਸੁਜੈਸ਼ਨ, ਮੇਰੀ ਅਪੀਲ ਪੰਜਾਬ ਸਰਕਾਰ ਨੂੰ, ਮੁੱਖ ਮੰਤਰੀ ਸਾਹਿਬ ਨੂੰ ਹੈ, ਟੇਬਲ ਤੇ ਬੈਠ ਕੇ ਮਸਲਾ ਹੱਲ ਕਰ ਲੈਣਗੇ। ਜੀ ਖਡਿਆਲ ਜੀ, 2 ਲਾਈਨਾਂ ਦਾ ਕਮੈਂਟ, ਮੇਰੀ ਮਜਬੂਰੀ ਆ ਸਮੇਂ ਦੀ। ਕੀ ਲੱਗਦਾ ਹੈ ਕਿ ਟਕਰਾਅ ਦੀ ਥਾਂ ਜੋ ਬਰਾੜ ਸਾਹਿਬ ਕਹਿੰਦੇ ਆ ਗੱਲਬਾਤ ਦਾ ਰਸਤਾ ਅਪਣਾਇਆ ਜਾਵੇ? ਕਿਉਂ ਪੰਜਾਬ ਨੂੰ ਆਪਾਂ ਇਮਤਿਹਾਨ 'ਚ ਝੋਕ ਰਹੇ ਹਾਂ? ਦੇਖੋ ਸਿੱਧੂ ਸਾਹਿਬ, ਗੱਲ ਇਸ ਤਰ੍ਹਾਂ ਹੈ ਕਿ ਚਾਹੇ ਟੀਚਰ ਹੈ, ਚਾਹੇ ਕਿਸਾਨ ਹੈ, ਚਾਹੇ ਪਟਵਾਰੀ ਹੈ, ਚਾਹੇ PCS ਅਫਸਰ ਹੈ, ਚਾਹੇ ਕੋਈ ਹੋਰ ਮੁਲਾਜ਼ਮ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਐਸੀ ਕੋਈ ਫੀਲਡ, ਐਸੀ ਕੋਈ ਡੋਮੇਨ ਨਹੀਂ ਹੈ ਪੰਜਾਬ ਦੀ ਜਿਹੜੀ ਖੁਸ਼ ਹੋਵੇ। ਸਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਾ ਖੁਸ਼ ਹੈ। ਆਮ ਆਦਮੀ ਪਾਰਟੀ ਦੇ ਕਿਉਂਕਿ ਇਨਕੰਪੀਟੈਂਸ ਹੈ, ਇਨਐਕਸਪੀਰੀਅੰਸ ਹੈ, ਉਹਦਾ ਖਾਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ। ਮੈਨੂੰ ਥੈਂਕ ਯੂ। ਇੱਕ ਸੈਕਿੰਡ ਸਿੱਧੂ ਸਾਹਿਬ ਪਹਿਲੇ 1 ਮਿੰਟ ਦੇ ਦਿਓ ਮੈਨੂੰ ਪੂਰਾ। PCS ਅਫਸਰਾਂ ਨੂੰ ਵੀ ਆਈ ਇਹਨਾਂ ਨੇ ਧਮਕੀ ਦਿੱਤੀ ਸੀਗੀ, ਹੁਣ ਪਟਵਾਰੀਆਂ ਨੂੰ ਧਮਕੀ ਦੇ ਰਹੇ ਹੈ। ਤੇ ਪਟਵਾਰੀਆਂ ਦੇ ਜਿਹੜੇ ਹੈਡ ਨੇ, ਜਿਹੜੇ ਯੂਨੀਅਨ ਦੇ ਲੀਡਰ ਹੈ, ਉਹਨਾਂ ਨੇ ਇੱਕ ਗੱਲ ਸਪਸ਼ਟ ਕਹਿਤੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਰ ਸਕਦੀ ਹੈ ਉਹ ਕਰ ਲੇ, ਅਸੀਂ ਵੀ ਦੇਖਦੇ ਹਾਂ। ਅੱਛਾ, ਦੂਜੀ ਗੱਲ ਇਹ ਹੈ ਕਿ ਆਪਾਂ ਜਵਾਬ ਲੈ ਲਈਏ। ਇੱਕ ਸੈਕਿੰਡ ਸਾਹਿਬ, ਜ਼ਰੂਰੀ ਪੁਆਇੰਟ ਹੈ। ਇਹਨਾਂ ਨੇ ਗੱਲ ਪਤਾ ਕੀ ਕੀਤੀ? ਕਹਿੰਦੇ ਪਹਿਲਾਂ ਤਾਂ ਕੋਈ ਪਿਊਨ ਵੀ ਨਹੀਂ ਆਪਦੀ ਸਰਕਾਰ 'ਚ ਕੱਢਦਾ ਸੀਗਾ, ਅਸੀਂ ਮੰਤਰੀ ਕੱਢਤਾ, ਤੇ ਫਿਰ ਜੇ ਮੰਤਰੀ ਨੂੰ ਮੰਤਰੀ ਪਦ ਤੋਂ ਉਤਾਰਿਆ ਹੈ ਤੇ ਪਾਰਟੀ ਮੈਂਬਰਸ਼ਿਪ ਚੁੱਕ ਕੇ ਰੱਖਿਆ। ਅੱਛਾ, ਫਿਰ ਕਹਿੰਦੇ ਓਕੇ ਥੈਂਕ ਯੂ ਖਡਿਆਲ ਸਾਹਿਬ। ਸਿੱਧੂ ਸਾਹਿਬ ਪੁਆਇੰਟ ਮੁਕੰਮਲ ਹੋ ਲੈਣ ਦਿਓ ਕਾਈਂਡਲੀ। ਸੋ ਗੱਲ ਇਹ ਹੈ ਕਿ ਇਹ ਕਹਿ ਰਹੇ ਕਿ ਅਕਾਲੀ ਦਲ ਨੇ ਕੀਤਾ, ਕਾਂਗਰਸ ਨੇ ਕੀਤਾ। ਮੈਂ ਦੱਸਦਾ ਇੱਥੇ ਬੱਬੀਵਾਲ ਸਾਹਿਬ ਕਿ ਤੁਸੀਂ ਐਡਮਿਟ ਕੀਤਾ, ਤੁਸੀਂ ਤਾਂ ਆਪ ਉਹਨੂੰ ਮੰਤਰੀ ਪਦ ਤੋਂ ਉਤਾਰ ਕੇ ਸਜ਼ਾ ਦੇ ਕੇ ਐਡਮਿਟ ਕਰ ਲਿਆ ਵੀ ਗਲਤ ਕੀਤਾ, ਉਹਨੂੰ ਗਲਤ ਦੱਸਿਆ। ਤੇ ਅੱਜ ਤੁਸੀਂ ਕਹਿ ਰਹੇ ਹੋ ਕਿ ਅਸੀਂ ਪਾਰਟੀ ਮੈਂਬਰਸ਼ਿਪ ਚੋਂ ਕੱਢੀ, ਹੋਰ ਕਿਸੇ ਪਾਰਟੀ ਨੇ ਕਦੇ ਇਹ ਨਹੀਂ ਕਿਹਾ ਸੀ। ਹੁਣ ਤੁਸੀਂ ਜਿੰਨੇ ਕੇਸ ਕਾਂਗਰਸ ਪਾਰਟੀ ਨੇ ਕੀਤੇ ਹੈ ਲੀਡਰਾਂ ਤੇ, ਉਹ ਸਾਰੇ ਫਾਲਸ ਹੈ, ਪੋਲੀਟੀਕਲ ਵੈਂਡੇਟਾ ਦੇ ਤਹਿਤ ਹੈ। ਤਾਂ ਕਰਕੇ ਹਲਕਾ ਲਾਂਬਾ ਤੇਜਿੰਦਰ ਬੰਦਾ ਜੀ ਖਡਿਆਲ ਜੀ, ਹੁਣ ਤੁਹਾਡਾ ਵਿਊ ਪੁਆਇੰਟ ਆ ਗਿਆ। ਥੈਂਕ ਯੂ ਵੈਰੀ ਮਚ। ਇਹ ਹਾਈ ਕੋਰਟ ਜਾ ਕੇ ਨਾ ਅੱਜ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਵਧੀਆ ਫੈਸਲਾ ਮਿਲਿਆ ਹੈ ਕਿ ਪੰਚਾਇਤ ਜਿਹੜੀ ਥੈਂਕ ਯੂ ਵੈਰੀ ਮਚ। ਆਪਾਂ ਪੰਚਾਇਤਾਂ ਦੇ ਮੁੱਦੇ ਤੇ ਆਪਾਂ ਨਾ ਛੇੜੀਏ, ਰੀਸਟੋਰ ਹੋ ਗਿਆ ਸਿੱਧੂ ਸਾਹਿਬ। ਸੋ ਆਮ ਲੰਬਾ ਆਦਤ ਹੈ ਨਾ ਜਿਹੜੀ ਗਲਤ ਕਰਨ ਦੀ, ਗਲਤੀਆਂ ਦੀ, ਉਹ ਜਾ ਕੇ ਕੋਰਟ ਦੇ ਵਿੱਚ ਸੁਧਰਦੀ ਹੈ। ਸਿੱਧੂ ਸਾਹਿਬ, ਮੈਂ ਥੈਂਕ ਯੂ ਵੈਰੀ ਮਚ। ਆਪਾਂ ਜਵਾਬ ਲੈ ਲਈਏ। ਇਹਨਾਂ ਬੱਬੀ ਬਾਦਲ ਬਗੈਰ ਜਵਾਬ ਦਿੱਤੇ ਹੀ ਚਲੇ ਜਾਣ। ਸਾਰੇ ਜਿੰਨੇ ਬੁਲਾ ਰਹੇ ਆ ਸਤਿਕਾਰਯੋਗ, ਸਭ ਨੂੰ ਪਤਾ ਹੈ ਇਸ ਗੱਲ ਦਾ ਸਿੱਧੂ ਸਾਹਿਬ ਕਿ ਪੰਜਾਬ ਦੇ ਬਜਟ ਦਾ 70% ਜਿਹੜਾ ਹੈ ਉਹ ਮੁਲਾਜ਼ਮਾਂ ਦੇ ਤਨਖਾਹਾਂ ਵਿੱਚ ਔਰ ਉਹਨਾਂ ਦੀਆਂ ਜਿਹੜੀਆਂ ਪੈਨਸ਼ਨ ਹੈ ਉਹਨਾਂ ਵਿੱਚ ਖਰਚ ਹੁੰਦਾ ਹੈ। ਬਾਕੀ ਜਿਹੜਾ ਹਿੱਸਾ ਹੈ ਉਹ ਜਿਹੜਾ ਕਰਜ਼ਾ ਚੱਕਿਆ ਹੈ ਉਹਦੀ ਕਿਸ਼ਤ ਔਰ ਉਹਦਾ ਵਿਆਜ ਮੋੜਨਾ ਹੁੰਦਾ ਹੈ। ਸੋ ਕਿਰਪਾ ਕਰਕੇ ਹੁਣ ਟਾਈਮ ਆ ਗਿਆ ਕਿ ਜਿਹੜੇ ਮੁਲਾਜ਼ਮ ਹੈ ਉਹ ਵੀ ਆਪਦੀ ਜ਼ਿੰਮੇਵਾਰੀ ਸਮਝਣ। ਅਸੀਂ ਕੋਈ ਮੁਲਾਜ਼ਮ ਵਿਰੋਧੀ ਨਹੀਂ, ਸਾਡਾ ਮੁੱਖ ਮੰਤਰੀ ਤਾਂ ਆਪ ਇੱਕ ਸਕੂਲ ਪ੍ਰਿੰਸੀਪਲ ਦਾ, ਮਾਸਟਰ ਜੀ ਦਾ ਬੇਟਾ ਹੈ, ਉਹ ਤਾਂ ਆਪ ਇੱਕ ਮੁਲਾਜ਼ਮ ਦਾ ਬੇਟਾ ਹੈ। ਸੋ ਅਸੀਂ ਕੋਈ ਮੁਲਾਜ਼ਮ ਵਿਰੋਧੀ ਨਹੀਂ, ਲੇਕਿਨ ਅਸੀਂ ਇਹ ਕਹਿੰਦੇ ਹਾਂ IAS ਤੋਂ ਲੈ ਕੇ ਥੱਲੇ ਪਟਵਾਰੀ ਸਾਹਿਬ ਤੱਕ ਇਹ ਸਾਰਿਆਂ ਨੂੰ ਇਹ ਲੋੜ ਹੈ ਕਿ ਅਨੁਸ਼ਾਸਨ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਨ। ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਮਿਹਰਬਾਨੀ। ਸਾਰੇ ਮਹਿਮਾਨਾਂ ਦਾ ਧੰਨਵਾਦ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਮੁੱਦਿਆਂ ਤੇ ਆਉਣ ਦੇ ਲਈ। ਪੰਜਾਬ 'ਚ ਇਸ ਵੇਲੇ ਮੁਲਾਜ਼ਮ ਤੇ ਸਰਕਾਰ ਜਿਸ ਕਦਰ ਟਕਰਾਅ ਦੀ ਸਥਿਤੀ ਬਣੀ ਹੈ, ਪੰਜਾਬੀ ਇਸ ਮਾਮਲੇ ਤੇ ਚਿੰਤਤ ਜ਼ਰੂਰ ਹੈ ਕਿ ਟਕਰਾਅ ਦੀ ਥਾਂ ਗੱਲਬਾਤ ਦਾ ਰਾਹ ਅਡਾਪਟ ਕੀਤਾ ਜਾਣਾ ਚਾਹੀਦਾ। ਜੋ ਜਿਹੀਆਂ ਸਥਿਤੀਆਂ ਪੰਜਾਬ 'ਚ ਬਣੀਆਂ ਵੀ ਹੈ, ਪੰਜਾਬੀਆਂ ਨੂੰ ਇਸ ਵੇਲੇ ਜਿਹੜਾ ਸੰਕਟ ਆ ਉਹ ਬਾਰਾ ਨਹੀਂ ਖਾ ਸਕਦਾ। ਇਹਨਾਂ ਮਾਮਲਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਆਪਾਂ ਆਪਣੇ ਮਹਿਮਾਨਾਂ ਦੇ ਧੰਨਵਾਦੀ ਹਾਂ। ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।